ਉਹ ਅੰਡੇ ਬਣ ਨਹੀਂ ਰਹੇ, ਪ੍ਰੈਗਨੈਂਸੀ ਹੁੰਦੀਆਂ ਨਹੀਂ, ਜੇ ਹੋ ਜਾਂਦੀ ਹੈ ਅਬਾਰਸ਼ਨ ਹੋ ਜਾਂਦੀ ਹੈ, ਅਬਾਰਸ਼ਨ ਨਹੀਂ ਹੁੰਦੀ ਤਾਂ ਪ੍ਰੀਮੈਚੁਰ ਹੋ ਜਾਂਦਾ, ਛਮਾਇਆ ਤਬਾਹ ਹੋ ਜਾਂਦਾ, ਛਮਾਇਆ ਤਬਾਹ ਨਹੀਂ ਹੁੰਦਾ ਤਾਂ ਜੋ ਜੰਮਦਾ ਤਾਂ ਕਮਜ਼ੋਰ ਬਹੁਤ ਹੁੰਦਾ। ਇਹ ਵਰਤਾਰਾ ਚੱਲ ਰਿਹਾ। ਪਾਣੀ ਸਾਡਾ ਗਿਆ, ਮਿੱਟੀ ਸਾਡੀ ਗਈ, ਸਿਹਤਾਂ ਸਾਡੀਆਂ ਗਈਆਂ, ਸਾਡੇ ਆਲੇ ਵਾਲੇ ਕਾਲਜ 'ਚ ਜੰਗਲੀ ਜੀਵ ਜੰਤੂ ਸਾਡੇ ਗਏ, ਡੰਗਰ ਸਾਡੇ ਬਿਮਾਰ ਨੇ, ਬਚਿਆ ਕੀ ਤੁਹਾਡੇ ਕੋਲ? ਪੰਜਾਬ 'ਚ ਮੈਨੂੰ ਦੱਸ ਦਿਓ ਵੀ ਆਹ ਚੀਜ਼ ਸਾਡੀ ਬਚ ਗਈ ਹੈ। ਇੱਕ ਮਾਂ ਦੇ ਉਹਦੇ 'ਚ 80 85 ਜਿਹੜੇ ਜ਼ਹਿਰ ਨੇ, ਔਰ ਨਾੜੂਏ 'ਚ ਜਿਹੜਾ ਨਵ ਬੱਚਾ ਜੰਮਿਆ ਬੱਚਾ ਮਤਲਬ ਜ਼ਹਿਰ ਉਹਦੇ ਨਾੜੂਏ 'ਚ ਜਦੋਂ ਖੂਨ ਲਿਆ ਗਿਆ, ਜਿਹੜਾ ਉਹਦੇ ਖੂਨ 'ਚ ਉਹਦੇ ਨਵ ਜੰਮੇ ਬੱਚੇ ਨੂੰ ਖੂਨ ਜਾ ਰਿਹਾ ਸੀਗਾ, ਉਹਦੇ 'ਚ 80 ਕਿਸਮ ਦੇ ਜ਼ਹਿਰ। ਇਹ ਤਾਂ ਫਿਰ ਨਸਲਕੁਸ਼ੀ ਹੋ ਗਈ ਜੀ। ਨਸਲਕੁਸ਼ੀ ਹੋ ਰਹੀ ਹੈ। ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਫਾਸਫੇਟ ਫਰਟੀਲਾਈਜ਼ਰ ਯੂਜ਼ ਕਰਨ ਦੀ ਪਰਮਿਸ਼ਨ ਨਹੀਂ ਹੈ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਜੀ। ਤੁਸੀਂ ਅਮਰੀਕਾ 'ਚ ਮੈਨੂੰ ਕੋਈ ਬੰਦਾ ਫਾਸਫੇਟ ਫਰਟੀਲਾਈਜ਼ਰ ਛਿੜਕ ਕੇ ਦਿਖਾ ਦੇਵੇ ਬਿਨਾਂ ਸਰਕਾਰ ਦੀ ਮਨਜ਼ੂਰੀ ਲੈ। ਫਾਸਫੇਟ ਫਰਟੀਲਾਈਜ਼ਰ ਉਹ ਖਤਰਨਾਕ ਫਰਟੀਲਾਈਜ਼ਰ ਹੈ ਜਿਹੜੀ ਕਿ ਫੁੱਲ ਆਫ ਕੈਮੀਕਲਸ ਹੈ। ਉਰੇ ਤਾਂ ਆਪਣੇ ਉਹ ਹੈ ਜੀ ਕੁੱਲਾ, ਕੋਈ ਮੁੱਦਾ ਹੀ ਨਹੀਂ। ਖੁੱਲ੍ਹ ਮੈਂ ਜਲੰਧਰ ਤੁਸੀਂ ਜਾ ਕੇ ਦਿਖਵਾਲੂਆਂ ਦੀ ਬੈਲਟ 'ਚ 8 ਬੋਰੀਆਂ। ਆਪਣੀ ਰਿਸਰਚ ਦੇ ਸਿਰ 'ਤੇ ਕਹਿ ਰਹੇ ਹਾਂ ਕਿ ਇਹਦਾ ਕਾਰਨ ਡੀਪ ਗਰਾਊਂਡ ਵਾਟਰ ਹੈ ਜਿਹੜਾ ਤੁਸੀਂ ਧੜਾਧੜ ਥੱਲਿਓਂ ਉੱਪਰ ਕਰ ਲਿਆ ਰਹੇ ਹੋ, ਔਰ ਦੂਸਰੀ ਤੁਹਾਡੀ ਫਾਸਫੇਟ ਫਰਟੀਲਾਈਜ਼ਰ ਨੇ। ਦੋ ਸਭ ਤੋਂ ਵੱਡੇ ਕਾਰਨ ਨੇ ਜਿਹਦੇ ਯੂਰੇਨੀਅਮ ਹਾਈ ਹੋ ਰਿਹਾ। ਇੱਕ ਵਾਰ ਡਾਕਟਰ ਸਾਹਿਬ ਤੁਹਾਡਾ ਲੇਖ ਵੀ ਲਿਖਿਆ ਤਾਂ ਮੈਨੂੰ ਤਾਂ ਲੱਗਦਾ ਵੀ ਉਹ ਗੱਲ ਉਹੀ ਨਹੀਂ, ਤੁਸੀਂ ਲਿਖਿਆ ਤਾਂ ਇੱਕ ਵਾਰੀ ਵੀ ਪੰਜਾਬ ਇੱਕ ਮਰ ਰਹੀ ਸੱਭਿਅਤਾ। ਵੈਸੇ ਮਰ ਰਹੇ ਨਹੀਂ, ਔਰ ਬਹੁਤ ਲੋਕ ਨਾਰਾਜ਼ ਹੋਏ ਸੀ ਇਸ ਗੱਲ 'ਤੇ ਕਿ ਤੁਸੀਂ ਸਾਨੂੰ ਮਰ ਰਹੀ ਸੱਭਿਅਤਾ ਕਿੱਦਾਂ ਕਹਿ ਰਹੇ ਹੋ। ਕਿਹਾ ਸੋਚ ਸਮਝ ਗਿਆ ਸੀ, ਬਹੁਤ ਡਿਸਕਸ਼ਨ ਤੋਂ ਬਾਅਦ ਕਿਹਾ ਸੀਗਾ। ਆਲੇ ਦੁਆਲੇ ਕੈਮੀਕਲ ਦੇ ਅੰਬਾਰ ਲਾ ਲਏ, ਅੰਬਾਰ ਲਾ ਲਏ, ਚਾਹੇ ਉਹ ਖੇਤੀ ਬੀਜਣ 'ਚ ਲਾ ਲਏ। ਬੀਜਣ ਤੋਂ ਬਾਅਦ ਤੁਸੀਂ ਦੇਖੋ ਸਟੋਰ ਜਦੋਂ ਕਰਦੇ ਹਾਂ ਆਪਾਂ, ਸਟੋਰੇਜ ਇੰਨੀ ਭੈੜੀ ਹੈ ਕਿ ਉਹਦੇ ਅੰਦਰ ਕੈਮੀਕਲ ਦੇ ਕੈਮੀਕਲ। ਜਿਹੜੀ ਕਣਕ ਮੈਨੂੰ ਦੱਸੋ 2-2 ਸਾਲ 3-3 ਸਾਲ ਉਸ ਕੈਮੀਕਲ ਵਾਲੇ ਮਾਹੌਲ 'ਚ ਸਟੋਰ ਕੀਤੀ ਪਈ ਹੈ, ਕੀ ਉਹ ਕੈਮੀਕਲ ਉਹਦੇ ਵਿੱਚ ਨਹੀਂ ਵੜੇਗਾ ਦਾਣੇ 'ਚ? ਅਸੀਂ ਪੁੱਛਿਆ ਵੀ ਇੱਥੇ ਗੜੋਆ ਗੜਾ ਹੈ, ਕਹਿੰਦਾ ਜੀ ਗੜੋਏ ਪਾਲਦੇ ਇੱਥੇ। ਗੰਡੋਆ ਕਹਿੰਦੇ ਰੱਬ ਦਾ ਸਭ ਤੋਂ ਵਧੀਆ ਟਰੈਕਟਰ ਹੈ। ਕੋਈ ਜੀਵ ਨਹੀਂ, ਜੰਤੂ ਨਹੀਂ ਉੱਥੇ। ਜ਼ਮੀਨ ਐ ਪਈ ਹੈ ਜਿਵੇਂ ਉੱਥੇ ਮੁਰਦਾ ਘਟ ਹੁੰਦਾ। ਉਹ ਹੁਰਮਤੀ ਹੋ ਰਹੀ ਹੈ ਸਾਡੇ ਚੌਲਾਂ ਦੀ, ਤੇ ਕਿਉਂ ਅਸੀਂ ਬੀਜ ਰਹੇ ਹਾਂ? ਨਾਲੇ ਆਪਣੀ ਤਬਾਹੀ ਕਰ ਰਹੇ ਹਾਂ, ਨਾਲੇ ਆਪਣੀ ਬੇਇੱਜ਼ਤੀ ਕਰਾ ਰਹੇ ਹਾਂ, ਨਾਲੇ ਲੋਕਾਂ ਕੋਲ ਝੋਲੀ ਅੱਡ ਕੇ ਮੰਗਦੇ ਸਾਨੂੰ MSP ਦਿਓ। ਧਰਤੀ ਨੂੰ ਅਸੀਂ ਮਤਲਬ ਲੁੱਟ ਕੇ ਉਹਦਾ ਰੇਪ ਕਰਕੇ ਅਸੀਂ ਉਹਦਾ ਜੀਰੀ ਪੈਦਾ ਕਰ ਰਹੇ ਹਾਂ। ਕੈਂਸਰ ਦਾ ਨਾਮ ਬਹੁਤ ਡਰਾਉਣਾ ਹੋ ਗਿਆ, ਇਸ ਕਰਕੇ ਆਪਾਂ ਬਹੁਤ ਵਾਰੀ ਕੈਂਸਰ ਦੀ ਗੱਲ ਅਲੱਗ ਕਰਕੇ ਕਰਨ ਲੱਗ ਜਾਂਦੇ ਵੀ ਜਿਵੇਂ ਕੈਂਸਰ ਕੋਈ ਵੱਖਰੀ ਜਿਹੀ ਚੀਜ਼ ਹੈ, ਤਾਂ ਉਹਨੂੰ ਬਿਮਾਰੀ ਲੱਗਦੀ ਨਹੀਂ। ਜੇ ਲੱਗ ਗਈ ਹੈ ਤਾਂ ਠੀਕ ਹੋ ਜਾਂਦੀ ਹੈ ਚੜ੍ਹਦੀ ਕਲਾ ਵਾਲੇ ਬੰਦੇ ਦੀ। ਜੇ ਢੰਦੀ ਕਲਾ 'ਚ ਹੈ ਤਾਂ ਬਿਮਾਰੀ ਲੱਗਦੀ ਵੀ ਬਹੁਤ ਜਲਦੀ ਹੈ, ਤੇ ਜੇ ਲੱਗ ਗਈ ਤਾਂ ਛੱਡਦੀ ਨਹੀਂ ਉਹਨੂੰ। ਡਾਕਟਰ ਨੂੰ ਇਸ ਗੱਲ ਦਾ ਸਮਝ ਨਹੀਂ ਹੈ। ਉਹ ਤਾਂ ਡਾਕਟਰ ਤਾਂ ਮਰੀਜ਼ ਨੂੰ ਕਹਿ ਦੇਣਗੇ ਵੀ ਤੂੰ ਹੁਣ ਨਾ, ਉਹਦੇ ਮੂੰਹ 'ਤੇ ਕਹਿ ਦੇਣਗੇ ਵੀ ਤੂੰ 15-20 ਦਿਨ ਮਹੀਨਾ ਜੇ ਸੇਵਾ ਕਰਨੀ ਕਰ ਲਓ। ਇਸ ਕਰਕੇ ਆਪਾਂ ਬਿਮਾਰ ਹੋਣ ਲਈ ਥੋੜ੍ਹਾ ਖਾਣੇ ਖਾਣੇ ਆ। ਖਾਣੇ ਦਾ ਮਤਲਬ ਹੁੰਦਾ ਖਾਣਾ ਜਦ ਅੰਮ੍ਰਿਤ ਹੋਵੇ ਤਾਂ ਹੀ ਖਾਣਾ ਚਾਹੀਦਾ। ਜੇ ਖਾਣਾ ਜ਼ਹਿਰ ਹੈ ਤਾਂ ਖਾਣਾ ਨਹੀਂ ਖਾਣਾ ਚਾਹੀਦਾ, ਉਹਨੂੰ ਉਹਦਾ ਧੋਖਾ ਹੋ ਗਿਆ ਨਾ ਤੁਹਾਡੇ ਨਾਲ। ਦੇਸ਼ਪਾਲ ਦੇਖ ਰਹੇ ਥਮੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਥਰੀ ਗੈਲ ਥਾਰਾ ਆਪਣਾ ਮਨਜੀਤ ਸਿੰਘ ਰਾਜਪੁਰੇ ਵਾਲਾ। ਸੋ ਬਈ ਅੱਜ ਫੇਰ ਇੱਕ ਵਾਰੀ मैं सोचा भी सेहत की बात करी जाए, क्योंकि दिनों दिन पंजाब के ਵਿੱਚ सेहत वाला मसला बहुत ख़राब होता जा रहा। तो सेहत वाले मसले पर बहुत सारिया चीज़ां, पर एक सब तो बड़ा मसला पंजाब के ਵਿੱਚ अजकल जिस तरह बीमारियां तो बहुत हैं, पर कैंसर एक बहुत बड़ा मसला बन गया। मालवा तो कहाँ भरया हुआ है, तो मालवा होया, माझा होया, दुआबा होया, पुआध होया। तो मैं एक बार किताब पढ़ रहा था डॉक्टर दलजीत सिंह उन्होंने की, वो कह रहे भी जब मैं हमें पढ़े करे थे MBBS के विच, कहा कदे हस्पताल के विच कोई कैंसर का मरीज़ आवे तो हमें हैरान हो गए देखने जाए करें भी यार कैंसर का मरीज़ आया कोई, पर ये कैंसर इस तरह जिस तरह बुखार चढ़िया हुआ। सो इसे मुद्दे पर बात करने वास्ते अज मेरी गल एक बार फिर है डॉक्टर अमर सिंह जी आज़ाद। अज जोड़ा हैगा हमें अजरौर पिंड है, राजपुरे के लवे घनौर के लवे, उत्थे कुदरती खेती करा भाई जय सिंह उन्होंने के जोड़ा हैगा बाड़े के विच कह सका जितना पहला हो बैठे हैं। तो डॉक्टर साहब कुदरती खेती का प्रचार करा अज उरे आए, तो मैं चलो इस मुद्दे पर भी बात करी है। डॉक्टर साहब सत श्री अकाल। सत श्री अकाल जी सारे वीरों। तो डॉक्टर साहब जिस तरह मैं बात कर रहा था भी पहला कैंसर कदे सुनिया नहीं था, तो हमें बहुत पहला MBBS करी, तो अजकल आम है। किहड़े कारण है जिस करके पहला आप कारण जाना फिर आप इलाज करनी आएंगे भी क्या कारण है भी पंजाब में इन्ना मतलब कैंसर हो चुका है, तो लोग इलाज हो रहा लुट रहे हैं, हस्पताल है, उन्होंने का कोई तसल्ली नहीं होंगी लोगों की।
ਮਨਜੀਤ, ਪਹਿਲੀ ਗੱਲ ਤਾਂ ਆਪਾਂ ਜਦੋਂ ਨਾ ਕੈਂਸਰ ਨੂੰ ਅਲੱਗ ਕਰਕੇ ਆਪਾਂ ਦੇਖਦੇ ਹਾਂ ਤਾਂ ਕਿਤੇ ਉੱਥੇ ਗਲਤੀ ਵੀ ਕਰ ਜਾਂਦੇ ਆਪਾਂ, ਕਿਉਂਕਿ ਕੈਂਸਰ ਕੋਈ ਬਾਕੀ ਸਿਹਤ ਸਮੱਸਿਆਵਾਂ ਤੋਂ ਟੁੱਟੀ ਹੋਈ ਸਮੱਸਿਆ ਨਹੀਂ ਹੈ। ਕਿਉਂਕਿ ਕੈਂਸਰ ਦਾ ਨਾਮ ਬਹੁਤ ਡਰਾਉਣਾ ਹੋ ਗਿਆ, ਇਸ ਕਰਕੇ ਆਪਾਂ ਬਹੁਤ ਵਾਰੀ ਕੈਂਸਰ ਦੀ ਗੱਲ ਅਲੱਗ ਕਰਕੇ ਕਰਨ ਲੱਗ ਜਾਂਦੇ ਵੀ ਜਿਵੇਂ ਕੈਂਸਰ ਕੋਈ ਵੱਖਰੀ ਜਿਹੀ ਚੀਜ਼ ਹੈ। ਜੀ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਰੀਰ ਜਦੋਂ ਬਿਮਾਰ ਹੁੰਦਾ ਹੈ, ਜਿਵੇਂ ਬਾਕੀ ਬਿਮਾਰੀਆਂ ਨੂੰ ਖਿੱਚਦਾ ਹੈ, ਇੱਦਾਂ ਹੀ ਕੈਂਸਰ ਨੂੰ ਵੀ ਖਿੱਚਦਾ। ਕਿਉਂ ਕੈਂਸਰ ਇੱਕ ਤਾਂ ਇਹ ਗਲਤੀ ਕਰਨੀ ਮੇਰੇ ਖਿਆਲ 'ਚ ਬੰਦ ਕਰਨੀ ਚਾਹੀਦੀ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਕਹਿ ਰਿਹਾ ਕਿ ਬਾਰ-ਬਾਰ ਆਪਾਂ ਕੈਂਸਰ ਦੀ ਗੱਲ ਅਲੱਗ ਕਰਕੇ ਦੇਖਦੇ ਹਾਂ ਵੀ ਜਿਵੇਂ ਕੈਂਸਰ ਦੇ ਕੋਈ ਵੱਖਰੇ ਕਾਰਨ ਨੇ। ਜੀ। ਕੈਂਸਰ ਕੋਈ ਵੱਖਰੀ ਬਿਮਾਰੀ ਹੈ, ਕੈਂਸਰ ਕੋਈ ਬਾਕੀ ਬਿਮਾਰੀਆਂ ਨਾਲੋਂ ਕੋਈ ਦਾ ਫਰਕ ਹੈ, ਇੱਦਾਂ ਇਹੋ ਜਿਹੀ ਕੁਛ ਨਹੀਂ ਹੈ। ਜਿਨ੍ਹਾਂ ਬਿਮਾਰੀਆਂ ਕਰਕੇ ਬਾਕੀ ਸਰੀਰ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਜਿਨ੍ਹਾਂ ਕਾਰਨਾਂ ਕਰਕੇ ਮਨ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਅਤੇ ਤੀਜੀ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਕਿ ਸੈਕਸ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਕਿ ਪ੍ਰਜਨਨ ਕਿਰਿਆ, ਸਾਡੀ ਪ੍ਰਜਨਨ ਅੰਗ ਜਿਹੜੇ ਨੇ ਕਮਜ਼ੋਰ ਹੋ ਰਹੇ ਆ। 3 ਕਿਸਮ ਦੀਆਂ ਬਿਮਾਰੀਆਂ ਸਾਡੇ ਉੱਪਰ ਭਾਰੂ ਹੋ ਰਹੀਆਂ ਨੇ: ਸਰੀਰਕ ਬਿਮਾਰੀਆਂ, ਮਾਨਸਿਕ ਬਿਮਾਰੀਆਂ ਅਤੇ ਪ੍ਰਜਨਨ ਅੰਗਾਂ ਦੀਆਂ ਬਿਮਾਰੀਆਂ। ਹੁਣ ਸਰੀਰਕ ਅੰਗਾਂ ਦੀਆਂ ਬਿਮਾਰੀਆਂ 'ਚੋਂ ਜਿਹੜੀ ਬਾਕੀ ਬਿਮਾਰੀਆਂ ਨੇ, ਜਿਵੇਂ ਦਿਲ ਦੀ ਬਿਮਾਰੀ ਹੋਈ, ਸ਼ੂਗਰ ਹੋਈ, ਅਸਥਮਾ ਹੋਇਆ, ਕੋਈ ਸੰਗ੍ਰਹਿਣੀ ਹੋਈ, ਕੋਈ ਇਨਫੈਕਸ਼ਨਾਂ 'ਚੋਂ ਕਾਲਾ ਪੀਲੀਆ ਹੋਇਆ, HIV ਹੋਇਆ, ਜਾਂ ਸਾਡੀਆਂ ਔਰਤਾਂ ਨੂੰ ਲਕੋਰੀਆ ਟਾਈਪ ਪਾਣੀ ਪੈਣ ਲੱਗ ਜਾਂਦਾ ਹੈ। ਅੱਜ ਕੱਲ੍ਹ ਪਿਸ਼ਾਬ ਦੀ ਇਨਫੈਕਸ਼ਨ ਬੜੀ ਕਾਮਨ ਹੋ ਗਈ ਹੈ, ਗੁਰਦੇ ਬਹੁਤ ਫੇਲ ਹੋ ਰਹੇ ਹੈ, ਲਿਵਰ ਬੜੇ ਫੇਲ ਹੋ ਰਹੇ ਹੈ, ਸਾਰਾ ਵਰਤਾਰਾ, ਕਿਤੇ ਇਮਿਊਨਿਟੀ ਬਹੁਤ ਘੱਟ ਹੈ, ਲੜਨ ਸ਼ਕਤੀ ਸਰੀਰ ਦੀ ਬਹੁਤ ਘੱਟ ਹੈ। ਤਾਂ ਸਾਰਾ ਵਰਤਾਰਾ ਜਿਹੜਾ ਹੋ ਰਿਹਾ, ਉਸ ਵਰਤਾਰੇ 'ਚ ਕੈਂਸਰ ਇੱਕ ਖਾਸ ਥਾਂ ਰੱਖਦਾ ਹੈ, ਜਿਹਦੇ 'ਚ ਕਿ ਕੈਂਸਰ ਦਾ ਦੋ ਗੱਲਾਂ ਨੇ। ਤਾਂ ਕੈਂਸਰ ਦਾ ਜਦੋਂ ਕੈਂਸਰ ਦਾ ਠੱਪਾ ਲੱਗਿਆ ਤਾਂ ਬੰਦੇ ਤੇ ਸਮਝੋ ਮੌਤ ਦਾ ਠੱਪਾ ਲੱਗ ਗਿਆ। ਡਰ ਬਹੁਤ ਮੇਰੇ ਖਿਆਲ ਜ਼ਿਆਦਾ ਡਰ ਇਸੇ ਕਰਕੇ ਨਾ ਕਿ ਕੈਂਸਰ ਦਾ ਮਤਲਬ ਮੌਤ, ਪੱਕੀ ਮੌਤ। ਔਰ ਕਿਸੇ ਹੱਦ ਤੱਕ ਸਹੀ ਵੀ ਗੱਲ, ਕਿਉਂਕਿ ਕੈਂਸਰ ਦੇ ਬਹੁਤ ਥੋੜ੍ਹੇ ਮਰੀਜ਼ ਜਿਹੜੇ ਨੇ ਇਹ 5 ਸਾਲ ਦੀ ਸਰਵਾਈਵਲ ਨੂੰ, ਜਿਹੜਾ ਸਾਡਾ ਮੈਡੀਕਲ ਪ੍ਰੋਫੈਸ਼ਨ ਉਹਨੂੰ ਕਿਉਰ ਮੰਨਦਾ। ਜੇ ਕੋਈ ਕੈਂਸਰ ਦਾ ਮਰੀਜ਼ 5 ਸਾਲ ਜਿਉਂਦਾ ਰਹਿ ਗਿਆ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ, ਤਾਂ ਅਸੀਂ ਕਹਿੰਦੇ ਵੀ ਕਿਉਰ ਹੋ ਗਿਆ। ਅਤੇ 5 ਸਾਲ ਦੀ ਸਰਵਾਈਵਲ ਜਿਹੜੀ ਹੈ ਉਹ ਬਹੁਤ ਥੋੜ੍ਹੇ ਲੋਕਾਂ ਦੀ ਹੁੰਦੀ ਹੈ, ਉਹ 15-20% ਤੋਂ ਉੱਪਰ ਨਹੀਂ ਹੈਗੇ। ਮਤਲਬ 80% ਮਰੀਜ਼ 5 ਸਾਲ ਆਪ ਹੀ ਗੁਜ਼ਰ ਜਾਂਦੇ ਆ। ਸੋ 5 ਸਾਲ ਦੇ ਵਿੱਚ ਹੀ। ਸੋ ਇਹਦਾ ਮਤਲਬ ਹੈ ਕਿ ਜਿਹੜਾ ਬਿੱਲਾ ਇਹਦੇ ਨਾਲ ਜਿਹੜਾ ਡਰ ਬੈਠਿਆ ਹੋਇਆ, ਕਿਤੇ ਨਾ ਕਿਤੇ ਕਾਫੀ ਸੱਚਾ ਡਰ ਹੈ ਉਹ। ਹਾਲਾਂਕਿ ਜਿਹੜੀ ਕੈਂਸਰ ਦੀ ਰਵਾਇਤੀ ਇਲਾਜ ਹੈ, ਕੀਮੋਥੈਰੇਪੀ ਹੈ, ਰੇਡੀਓਥੈਰੇਪੀ ਹੈ ਜਾਂ ਸਰਜਰੀ ਹੈ, ਬਹੁਤ ਐਡਵਾਂਸ ਹੋ ਗਈ ਹੈ ਹੁਣ, ਅਤੇ ਉਹ ਬਹੁਤ ਕਮਰਸ਼ਲਾਈਜ਼ ਵੀ ਹੋ ਗਈ ਹੈ, ਔਰ ਬਹੁਤ ਵੱਡਾ ਇੱਕ ਧੰਦਾ ਬਣ ਗਿਆ ਦੁਨੀਆ 'ਚ। ਜੇ ਅਗਰ ਕੋਈ ਸਭ ਤੋਂ ਵੱਡੇ ਧੰਦਿਆਂ ਦੀ ਗੱਲ ਕਰੀਏ ਤਾਂ ਕੈਂਸਰ ਦਾ ਇਲਾਜ ਦਾ ਧੰਦਾ ਜਿਹੜਾ ਸਭ ਤੋਂ ਵੱਡਾ ਧੰਦਾ, ਕਿਉਂਕਿ ਉਹ ਲੱਖਾਂ ਰੁਪਈਏ ਤੁਹਾਡੇ ਇੱਕੋ ਹੀ ਪਰਿਵਾਰ 'ਚੋਂ ਨਿਕਲ ਕੇ ਤੜ ਉਹਦੀ ਜੇਬ 'ਚੋਂ ਨਿਕਲਦੇ ਆ, ਅਤੇ ਕੰਪਨੀਆਂ ਦੀ ਜੇਬ 'ਚ ਪੈ ਜਾਂਦੇ ਆ, ਜਾਂ ਹਸਪਤਾਲਾਂ ਦੀ ਜੇਬ 'ਚ ਪੈ ਜਾਂਦੇ ਆ, ਜਾਂ ਡਾਕਟਰਾਂ ਦੀ ਜੇਬ 'ਚ ਪੈ ਜਾਂਦੇ ਆ। ਲੱਖਾਂ ਰੁਪਈਏ। ਇਹ ਇੰਨਾ ਤੇਜ਼ੀ ਨਾਲ ਪੈਸੇ ਦਾ ਫਲੋ ਜਿਹੜਾ ਉਹ ਕਿਸੇ ਹੋਰ ਧੰਦੇ 'ਚ ਨਹੀਂ ਹੁੰਦਾ, ਕਿਸੇ ਹੋਰ ਇਲਾਜ 'ਚ ਨਹੀਂ ਹੁੰਦਾ। ਇਸ ਕਰਕੇ ਉਹ ਜਿਹੜਾ ਇਹ ਇਲਾਜ ਹੈ ਆਪਾਂ ਉਹ ਮਹਿੰਗਾ ਬਹੁਤ ਹੈ, ਅਤੇ ਪਰਿਵਾਰ ਦੀ ਤਬਾਹੀ ਬਹੁਤ ਹੁੰਦੀ ਹੈ। ਜਿੱਥੇ ਸਰੀਰ ਦੀ ਸਿਹਤ ਦੀ ਤਬਾਹੀ ਹੋਈ, ਜਿੱਥੇ ਪਰਿਵਾਰ ਇਲਾਜ ਕਰਾਉਂਦਾ ਹਫਦਾ ਹੋਰ ਵੀ ਬੰਦੇ ਬਿਮਾਰ ਹੋ ਜਾਂਦੇ ਆ, ਜਿੱਥੇ ਪਰਿਵਾਰ ਦੇ ਜਿਹੜੇ ਬਾਕੀ ਖਰਚੇ ਹੋਣੇ ਸੀ, ਕੋਈ ਬੱਚਿਆਂ ਦੀ ਵਿੱਦਿਆ 'ਤੇ ਹੋਣਾ ਸੀ, ਕੋਈ ਵਿਆਹ ਸ਼ਾਦੀ 'ਤੇ ਹੋਣਾ ਸੀ, ਕੋਈ ਹੋਰ ਕਿਸੇ ਨੇ ਮਕਾਨ ਬਣਾਉਣਾ ਸੀ, ਉਹ ਸਾਰੇ ਦਾ ਸਾਰਾ ਰੁਲ ਜਾਂਦਾ। ਉਹ ਬੰਦੇ ਜੀ ਨੂੰ ਬਚਾਉਂਦੇ ਆਪਣੇ ਆਪ ਨੂੰ ਕੰਗਾਲ ਹੋ ਜਾਂਦੇ ਆ। ਉਧਰੋਂ ਤਬਾਹੀ ਹੁੰਦੀ ਹੈ, ਲੇਕਿਨ ਦੂਜੇ ਪਾਸੇ ਬਹੁਤ ਵੱਡੇ ਮਾਤਰਾ ਜਿਹੜੇ ਪੈਸਾ ਉਹ ਤਰੱਕੀ ਹੁੰਦੀ ਹੈ ਕੰਪਨੀਆਂ ਦੀ। ਅਤੇ ਤਾਂ ਇਹ ਜਿਹੜੀ ਇੰਨੀ ਵੱਡੀ ਜਿਹੜੀ ਤਬਾਹੀ ਹੋ ਰਹੀ ਹੈ, ਇੱਕ ਪਾਸੇ ਆਮ ਜਨਤਾ ਦੀ ਤਬਾਹੀ ਹੋ ਰਹੀ, ਅਤੇ ਵੱਡੇ ਪੈਸਾ ਧੜ ਇਹ ਇੱਦਾਂ ਦਾ ਕਿਸੇ ਸਿੰਗਲ ਅਗਰ ਕੋਈ ਪੇਸ਼ਾ ਦੇਖਣਾ ਹੋਵੇ ਤਾਂ ਸਿੰਗਲ ਕੋਈ ਗੱਲ ਕੋਈ ਇਕੱਲਾ ਤਾਂ ਮੇਰਾ ਕੈਂਸਰ ਇੱਕ ਬੁੱਧੀ ਉਦਾਹਰਨ ਹੈ। ਇੱਕ ਤਾਂ ਇਹ ਪੱਖ ਹੈ। ਦੂਜਾ ਪੱਖ ਹੈ ਕਿ ਕੈਂਸਰ ਜਦੋਂ ਹੋ ਜਾਂਦਾ ਤਾਂ ਫਿਰ ਉਹਦਾ ਜਿਹੜੇ ਇਹ ਇਲਾਜ ਨੇ, ਕੀਮੋ, ਰੇਡੀਓ ਅਤੇ ਜਿਹੜੀ ਸਰਜਰੀ ਹੈ, ਇਹਦੇ ਨਾਲ ਉਹੀ ਮੈਂ ਦੱਸਿਆ ਵੀ 20% ਤੋਂ ਉੱਪਰ ਬੰਦੇ 5 ਸਾਲ ਤੋਂ ਉੱਪਰ ਕੱਟਦੇ ਨਹੀਂ, 80% ਬੰਦੇ ਜਿਹੜੇ ਉਹ। ਇਹ ਸਾਰੇ ਦਾ ਸਾਰਾ ਜਿਹੜਾ ਸੀਨ ਹੈ ਸਾਡੇ ਸਾਹਮਣੇ ਡਰਾਉਣਾ ਇਸ ਕਰਕੇ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਡਰ ਬਹੁਤ ਹੈ, ਤਾਂ ਡਰ ਸੱਚਾ ਵੀ ਹੈ ਕਿਸੇ ਹੱਦ ਤੱਕ। ਔਰ ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਬਦਲਵਾਂ ਇਲਾਜ ਸੋਚੀਏ ਅਤੇ ਬਦਲਵੇਂ ਢੰਗ ਨਾਲ ਸੋਚੀਏ, ਤਾਂ ਇਹਨੂੰ ਰੋਕਣਾ ਬਹੁਤ ਹੱਦ ਤੱਕ ਸੰਭਵ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਕਹਿੰਦੇ ਮੁੱਢਲੇ ਕਾਰਨ ਕੀ ਨੇ, ਜੜ ਕਿੱਥੇ ਹੈ ਦੀ ਜੜ, ਮੈਂ ਸਮਝਦਾ 3-4 ਚੀਜ਼ਾਂ ਮੁੱਖ ਨੇ। ਖਾਸ ਕਰਕੇ ਡਾਕਟਰ ਸਾਹਿਬ ਹੁਣ ਪੰਜਾਬ 'ਚ ਬਹੁਤ ਜ਼ਿਆਦਾ ਮਤਲਬ ਕਿ ਉਹ ਹੋ ਰਿਹਾ, ਬੇਹੱਦ ਵੱਧ ਰਿਹਾ। ਪਿੰਡਾਂ ਦੇ ਵਿੱਚ ਮਤਲਬ ਤਰਾਹੀ ਮੱਚੀ ਪਈ ਹੈ। ਮਾਲਵੇ ਦੇ ਘਰ 'ਚ ਕੈਂਸਰ ਹੈ, ਅੱਗਾਂ ਦੁਆਬੇ ਅਤੇ ਮਾਝੇ ਅਤੇ ਪੁਆਧ 'ਚ ਵੀ ਕੋਈ ਘੱਟ ਨਹੀਂ ਹੈ, ਬਸ ਥੋੜ੍ਹਾ ਬਹੁਤਾ ਹੀ ਫਰਕ ਹੈ। ਤਾਂ ਉਹਦਾ ਜਿਹੜਾ ਮੁੱਖ ਕਾਰਨ ਜਿਹੜਾ ਸਮਝ ਆ ਰਿਹਾ ਇਸ ਵੇਲੇ,
ਉਹ ਹੈਗਾ ਕਿ ਜਿਹੜਾ ਸਾਡੇ ਆਲੇ ਦੁਆਲੇ ਜਿਹੜਾ ਖਤਰਨਾਕ ਰਸਾਇਣਾਂ ਦਾ ਵਰਤਾਰਾ ਹੈ, ਖਤਰਨਾਕ ਕੈਮੀਕਲ ਦਾ ਵਰਤਾਰਾ ਬਹੁਤ ਜ਼ਿਆਦਾ ਹੋ ਗਿਆ। ਅਤੇ ਸਾਡੇ ਖੂਨ ਦੇ ਵਿੱਚ, ਸਾਡੇ ਸਰੀਰ ਦੇ ਅੰਦਰ ਇੱਕ ਟਾਈਮ 'ਤੇ ਸੈਂਕੜੇ ਕਿਸਮ ਦੇ ਜ਼ਹਿਰਾਂ ਦੀ ਕਾਕਟੇਲ ਸਾਡੇ ਸਰੀਰ ਦੇ ਅੰਦਰ ਹੈ। ਅੱਜ ਆਪਾਂ ਜਿੱਥੇ ਬੈਠੇ ਹਾਂ, ਇੱਕ ਬਹੁਤ ਹੀ ਉਹ ਘਰ ਹੈ, ਸਾਡਾ ਦੋਸਤ ਬਹੁਤ ਹੀ ਨੇਕ ਇਨਸਾਨ ਹੈ ਔਰ ਬਹੁਤ ਪਵਿੱਤਰ ਘਰ ਹੈ, ਕਿਉਂਕਿ ਉਹ ਖੇਤੀ ਨੂੰ ਛੱਡ ਕੇ, ਜਿਹੜੀ ਖੇਤੀ ਜ਼ਹਿਰਾਂ ਦਾ ਸਭ ਤੋਂ ਵੱਡਾ ਸਰੋਤ ਹੈ, ਜਿਹੜੇ ਆਪਾਂ ਜ਼ਹਿਰਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਕਿ ਸੈਂਕੜੇ ਕਿਸਮ ਦੇ ਜ਼ਹਿਰ ਨੇ, ਉਹ ਖੇਤੀ 'ਚ ਜ਼ਿਆਦਾ ਨੇ, ਚਾਹੇ ਤਾਂ ਉਹ ਸਪਰੇਅ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਸ਼ਕਲ 'ਚ ਨੇ, ਚਾਹੇ ਉਹ ਜਿਹੜਾ ਥੱਲੜਾ ਜ਼ਮੀਨ ਦਾ ਪਾਣੀ ਧੜ ਕੱਢ ਕੇ ਉਹਨੂੰ ਉੱਪਰ ਖਿਡਾਈ ਜਾ ਰਹੇ ਹਾਂ, ਉਹਦੇ 'ਚ ਜਿਹੜੇ ਭਾਰੀ ਤੱਤਾਂ ਅਤੇ ਹੋਰ ਜਿਹੜੇ ਪਦਾਰਥ ਥੱਲੇ ਖਤਰਨਾਕ ਨੇ, ਯੂਰੇਨੀਅਮ ਵਰਗੇ, ਉਹ ਅਸੀਂ ਉੱਪਰ ਖਿਡਾ ਰਹੇ ਹਾਂ। ਉਹ 200-300 ਫੁੱਟ, 400-400, 500 ਫੁੱਟ ਤੋਂ ਪਾਣੀ ਕੱਢ ਕੇ ਅਸੀਂ ਉੱਪਰ ਖਿਡਾਈ ਜਾ ਰਹੇ ਹਾਂ। ਉਹ ਵੀ ਇੱਕ ਬਹੁਤ ਖਤਰਨਾਕ ਕਿਸਮ ਦਾ ਵਰਤਾਰਾ ਹੈ, ਅਤੇ ਉਹ ਖਾਸ ਕਰਕੇ ਜਿਹੜੀ ਜੀਰੀ ਵਾਲਾ ਵਰਤਾਰਾ ਹੈ ਸਾਰਾ, ਅਤੇ ਕਿਤੇ ਨਾ ਕਿਤੇ ਬਹੁਤ ਇਹ ਜਿਹੜਾ, ਉਸ ਤੋਂ ਇਲਾਵਾ ਉਹ ਬਾਕੀ ਪ੍ਰਦੂਸ਼ਣ ਹੈ ਜਿਹੜਾ ਜੋ ਇੰਡਸਟਰੀ ਨੇ ਸਾਡੇ ਦਰਿਆਵਾਂ ਦਾ ਹੱਲ ਕੀਤਾ, ਉਹ ਵੀ ਆਪਣਾ ਉਹ ਪਾ ਰਿਹਾ ਯੋਗਦਾਨ। ਜੋ ਅਸੀਂ ਫੂਡ ਦਾ ਇੰਡਸਟਰੀਲਾਈਜੇਸ਼ਨ ਕੀਤੀ ਹੈ, ਸਨਅਤੀਕਰਨ ਕੀਤਾ, ਕਿ ਅਸੀਂ ਨੇਚਰਲ ਫੂਡ ਖਾਣਾ ਭੁੱਲ ਹੀ ਗਏ ਹਾਂ। ਸਾਡੇ ਥਾਲੀ ਦੇ ਵਿੱਚ ਅੱਜ ਜਿੰਨੇ ਆਮ ਪਰਿਵਾਰ ਦੇ ਥਾਲੀ 'ਚ ਫੂਡ ਆਉਂਦਾ, ਉਹਦੇ 'ਚੋਂ ਬਹੁਤ ਵੱਡਾ ਹਿੱਸਾ ਜਿਹੜਾ ਇੰਡਸਟਰੀਅਲ ਫੂਡ ਹੈ। ਅੱਜ ਸਾਡਾ ਦੁੱਧ ਇੰਡਸਟਰੀਅਲ ਹੋ ਗਿਆ, ਸਾਡੀ ਫਸਲਾਂ ਇੰਡਸਟਰੀਅਲ ਹੋ ਗਈਆਂ ਨੇ, ਸਾਡੇ ਅੱਗੇ ਤੇਲ ਇੰਡਸਟਰੀਅਲ ਹੋ ਗਏ ਆ, ਸਾਡਾ ਬੋਤਲਾਂ ਰੰਗ ਭਾਂਤ ਦੀਆਂ ਜੂਸਸ ਅਤੇ ਡਰਿੰਕਸ ਅਤੇ ਖਾਣੇ ਅਤੇ ਸਨੈਕਸ ਅਤੇ ਰੈਸਟੋਰੈਂਟਾਂ ਦੇ ਹਰ ਚੀਜ਼ ਜਿਹੜੀ ਇੰਡਸਟਰੀਅਲ ਹੋ ਗਈ ਹੈ। ਅਤੇ ਇੰਡਸਟਰੀ ਦੇ ਥਰੂ ਜਦੋਂ ਖਾਣਾ ਆ ਜਾਂਦਾ ਤਾਂ ਉਹਦੇ ਵਿੱਚ ਭਾਂਤ ਦੇ ਜ਼ਹਿਰ ਉਹਦੇ 'ਚ ਐਡ ਹੋ ਜਾਂਦੇ ਆ, ਅਤੇ ਉਹ ਆਪਣੀ ਕਿਸਮ ਦੇ ਜਿਹੜੇ ਦੇਖੋ, ਪਹਿਲਾਂ ਤਾਂ ਅਸੀਂ ਪੈਦਾ ਕਰਨ ਲੱਗਿਆਂ ਜ਼ਹਿਰ ਪਾਏ। 3 ਕਿਸਮ ਦੇ ਵੱਡੇ ਜ਼ਹਿਰ ਨੇ, ਕੀਟਨਾਸ਼ਕ ਨੇ, ਨਦੀਨਨਾਸ਼ਕ ਨੇ ਅਤੇ ਖਾਦਾਂ ਨੇ। ਹੁਣ ਕੈਮੀਕਲ ਖਾਦਾਂ ਅਤੇ ਫਾਸਫੇਟ ਫਰਟੀਲਾਈਜ਼ਰ ਸਿੰਪਲ ਲੈ ਲਈਏ ਆਪਾਂ। ਆਹ ਹੁਣ ਰੌਲਾ ਪਿਆ ਪਿੱਛੇ ਜੇ ਨਾ ਵੀ ਫਾਸਫੇਟ ਮਹਿੰਗੀ ਹੋ ਗਈ। ਤੁਸੀਂ ਦੁਨੀਆ ਦੀ ਹਿਸਟਰੀ ਦੇਖੋ, ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਫਾਸਫੇਟ ਫਰਟੀਲਾਈਜ਼ਰ ਯੂਜ਼ ਕਰਨ ਦੀ ਪਰਮਿਸ਼ਨ ਨਹੀਂ ਹੈ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਜੀ। ਤੁਸੀਂ ਅਮਰੀਕਾ 'ਚ ਮੈਨੂੰ ਕੋਈ ਬੰਦਾ ਫਾਸਫੇਟ ਫਰਟੀਲਾਈਜ਼ਰ ਛਿੜਕ ਕੇ ਦਿਖਾ ਦੇਵੇ ਬਿਨਾਂ ਸਰਕਾਰ ਦੀ ਮਨਜ਼ੂਰੀ ਲੈ। ਫਾਸਫੇਟ ਫਰਟੀਲਾਈਜ਼ਰ ਉਹ ਖਤਰਨਾਕ ਫਰਟੀਲਾਈਜ਼ਰ ਹੈ ਜਿਹੜੀ ਕਿ ਫੁੱਲ ਆਫ ਕੈਮੀਕਲਸ ਹੈ। ਉਰੇ ਤਾਂ ਆਪਣੇ ਉਹ ਹੈ ਜੀ, ਕੁੱਲਾ ਕੋਈ ਮੁੱਦਾ ਹੀ ਨਹੀਂ। ਖੁੱਲ੍ਹ ਮੈਂ ਜਲੰਧਰ ਤੁਸੀਂ ਜਾ ਕੇ ਦਿਖਵਾ ਲੂਆਂ ਦੀ ਬੈਲਟ 'ਚ 8-8 ਬੋਰੀਆਂ ਕਿੱਲੇ ਦੀਆਂ, 8-8 ਬੋਰੀਆਂ। ਕੋਈ ਦੁਨੀਆ ਦਾ ਖਿੱਤਾ ਦਿਖਾ ਦਿਓ ਮੈਨੂੰ ਜਿਹੜਾ ਇੰਨੀ ਫਾਸਫੇਟ ਫਰਟੀਲਾਈਜ਼ਰ ਯੂਜ਼ ਕਰ ਰਿਹਾ ਹੋਵੇ। ਤਾਂ ਇਹ ਜਿਹੜਾ ਵਰਤਾਰਾ ਹੋ ਰਿਹਾ, ਜਿੱਥੇ ਯੂਰੀਆ ਹੈ, ਫਾਸਫੇਟ ਫਰਟੀਲਾਈਜ਼ਰ ਜਿਹੜੀ ਹੈ ਦੁਨੀਆ 'ਚ ਇੱਕ ਕਿਸਮ ਦੀ ਬੈਂਡ ਫਰਟੀਲਾਈਜ਼ਰ ਹੈ। ਬਹੁਤ ਹੀ ਕਿਤੇ ਤੁਸੀਂ ਆਪਣੀ ਪਹਿਲਾਂ ਤਾਂ ਸੋਇਲ ਦੀ ਰਿਪੋਰਟ ਲਿਆਓ ਜੀ, ਤੁਹਾਡੇ ਫਾਸਫੇਟ ਘੱਟ ਹੈ, ਫਿਰ ਵਰਤੋ, ਫਿਰ ਤੁਸੀਂ ਉਹਦੇ ਸਾਇੰਟਿਸਟ ਤੋਂ ਲਿਖਾ ਕੇ ਲਿਆਓ, ਫਿਰ ਤੁਸੀਂ ਉਹਦੀ ਜਾ ਕੇ ਖਰੀਦ ਕੇ ਲਿਆਓ, ਫਿਰ ਉਹਦੀ ਪਰਮਿਸ਼ਨ ਲਈ ਅਪਲਾਈ ਕਰੋ। ਮਤਲਬ ਬਹੁਤ ਹੀ ਕੰਪਲੈਕਸ ਹੈ ਔਰ ਬੜੀ ਘੱਟ ਵਰਤਣ ਦਿੰਦੇ ਹੋ, ਕਿਉਂ ਉਹਨਾਂ ਨੂੰ ਪਤਾ ਵੀ ਫਾਸਫੇਟ ਫਰਟੀਲਾਈਜ਼ਰ ਤਬਾਹੀ ਦਾ ਕਿਨਾਰਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜੇ ਅਸੀਂ ਇਹਦੀ ਪ੍ਰੋਡਕਸ਼ਨ ਵੱਲ ਜਾਈਏ, ਅਸੀਂ ਫਾਸਫੇਟ ਫਰਟੀਲਾਈਜ਼ਰ ਕਿੱਥੋਂ ਆ ਰਹੀ ਹੈ? ਇਹ ਯੂਰੇਨੀਅਮ ਮਾਈਨਸ 'ਚੋਂ ਆ ਰਹੀ ਹੈ। ਯੂਰੇਨੀਅਮ ਲੱਭਣ ਵਾਲੀਆਂ, ਜਿਹੜੀਆਂ ਯੂਰੇਨੀਅਮ ਕੱਢਣ ਵਾਲੀਆਂ ਮਾਈਨਸ ਸੀਗੀਆਂ, ਜਦੋਂ ਯੂਰੇਨੀਅਮ ਕੱਢਣਾ ਉਹ 'ਚੋਂ ਬੰਦ ਹੋ ਜਾਂਦਾ ਹੈ ਤਾਂ ਉਹਦਾ ਜਿਹੜਾ ਰਹਿੰਦ ਖੂੰਹਦ ਰਹਿ ਜਾਂਦੀ ਹੈ, ਉਹਦੀ ਫਾਸਫੇਟ ਫਰਟੀਲਾਈਜ਼ਰ ਬਣਦੀ। ਉਹਦੇ 'ਚ ਯੂਰੇਨੀਅਮ ਕਿਉਂ ਨਹੀਂ ਹੋਊਗਾ? ਯੂਰੇਨੀਅਮ ਮਾਈਨ 'ਚੋਂ ਕੱਢ ਰਹੇ ਹੋ ਤੁਸੀਂ। ਆ ਪਿੱਛੇ ਜੇ ਆਪਣੇ ਇੱਕ ਸ਼ਾਇਦ ਥਾਨੇ ਹੀ ਉਹ ਕਰੇ ਤਾਂ ਜੀ, ਫਰੀਦਕੋਟ ਪਾਣੀ ਯੂਰੇਨੀਅਮ ਸਾਰੇ ਨਿਆਣੇ ਬਹੁਤ ਆਈ ਆ। ਉਹ ਤਾਂ ਹੁਣ ਐਸਟੈਬਲਿਸ਼ ਹੋ ਗਈ ਨਾ ਗੱਲ। ਜਦੋਂ ਅਸੀਂ ਕਰਿਆ ਸੀਗਾ ਉਹ ਯੂਰੇਨੀਅਮ ਵਾਲੀ ਗੱਲ, ਉਹ ਸਾਡੇ ਤਾਂ ਗੱਲ ਨੂੰ ਰੌਲਾ ਪਿਆ ਜਦੋਂ ਸਾਡੇ, ਹਾਂ ਅਸੀਂ ਤਾਂ ਫਿਰ ਰੌਲਾ ਪਾਇਆ ਕਿ ਸਾਨੂੰ ਪਤਾ ਸੀ ਸਾਡੀ ਸੁਣੀ ਨਹੀਂ ਜਾਣੀ। ਅਸੀਂ ਮੀਡੀਆ ਚਲੇ ਗਏ, ਮੀਡੀਆ ਨੇ, ਚਲੋ ਅਸੀਂ ਖੁਸ਼ਕਿਸਮਤ ਰਹਿ ਕਿ ਮੀਡੀਆ ਨੇ ਸਾਡੀ ਗੱਲ ਨੂੰ ਇੰਪੋਰਟੈਂਸ ਦਿੱਤੀ, ਮੀਡੀਆ ਨੇ ਲਾਇਆ। ਅਤੇ ਫਿਰ ਜਦੋਂ ਜੋ ਅਸੀਂ ਸਾਡੇ ਨਾਲ ਗੁੱਸੇ ਹੋਏ ਉਹ ਆ ਕੇ ਬਾਰਕ ਵਾਲੇ, ਤੁਸੀਂ ਐਂ ਕਿਵੇਂ ਕਹਿਤੀ ਏਡੀ ਵੱਡੀ ਗੱਲ, ਤੁਸੀਂ ਐਡੇ ਵੱਡੇ ਕਿੱਥੋਂ ਸਾਇੰਟਿਸਟ ਹੋ ਗਏ, ਤੁਹਾਡੀ ਕੀ ਔਕਾਤ ਹੈ, ਤੁਹਾਡੀ ਕੀ। ਅਸੀਂ ਬਹੁਤ ਗੁੱਸੇ। ਫਿਰ ਜਦੋਂ ਮੈਨੂੰ ਨਾ ਹੀ ਹਟੇ, ਫਿਰ ਮੈਨੂੰ ਵੀ ਗੁੱਸੇ ਨਾਲ ਬੋਲਣਾ ਪਿਆ ਵੀ ਅਸੀਂ ਇੱਕ ਛੋਟੀ ਜਿਹੀ ਸੰਸਥਾ, ਅਸੀਂ ਤੁਹਾਨੂੰ ਫਾਈਂਡਿੰਗ ਕੱਢ ਕੇ ਦੇ ਦਿੱਤੀ ਹੈ ਵੀ ਸਾਡੇ ਬੱਚਿਆਂ ਦੇ ਵਾਲਾਂ 'ਚ ਯੂਰੇਨੀਅਮ ਲੈਵਲ ਹਾਈ ਆਇਆ, ਔਰ ਉਹਨੂੰ ਤਾਂ ਉਸ ਰਿਪੋਰਟ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਆਹ ਸਾਡੀ ਉਹ ਲੈਬੋਰਟਰੀ ਜਿੱਥੇ ਅਸੀਂ ਟੈਸਟ ਕਰਾਇਆ, ਆਹ ਸਾਡਾ ਸਾਇੰਟਿਸਟ ਹੈ ਜਿਹਦੇ ਥਰੂ ਟੈਸਟ ਕਰਾਇਆ, ਇਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ। ਅਸੀਂ ਤੁਹਾਨੂੰ ਇੱਕ ਫਾਈਂਡਿੰਗ ਦੇ ਦਿੱਤੀ ਹੈ ਵੀ ਸਾਡੇ ਬੱਚਿਆਂ ਦੇ ਵਾਲਾਂ 'ਚ ਯੂਰੇਨੀਅਮ ਹੈ। ਵਾਲਾਂ 'ਚ ਕਿੱਥੋਂ ਆਇਆ? ਵਾਤਾਵਰਨ ਤੋਂ ਆਇਆ। ਵਾਤਾਵਰਨ 'ਚ ਕਿੱਥੋਂ ਆਇਆ? ਤੁਸੀਂ ਲੱਭੋ। ਇਹ ਹੁਣ ਤੁਹਾਡਾ ਕੰਮ ਹੈ, ਸਾਡਾ ਕੰਮ ਥੋੜ੍ਹਾ। ਤੁਸੀਂ ਸਾਡੇ ਧੰਨਵਾਦੀ ਹੋਣ ਦੀ ਬਜਾਏ ਤੁਸੀਂ ਸਾਨੂੰ ਘੂਰ ਰਹੇ ਹੋ। ਫਿਰ ਚੁੱਪ ਕੀਤੇ ਹੋ। ਫਿਰ ਅਲਟੀਮੇਟਲੀ ਉਹਨਾਂ ਨੇ ਜਾ ਕੇ ਉਹਨੂੰ ਆਰਡਰ ਹੋਇਆ ਕਿ ਤੁਸੀਂ ਪਾਣੀ ਟੈਸਟ ਕਰਾਓ। ਜੋ ਪਾਣੀ ਟੈਸਟ ਕਰਾਇਆ, ਸਾਰੀ ਗੱਲ ਪ੍ਰੂਵ ਹੋ ਗਈ ਕਿ ਵੀ ਪਾਣੀ 'ਚ ਹਾਈ ਹੈ, ਸਾਰੇ ਵਾਤਾਵਰਨ 'ਚ ਆਈ, ਫੂਡ ਚੇਨ 'ਚ ਆ ਗਿਆ। ਹੁਣ ਤਾਂ ਪ੍ਰੂਵ ਹੋ ਗਿਆ ਕਿ ਫੂਡ ਚੇਨ 'ਚ ਵੀ ਯੂਰੇਨੀਅਮ ਹਾਈ ਹੈ, ਪਾਣੀ 'ਚ ਵੀ ਹਾਈ ਹੈ, ਸਾਡੀ ਮਿੱਟੀ 'ਚ ਵੀ ਹਾਈ ਹੈ।
ਪਿੱਛੇ ਡਾਕਟਰ ਸਾਹਿਬ ਇੱਕ ਹੋਰ ਵੀ ਆਈ ਤੇ ਔਰ ਕੋਈ ਅਜੇ ਤੱਕ ਜਵਾਬ ਨਹੀਂ ਦੇ ਸਕਿਆ, ਕੋਈ ਸਰਕਾਰ ਜਵਾਬ ਨਹੀਂ ਦੇ ਸਕੀ ਕਿ ਤੁਹਾਡੇ ਕੋਲ ਕਾਰਨ ਦੱਸੋ, ਇਹਦਾ ਕਾਰਨ ਕੀ ਹੈ, ਨਹੀਂ ਦੱਸਿਆ। ਅਸੀਂ ਆਪਣੀ ਰਿਸਰਚ ਦੇ ਸਿਰ ਤੇ ਕਹਿ ਰਹੇ ਹਾਂ ਕਿ ਇਹਦਾ ਕਾਰਨ ਡੀਪ ਗਰਾਊਂਡ ਵਾਟਰ ਹੈ ਜਿਹੜਾ ਤੁਸੀਂ ਧੜਾਧੜ ਥੱਲਿਓਂ ਉੱਪਰ ਕੱਲੇ ਆ ਰਹੇ ਹੋ, ਔਰ ਦੂਸਰੀ ਤੁਹਾਡੀ ਫਾਸਫੇਟ ਫਰਟੀਲਾਈਜ਼ਰ ਨੇ। ਦੋ ਸਭ ਤੋਂ ਵੱਡੇ ਕਾਰਨ ਨੇ ਜਿਹਦੇ ਯੂਰੇਨੀਅਮ ਹਾਈ ਹੋ ਰਿਹਾ। ਤਾਂ ਨਹੀਂ ਇਹਨਾਂ ਨੇ ਆਪਣੇ ਵੱਲੋਂ ਨਾ ਤਾਂ ਕੋਰਟਾਂ ਨੂੰ ਇਹ ਜਵਾਬ ਦਿੰਦੇ, ਹਾਈ ਕੋਰਟ 'ਚ ਕੇਸ ਚੱਲ ਰਿਹਾ, ਪੰਜਾਬ ਹਰਿਆਣਾ ਹਾਈ ਕੋਰਟ 'ਚ ਕੇਸ ਹੈ, ਨਾ ਤਾਂ ਇਹ ਜਵਾਬ ਦਿੰਦੇ ਹੈ ਕਿ ਕਾਰਨ ਕੀ ਹੈ, ਨਾ ਇਹ ਜਵਾਬ ਦਿੰਦੇ ਹੈ ਕਿ ਤੁਸੀਂ ਹੁਣ ਕੀ ਕਰੋਗੇ ਇਹਦਾ। ਹੁਣ ਹਾਈ ਹੈਗਾ ਤਾਂ ਕੀ ਕਰੋਗੇ ਨਾ, ਉਹ ਕਾਲਾ ਮਾਲਾ ਕਰ ਰੱਖਿਆ, ਕਿਉਂਕਿ ਹੈ ਨਹੀਂ ਕੁਛ ਵੀ ਕਹਿਣ ਨੂੰ ਉਹਨਾਂ ਕੋਲ, ਕਿਉਂਕਿ ਤੁਸੀਂ ਇੰਨਾ ਨੁਕਸਾਨ ਕਰ ਚੁੱਕੇ ਹੋ ਕਿ ਹੁਣ ਤੁਸੀਂ ਵਾਪਸ ਨਹੀਂ ਪਰਤ ਸਕਦੇ। ਹੁਣ ਤੁਸੀਂ ਇੱਕੋ ਤਰੀਕਾ ਹੈ ਵੀ ਤੁਸੀਂ ਆਪਣੀ ਪਾਪੂਲੇਸ਼ਨ ਨੂੰ ਹੁਣ ਕਮ ਸੇ ਕਮ ਉਹ ਜਿਹੜੇ ਉਹਨਾਂ ਦੇ ਸਰੀਰ ਕਮਜ਼ੋਰ ਹੋ ਰਹੇ ਆ, ਉਹਨੂੰ ਹੋਰ ਤਰੀਕੇ ਨਾਲ ਤਕੜਾ ਕਰੋ ਅਤੇ ਫਰਦਰ ਗੰਦ ਪਾਉਣਾ ਬੰਦ ਕਰੋ, ਫਾਸਫੇਟ ਫਰਟੀਲਾਈਜ਼ਰ ਬੰਦ ਕਰੋ, ਡੀਪ ਗਰਾਊਂਡ ਵਾਟਰ ਯੂਜ਼ ਕਰਨਾ ਬੰਦ ਕਰੋ, ਉਹ ਬੰਦ ਕਰੋ ਤਾਂ ਕਿ ਹੌਲੀ ਹੌਲੀ ਕੁਦਰਤ ਜਿਹੜੀ ਆ ਉਹਨੂੰ ਸਾਫ਼ ਕਰ ਲਵੇ। ਲੇਕਿਨ ਅਸੀਂ ਅਜੇ ਤੱਕ ਕੋਈ ਗੱਲ ਹੀ ਨਹੀਂ ਸੁਣ ਰਿਹਾ। ਡਾਕਟਰ ਸਾਹਿਬ ਪਿੱਛੇ ਇੱਕ ਮੈਂ ਵੀ ਪੜ੍ਹਿਆ ਦਾ ਵੀ ਕਹਿੰਦੇ ਮਾਵਾਂ ਦੇ ਦੁੱਧ ਦੇ ਵਿੱਚ ਵੀ ਕਹਿੰਦੇ DDT ਵਗੈਰਾ ਉਹ ਬਹੁਤ ਕੁਛ। ਹਾਂ, ਇੱਕ ਇਕੱਲੀ DDT ਨਹੀਂ, DDT ਤਾਂ ਆਈ ਹੋਈ ਆਈ ਹੈ। ਇੱਕ ਮਾਂ ਦੇ ਦੁੱਧ 'ਚ 80 85 ਜਿਹੜੇ ਜ਼ਹਿਰ ਨੇ, ਔਰ ਨਾੜੂਏ 'ਚ ਜਿਹੜਾ ਨਵ ਬੱਚਾ ਜੰਮਿਆ ਬੱਚਾ, ਮਤਲਬ ਜ਼ਹਿਰ ਉਹਦੇ ਨਾੜੂਏ 'ਚ ਜਦੋਂ ਖੂਨ ਲਿਆ ਗਿਆ, ਜਿਹੜਾ ਉਹਦੇ ਖੂਨ 'ਚ ਉਹਦੇ ਨਵ ਜੰਮੇ ਬੱਚੇ ਨੂੰ ਖੂਨ ਜਾ ਰਿਹਾ ਸੀਗਾ, ਉਹਦੇ 'ਚ 80 ਕਿਸਮ ਦੇ ਜ਼ਹਿਰ। ਇਹ ਤਾਂ ਫਿਰ ਨਸਲਕੁਸ਼ੀ ਹੋ ਗਈ ਜੀ। ਨਸਲਕੁਸ਼ੀ ਹੋ ਰਹੀ ਆ, ਉਹ ਤਾਂ ਤੁਹਾਡੇ ਸਾਹਮਣੇ ਹੋ ਰਿਹਾ। ਜਦੋਂ ਬੱਚੇ ਜੰਮਣੇ ਬੰਦ ਹੋ ਰਹੇ ਆ, ਤੁਹਾਡੇ ਪ੍ਰੈਗਨੈਂਸੀਆਂ ਹੋ ਨਹੀਂ ਰਹੀਆਂ, ਜਿਹੜੀ ਕੁੜੀਆਂ ਨੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਉਹਦੇ ਅੰਡੇ ਨਹੀਂ ਬਣਦੇ, ਉਹ PCOD ਹੋ ਰਹੀ ਹੈ, ਓਵਰੀਜ਼ ਕੰਮ ਨਹੀਂ ਕਰ ਰਹੀਆਂ, ਹਾਰਮੋਨਸ ਕੰਮ ਨਹੀਂ ਕਰ ਰਹੇ, ਕੁੜੀਆਂ ਦੇ ਮੂੰਹ 'ਤੇ ਵਾਲ ਆ ਰਹੇ ਹੈ, ਉਹ ਅੰਡੇ ਬਣ ਨਹੀਂ ਰਹੇ, ਪ੍ਰੈਗਨੈਂਸੀ ਹੁੰਦੀਆਂ ਨਹੀਂ, ਜੇ ਹੋ ਜਾਂਦੀ ਹੈ ਅਬਾਰਸ਼ਨ ਹੋ ਜਾਂਦੀ ਹੈ, ਅਬਾਰਸ਼ਨ ਨਹੀਂ ਹੁੰਦੀ ਤਾਂ ਪ੍ਰੀਮੈਚੁਰ ਹੋ ਜਾਂਦਾ, ਛਮਾਇਆ ਤਬਾਹ ਹੋ ਜਾਂਦਾ, ਛਮਾਇਆ ਨਹੀਂ ਹੁੰਦਾ ਤਾਂ ਜੋ ਜੰਮਦਾ ਤਾਂ ਕਮਜ਼ੋਰ ਬਹੁਤ ਹੁੰਦਾ। ਇਹ ਵਰਤਾਰਾ ਚੱਲ ਰਿਹਾ। ਹੁਣ ਮੈਨੂੰ ਤਾਂ ਕਈ ਵਾਰੀ ਇਹ ਵੀ ਹੈਰਾਨੀ ਹੁੰਦੀ ਵੀ ਅਸੀਂ ਕਦੋਂ ਬੋਲਾਂਗੇ, ਕਦੋਂ ਡਾਕਟਰ ਸਾਹਿਬ ਤੁਹਾਨੂੰ ਲੇਖ ਵੀ ਲਿਖਿਆ ਤਾਂ ਮੈਨੂੰ ਤਾਂ ਲੱਗਦਾ ਵੀ ਉਹ ਗੱਲ ਉਹੀ ਨਹੀਂ ਤੁਸੀਂ ਲਿਖਿਆ ਤਾਂ ਇੱਕ ਵਾਰੀ ਵੀ ਪੰਜਾਬ ਇੱਕ ਮਰ ਰਹੀ ਸੱਭਿਅਤਾ। ਹਾਂ, ਉਹ ਤਾਂ 10 ਸਾਲ ਹੋ ਗਏ ਸੀ, ਅਜੀਤ 'ਚ ਲਿਖਿਆ ਸੀ, ਓਪਨਲੀ ਲਿਖਿਆ ਸੀ ਕਿ ਪੰਜਾਬ ਇੱਕ ਮਰ ਰਹੀ ਸੱਭਿਅਤਾ, ਔਰ ਬਹੁਤ ਲੋਕ ਨਾਰਾਜ਼ ਹੋਏ ਸੀ ਇਸ ਗੱਲ 'ਤੇ ਕਿ ਤੁਸੀਂ ਸਾਨੂੰ ਮਰ ਰਹੀ ਸੱਭਿਅਤਾ ਕਿੱਦਾਂ ਕਹਿ ਰਹੇ ਹੋ। ਕਿਹਾ ਸੋਚ ਸਮਝ ਗਿਆ ਸੀ, ਬਹੁਤ ਡਿਸਕਸ਼ਨ ਤੋਂ ਬਾਅਦ ਕਿਹਾ ਸੀਗਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਅਤੇ ਮਿੰਦਰ ਜੀ ਅਸੀਂ ਬਹੁਤ ਚਿਰ ਇਸ ਗੱਲ 'ਤੇ ਮਿੰਦਰ ਜੀ ਨੇ ਮੈਨੂੰ ਕਿਹਾ ਵੀ ਆਪਾਂ ਕਹਾਂਗੇ ਤਾਂ ਲੋਕ ਨਾਰਾਜ਼ ਹੋਣਗੇ ਵੀ ਤੁਸੀਂ ਪੰਜਾਬ ਸਾਡਾ ਤਾਂ ਹੱਸਦਾ ਵੱਸਦਾ ਪੰਜਾਬ ਹੈ, ਕੀ ਬੜੇ ਸੂਰਮੇ। ਹਾਂ, ਅਤੇ ਤੁਸੀਂ ਉਹਨੂੰ ਮਰ ਰਹੀ ਸੱਭਿਅਤਾ ਕਹਿ ਰਹੇ ਹੋ। ਮੈਂ ਨਹੀਂ ਕਹਾਂਗੇ ਅਸੀਂ, ਕਿਉਂਕਿ ਅਸੀਂ ਕਨਵਿੰਸਡ ਹਾਂ ਕਿ ਹੈਗੀ ਹੈ। ਔਰ ਅੱਜ ਤੁਸੀਂ ਦੇਖ ਲਓ ਹਾਲਤ ਜਿਹੜੀ ਹੈ ਸਾਡੇ ਸਾਹਮਣੇ ਆ। ਪਾਣੀ ਸਾਡਾ ਗਿਆ, ਮਿੱਟੀ ਸਾਡੀ ਗਈ, ਸਿਹਤਾਂ ਸਾਡੀਆਂ ਗਈਆਂ, ਸਾਡੇ ਆਲੇ ਵਾਲੇ ਕਾਲਜ 'ਚ ਜੰਗਲੀ ਜੀਵ ਜੰਤੂ ਸਾਡੇ ਗਏ, ਡੰਗਰ ਸਾਡੇ ਬਿਮਾਰ ਨੇ। ਬਚਿਆ ਕੀ ਤੁਹਾਡੇ ਕੋਲ ਪੰਜਾਬ 'ਚ? ਮੈਨੂੰ ਦੱਸ ਦਿਓ ਵੀ ਆਹ ਚੀਜ਼ ਸਾਡੀ ਬਚ ਗਈ ਹੈ। ਕਿਉਂਕਿ ਜਦੋਂ ਇਹੋ ਜਿਹੇ ਇਹ ਹਾਲਤ ਹੋਣ ਤਾਂ ਥੋੜ੍ਹੀ ਇਕੋਨਮੀ ਵੀ ਡਾਊਨ ਜਾਊਗੀ, ਕਿਉਂਕਿ ਇਕੋਨਮੀ ਤਾਂ ਉੱਥੋਂ ਹੀ ਪੈਦਾ ਹੋਣੀ ਨਾ, ਕੁਦਰਤੀ ਸਰੋਤਾਂ ਨੇ ਇਕੋਨਮੀ ਪੈਦਾ ਕਰਨੀ ਹੈ। ਜੇ ਤੁਹਾਡੀ ਮਿੱਟੀ ਪਾਣੀ ਵੀ ਖਰਾਬ ਹੈ, ਡੰਗਰ ਵੀ ਤੁਹਾਡੇ ਬਿਮਾਰ ਨੇ, ਤੁਹਾਡਾ ਮਨੁੱਖ ਵੀ ਬਿਮਾਰ ਹੈ, ਤਾਂ ਫਿਰ ਕੌਣ ਪੈਦਾ ਕਰੇਗਾ ਅਤੇ ਕੌਣ ਇਕੋਨਮੀ ਜਨਰੇਟ ਕਰੇਗਾ, ਕਿੱਥੋਂ ਪੈਸਾ ਆਏਗਾ? ਤਾਂ ਫਿਰ ਆਪ ਕੁਦਰਤੀ ਗੱਲ ਇਕੋਨਮੀ ਵੀ ਡਾਊਨ ਜਾਊਗੀ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉਹ ਨਾੜੂ ਆ ਜਿਹੜਾ ਉਸਕੇ ਵਿੱਚ ਵੀ ਆਇਆ ਤਾਂ ਬੱਚੇ ਕਿਆ ਬਚ ਗਿਆ? ਨਾ, ਕੁਛ ਨਹੀਂ ਬਚਿਆ, ਕੁਛ ਨਹੀਂ ਤੁਹਾਡਾ। ਤੁਹਾਡੀ ਜਿਹੜੀ ਹੈ ਅੱਗੇ ਦੀ 10-20 ਸਾਲ ਦੇ ਵਿੱਚ ਹਾਲਾਤ ਹੋਰ ਬਦ ਤੋਂ ਬਦਤਰ ਹੋ ਰਹੇ ਆ। ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਸਾਡੇ ਇੱਥੇ ਐਮਰਜੈਂਸੀ ਡਿਕਲੇਅਰ ਕਰਕੇ ਇੱਕ ਵੱਡਾ ਕਮਿਸ਼ਨ ਬੈਠਣਾ ਚਾਹੀਦਾ। ਇਹ ਸਾਰੀ ਗੱਲ 'ਚ ਇਨਵੈਸਟੀਗੇਟ ਹੋਣੀ ਚਾਹੀਦੀ ਹੈ ਕਿ ਇਹਦੇ ਕੀ ਰੂਟ ਕਾਜ਼ ਕਿੱਥੇ ਨੇ ਅਤੇ ਕੀ ਉਹਦੇ ਰੈਮੀਡੀਅਲ ਮੈਜਰਸ ਨੇ, ਔਰ ਜਿਹਨਾਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿਹੜੀ ਸਾਡੀਆਂ ਸਰਕਾਰਾਂ ਨੂੰ। ਜਿਹੜੇ ਲੋਕ ਮਰ ਰਹੇ ਆ ਵਿਚਾਰੇ, ਕੈਂਸਰ ਨਾਲ ਪ੍ਰੀਮੈਚੁਰ ਮਰ ਰਹੇ ਆ, ਕੋਈ ਹਾਰਟ ਅਟੈਕ ਨਾਲ ਪ੍ਰੀਮੈਚੁਰਲੀ ਮਰ ਰਿਹਾ, ਤੁਹਾਡੇ ਕਰਕੇ ਮਰ ਰਹੇ ਆ, ਤੁਸੀਂ ਸਾਰਾ ਕੁਝ ਖਰਾਬ ਕੀਤਾ। ਅਤੇ ਉਹਨਾਂ ਦਾ ਕੀ ਕਸੂਰ ਹੈ ਵਿਚਾਰਿਆਂ ਦਾ? ਜਿਹੜਾ ਸਰੀਰ 100 ਸਾਲ ਤੋਂ ਪਹਿਲਾਂ ਨਹੀਂ ਮਰਨਾ ਚਾਹੀਦਾ, ਉਹ ਸਰੀਰ ਜਿਹੜਾ 40 ਸਾਲ 'ਚ ਜਾ ਕੇ ਹਾਰਟ ਅਟੈਕ ਹੋ ਗਿਆ, 25 ਸਾਲ 30 ਸਾਲ 'ਚ ਮਰ ਰਿਹਾ, ਜਾਂ ਬੱਚਿਆਂ ਨੂੰ ਕੈਂਸਰ ਹੋ ਰਿਹਾ, ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ, ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ, ਉਹ ਹੈ ਵਰਤਾਰਾ ਜਿਹੜੇ ਸੀ ਆਲੇ ਦੁਆਲੇ ਕੈਮੀਕਲ ਦੇ ਅੰਬਾਰ ਲਾ ਲੇ, ਚਾਹੇ ਉਹ ਖੇਤੀ ਬੀਜਣ 'ਚ ਲਾ ਲੇ। ਬੀਜਣ ਤੋਂ ਬਾਅਦ ਤੁਸੀਂ ਦੇਖੋ ਸਟੋਰ ਜਦੋਂ ਕਰਦੇ ਹਾਂ ਆਪਾਂ, ਸਟੋਰੇਜ ਇੰਨੀ ਭੈੜੀ ਹੈ ਕਿ ਉਹਦੇ ਅੰਦਰ ਕੈਮੀਕਲ ਦੇ ਕੈਮੀਕਲ। ਜਿਹੜੀ ਕਣਕ ਮੈਨੂੰ ਦੱਸੋ 2-2 ਸਾਲ 3-3 ਸਾਲ ਉਸ ਕੈਮੀਕਲ ਵਾਲੇ ਮਾਹੌਲ 'ਚ ਸਟੋਰ ਕੀਤੀ ਪਈ ਹੈ, ਕੀ ਉਹ ਕੈਮੀਕਲ ਉਹਦੇ ਵਿੱਚ ਨਹੀਂ ਵੜੇਗਾ ਦਾਣੇ 'ਚ? ਇੰਨੇ ਗੰਦੇ ਕੈਮੀਕਲ ਪਾਏ ਜਾਂਦੇ ਆ ਉਹਨਾਂ ਸਟੋਰਾਂ ਦੇ ਵਿੱਚ। ਫਿਰ ਉਹ ਸਟੋਰਾਂ ਲਿਆ ਕੇ ਅਸੀਂ PDS ਲੋਕਾਂ ਨੂੰ ਖਵਾ ਰਹੇ ਹਾਂ, 2 ਰੁਪਏ ਕਿਲੋ 3 ਰੁਪਏ ਕਿਲੋ ਉਹ ਸਟੋਰਾਂ 'ਚ ਹੈ। ਫਿਰ ਗਾਂ ਆ ਕੇ ਜਿਹੜੀ ਅੱਗੇ ਅਸੀਂ ਰਸੋਈ 'ਚ ਜੋ ਅਸੀਂ ਚੰਨ ਚਾੜ ਰਹੇ ਹਾਂ, ਸਾਡੇ ਫੂਡ ਅਨਨੈਚੁਰਲ ਨੇ ਸਾਰੇ ਦੇ ਸਾਰੇ, ਉਹ ਨਹੀਂ ਖਾ ਰਹੇ। ਨੈਚੁਰਲ ਫੂਡ ਅਸੀਂ ਖਾ ਨਹੀਂ ਰਹੇ, ਸਾਰਾ ਇੰਡਸਟਰੀਅਲ ਫੂਡ ਹੈ। ਤਾਂ ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਾਨੂੰ ਬਹੁਤ ਬੁਰੀ ਤਰ੍ਹਾਂ ਬਿਮਾਰ ਕਰ ਰਿਹਾ। ਤਾਂ ਉਸੇ ਬਿਮਾਰੀ ਦਾ ਹੀ ਇੱਕ ਰੂਪ ਜਿਹੜਾ ਉਹ ਕੈਂਸਰਸ ਨੇ। ਡਾਕਟਰ ਸਾਹਿਬ ਜਿਸ ਤਰ੍ਹਾਂ ਬਾਤ ਕਰ ਰਹੇ ਤੇ ਆਪਾਂ ਵੀ ਰੇਡੀਏਸ਼ਨ ਹੈ, ਉਹ ਥੈਰੇਪੀ ਹੈ, ਬਹੁਤ ਸਾਰਾ ਇਲਾਜ ਤਾਂ ਬਹੁਤ ਮਹਿੰਗਾ ਹੈ ਅਤੇ ਲੁੱਟ ਹੋ ਰਹੀ ਹੈ ਅਤੇ ਲੋਕ ਇਲਾਜ ਵੀ ਨਹੀਂ ਹੋ ਰਿਹਾ।
ਹੋਰ ਕੀ ਇਲਾਜ ਹੈ ਆਪਣੇ ਕੁਦਰਤੀ, ਜਿਸ ਤਰ੍ਹਾਂ ਤੁਸੀਂ ਵੀ ਇਲਾਜ ਕਰ ਰਹੇ ਆ ਵੀ ਆਪਾਂ ਕਿਸ ਤਰ੍ਹਾਂ ਇਸ ਚੀਜ਼ ਨੂੰ ਅੱਜ ਵੀ ਜੇਕਰ ਕੁਝ ਬਚਾਅ ਹੋ ਸਕਦਾ, ਜਿਹੜੇ ਬੰਦੇ ਅੱਜ ਜੂਝ ਰਹੇ ਆ ਸਾਰੇ ਕਾਸੇ ਗੱਲ। ਹਾਂਜੀ, ਬਹੁਤ ਵਧੀਆ ਸਵਾਲ ਕਰਿਆ ਤੁਸੀਂ। ਉਹਦੇ 'ਚ ਆਪਾਂ ਜੇ ਕਹੀਏ ਵੀ ਹੁਣ ਆਪਾਂ ਕਿੱਥੇ ਕੰਮ ਕਰੀਏ, ਹੁਣ ਆਪਾਂ ਕੰਮ ਕਰੀਏ ਪਹਿਲਾਂ ਤਾਂ ਇਹ ਸੋਚੀਏ ਵੀ ਜੜ ਨੂੰ ਖਤਮ ਕਰੀਏ ਤਾਂ ਕਿ ਫਰਦਰ ਕੈਂਸਰ ਹੋਣਾ ਬੰਦ ਹੋਵੇ। ਜਿਨ੍ਹਾਂ ਲੋਕਾਂ ਨੂੰ ਨਹੀਂ ਹੋਇਆ ਕਮ ਸੇ ਕਮ ਉਹਨਾਂ ਨੂੰ ਨਾ ਹੋਵੇ। ਹੁਣ ਕੈਂਸਰ ਦੀ ਬਿਮਾਰੀ ਇੰਨੀ ਉਲਝੀ ਹੋਈ ਬਿਮਾਰੀ ਹੈ ਕਿ ਇਹਨੂੰ ਕੋਈ ਕੀਮੋ ਰੇਡੀਓ ਵਾਲੇ ਵੀ ਨਹੀਂ ਕਹਿ ਸਕਦੇ ਵੀ ਅਸੀਂ ਇਹਨੂੰ ਕਿਉਰ ਕਰ ਲਾਂਗੇ, ਕੋਈ ਹੋਰ ਥੈਰੇਪੀ ਵਾਲੇ ਵੀ ਨਹੀਂ ਕਹਿੰਦੇ ਵੀ ਅਸੀਂ ਇਹਨੂੰ ਕਿਉਰ ਕਰ ਲਾਂਗੇ ਕੰਪਲੀਟਲੀ। ਕੋਈ ਨਹੀਂ ਕਲੇਮ ਨਹੀਂ ਕਰ ਸਕਦਾ। ਅਸੀਂ ਜੋ ਅਸੀਂ ਕਰ ਰਹੇ ਹਾਂ ਅਸੀਂ ਵੀ ਨਹੀਂ ਕਲੇਮ ਕਰ ਸਕਦੇ ਕਿ ਅਸੀਂ ਕੈਂਸਰ ਨੂੰ ਐਡਵਾਂਸ ਕੇਸ ਨੂੰ ਕਿਉਰ ਕਰ ਦਾਂਗੇ, ਕਿਉਂਕਿ ਮਸਲਾ ਵਿਗੜ ਗਿਆ ਬਹੁਤ ਜ਼ਿਆਦਾ ਕਿ ਪੂਰੀ ਬਾਡੀ ਦੇ ਉੱਪਰ ਕਬਜ਼ਾ ਹੋ ਗਿਆ ਕੈਂਸਰ ਸੈੱਲਾਂ ਦਾ। ਫੈਲ ਜਾਂਦਾ ਇੱਕ ਅੰਗ ਤੋਂ ਸ਼ੁਰੂ ਹੁੰਦਾ ਫਿਰ ਸਾਰੇ ਸਰੀਰ 'ਚ ਫੈਲ ਜਾਂਦਾ। ਫੈਲ ਗਿਆ ਤਾਂ ਕੀ ਕਹਿੰਦਾ ਅੱਤਵਾਦੀਆਂ ਦਾ ਕਬਜ਼ਾ ਹੋ ਗਿਆ ਸਰੀਰ 'ਤੇ। ਹੁਣ ਉਹ ਕਬਜ਼ਾ ਤੁਸੀਂ ਕਿੱਥੋਂ ਛਡਾਓਗੇ? ਤਾਂ ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਗੱਲ ਸੋਚਣੀ ਚਾਹੀਦੀ ਕਿ ਆਪਾਂ ਹੁਣ ਪੰਜਾਬ ਦੇ ਅੰਦਰ ਕੀ ਕਰੀਏ ਤਾਂ ਕਿ ਫਰਦਰ ਤੱਕ ਨਵੇਂ ਕੇਸ ਹੋਣੇ ਤਾਂ ਬੰਦ ਹੋਣ। ਇਹ ਤਾਂ ਸੌਖਾ ਕਰ ਸਕਦੇ ਹੋ, ਬੜਾ ਸੌਖਾ। ਕੀ ਸੌਖਾ? ਜੋ ਆਪਾਂ ਬੋਲ ਰਹੇ ਹਾਂ ਕਿ ਖੇਤੀ ਆਰਗੈਨਿਕ ਕਰੋ। ਆਰਗੈਨਿਕ ਖੇਤੀ ਕਰਾਂਗੇ ਤਾਂ ਦੇਖੋ ਪਹਿਲਾਂ ਖਾਦਾਂ ਬੰਦ ਹੋਣਗੀਆਂ, ਕੀਟਨਾਸ਼ਕ ਬੰਦ ਹੋਣਗੇ। ਤੁਹਾਡੀ ਆਰਗੈਨਿਕ ਕਰਾਂਗੇ ਤਾਂ ਜ਼ਮੀਨ ਪੋਲੀ ਹੋਊਗੀ, ਜ਼ਮੀਨ ਦੇ ਅੰਦਰ ਪਾਣੀ ਦਿਸੇਗਾ, ਡੂੰਘਾ ਪਾਣੀ ਨਹੀਂ ਕੱਢਣਾ, ਸਾਡੇ ਪੱਤਣ ਭਰ ਜਾਣਗੇ ਫਿਰ ਤੋਂ। ਮੈਂ ਬਚਪਨ 'ਚ ਅੱਜ ਵੀ ਮੈਨੂੰ ਯਾਦ ਹੈ ਉਹ ਦਿਨ ਔਰ ਸੀਨ ਯਾਦ ਹੈ ਜਦੋਂ ਬਾਰਿਸ਼ ਹੁੰਦੀ ਸੀ ਤਾਂ ਜ਼ਮੀਨ ਦੇਖਦੇ ਸੀ ਤਾਂ ਗੜ ਕਰਕੇ ਉੱਧਰ ਥੱਲਿਓਂ ਦੌੜ ਹਵਾ ਨਿਕਲਦੀ ਸੀ ਔਰ ਆਵਾਜ਼ ਆਉਂਦੀ ਹੁੰਦੀ ਸੀ ਵੀ ਪਾਣੀ ਥੱਲੇ ਜਾ ਰਿਹਾ ਔਰ ਘੰਟਾ ਇੱਕ ਲੱਗਦਾ ਹੁੰਦਾ ਸੀ, ਘੰਟੇ ਦੇ ਵਿੱਚ ਪਾਣੀ ਹੋ ਗਿਆ। ਅੱਜ ਤੁਸੀਂ ਮੈਨੂੰ ਜਿਹੜੇ ਤੁਹਾਡੀ ਸਾਰਾ ਇਲਾਕਾ ਬੈਲਟ ਹੈ, ਸਾਰੀ ਜਿਹੜੀ ਹੈ ਇਹ ਜਿਹੜੀ ਤੁਹਾਡੀ ਜ਼ਮੀਨ ਡਾਕਰ ਜ਼ਮੀਨ ਹੈ, ਇਹ ਤਾਂ ਤੁਸੀਂ ਮਾੜਾ ਜਿਹਾ ਮੀਂਹ ਪੈ ਜਾਏ ਉੱਥੇ ਪਾਣੀ ਖੜਾ ਰਹਿੰਦਾ। ਜਾਂ ਤਾਂ ਫਲੱਡ ਕਰ ਜਾਏਗਾ, ਜਿਹੜਾ ਖੜ ਗਿਆ ਉੱਥੇ ਹੀ ਖੜ ਜਾਏਗਾ। ਲੋਕਾਂ ਨੂੰ ਹੁਣ ਸਮੱਸਿਆ ਕੀ ਆ ਰਹੀ ਹੈ, ਪਾਣੀ ਕਿਵੇਂ ਬਾਹਰ ਕੱਢੀਏ। ਹੁਣ ਪਿੱਛੇ ਮੀਂਹ ਪਏ ਬਹੁਤ ਬੁਰਾ ਹਾਲ, ਲੜਾਈਆਂ ਹੋਈਆਂ, ਪਾਣੀ ਖੜਿਆ। ਤੁਸੀਂ ਦੇਖੋ ਕਿੱਥੇ ਅਸੀਂ ਡਿੱਗਦੇ ਸੀ ਬਾਰਿਸ਼ਾਂ ਨੂੰ, ਮੀਂਹ ਨੂੰ, ਵੀ ਮੀਂਹ ਆਵੇ ਅਤੇ ਸਾਡੀ ਧਰਤੀ ਖੁਸ਼ਹਾਲ ਹੋਵੇ, ਸਾਡੀ ਧਰਤੀ ਦੀ ਭੁੱਖ ਮਿਟੇ, ਨਿੱਤ ਪਿਆਸ ਮਿਟੇ। ਅੱਜ ਅਸੀਂ ਡਰਦੇ ਹਾਂ ਵੀ ਮੀਂਹ ਪੈ ਗਿਆ ਤਾਂ ਪਾਣੀ ਕਿੱਥੇ ਕੱਢਾਂਗੇ। ਕਿਉਂ? ਕਿਉਂਕਿ ਪਾਣੀ ਅੰਦਰ ਜੀਰਦਾ ਹੀ ਨਹੀਂ ਹੈ। ਕਿਉਂ? ਅਸੀਂ ਇੰਨੀ ਸਖਤ ਕਰਤੀ ਹੈ ਜ਼ਮੀਨ। ਉਹ ਪਹਿਲੀ ਗੱਲ ਤਾਂ ਜੀਰੀਆਂ ਦੇ ਕੱਦੂ ਨੇ ਕਰਤੀ। ਬਿਲਕੁਲ ਕੱਦੂ ਕਰਕੇ ਅਸੀਂ ਸਾਰਾ ਥੱਲੇ ਇੱਕ ਲੈਂਟਰ ਬਣ ਗਿਆ ਹੋਇਆ। ਦੂਜੀ ਗੱਲ, ਜੋ ਥੱਲੜਾ ਪਾਣੀ ਅਸੀਂ ਕੱਢਦੇ ਹਾਂ ਉਹਨੂੰ ਉੱਪਰ ਖੜਾ ਦਿੰਦੇ ਹਾਂ, ਉਹਦੇ ਅੰਦਰ ਨਮਕ ਨੇ ਬਹੁਤ ਜ਼ਿਆਦਾ ਔਰ ਜ਼ਮੀਨ ਇੰਨੀ ਨਮਕੀਨ ਹੋ ਗਈ ਹੈ ਉਹਦੇ ਅੰਦਰ ਸਾਲਟ ਤੇ ਕਿੰਨੇ ਸਾਲਾਂ ਤੋਂ ਕਰ ਰਹੇ ਅਸੀਂ, 50 ਸਾਲ ਹੋ ਗਏ ਸਾਨੂੰ, 40 ਸਾਲ। ਉਹ ਨਮਕਾਂ ਨਾਲ ਭਰ ਗਈ ਤਾਂ ਸਾਰਾ ਜੀਵ ਜੰਤੂ ਖਤਮ ਹੋ ਗਿਆ। ਅੱਜ ਅਸੀਂ ਖੇਤ ਜਾ ਕੇ ਆਏ ਉੱਥੇ, ਅਸੀਂ ਪੁੱਛਿਆ ਵੀ ਇੱਥੇ ਗਡੋਆ ਹੈ, ਕਹਿੰਦਾ ਜੀ ਗਡੋਏ ਪਾਲਦੇ ਇੱਥੇ। ਗੰਡੋਆ ਕਹਿੰਦੇ ਰੱਬ ਦਾ ਸਭ ਤੋਂ ਵਧੀਆ ਟਰੈਕਟਰ ਹੈ। ਕੋਈ ਜੀਵ ਨਹੀਂ, ਜੰਤੂ ਨਹੀਂ ਉੱਥੇ। ਜ਼ਮੀਨ ਐ ਪਈ ਹੈ ਜਿਵੇਂ ਉੱਥੇ ਸਾਰਾ ਮੁਰਦਾ ਘੱਟ ਹੁੰਦਾ। ਉਹ ਜ਼ਮੀਨ ਐ ਹੁੰਦੀ ਆ। ਜ਼ਮੀਨ ਤਾਂ ਜੀਵਨ ਦਾ ਇੱਕ ਸੁੰਦਰ ਖੇਲ ਹੈ। ਤੁਸੀਂ ਵਸਦੀ ਰਸਦੀ ਜ਼ਮੀਨ ਜਾਓਗੇ, ਜੰਗਲ ਹੈ। ਜੰਗਲ ਜ਼ਮੀਨ ਦੇ ਜਿਉਂਦੇ ਹੋਣ ਦਾ, ਮਾਂ ਹੋਣ ਦਾ ਸਭ ਤੋਂ ਸੁੰਦਰ ਰੂਪ ਹੈ। ਤੁਸੀਂ ਜਾ ਕੇ ਦੇਖੋ ਉੱਥੋਂ ਜ਼ਿੰਦਗੀ ਕਿਵੇਂ ਕੁਰਬਲ ਕਰਦੀ ਹੈ, ਹਰ ਕਿਸਮ ਦੀ। ਚਾਹੇ ਉਹ ਪੌਦੇ ਨੇ, ਪੇੜ ਨੇ, ਜੀਵ ਜੰਤੂ ਹੈ, ਪੰਛੀ ਨੇ, ਹੋਰ ਸਾਰਾ ਕੁਛ। ਤੁਸੀਂ ਉੱਥੇ ਦਰਖਤਾਂ ਨੂੰ ਦੇਖੋ, ਦਰਖਤ ਦੇ ਉੱਪਰ ਹੀ ਜਦ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਕਿੰਨੇ ਕਿਸਮ ਦੇ ਕੀੜੇ ਮਕੌੜੇ ਹੋਰ ਆਪਣਾ ਘਰ ਬਣਾ ਕੇ ਬੈਠੇ ਦਿਖਣਗੇ। ਲੇਕਿਨ ਤੁਸੀਂ ਇੱਥੇ ਚਲੇ ਜਾਓ, ਜੀਵ ਜੰਤੂ ਨਹੀਂ ਲੱਭਦਾ ਕੋਈ। ਅਸੀਂ ਧਿਆਨ ਨਾਲ ਦੇਖਿਆ ਵੀ ਕੋਈ ਜੀਵ ਜੰਤੂ ਕਿਸੇ ਕਿਸਮ ਦਾ ਤਾਂ ਹੋਵੇ ਉੱਥੇ। ਅਸੀਂ ਉਹਨੂੰ ਕਿਸਾਨ ਨੂੰ ਪੁੱਛਿਆ ਵੀ ਕਦੀ ਇੱਥੇ ਉਹ ਨਿਕਲੇ ਆ ਕਹਿੰਦਾ ਜੀ ਗੜੋਇਆ ਨੂੰ ਪੁੱਛਦੇ ਹਾਂ, ਦੇਖ ਤਾਂ ਬੋਦਰ ਨਹੀਂ ਕੀਤਾ ਕਦੀ ਗੜੋਇਆ ਬਾਰੇ, ਨਾ ਕੋਈ ਨਿਕਲਦਾ। ਦੇਸ਼ ਧਰਤੀ 'ਚੋਂ ਗਡੋਏ ਖਤਮ ਹੋ ਗਏ, ਧਰਤੀ ਮਾਂ ਰਹਿ ਗਈ। ਗਡੋਏ ਧਰਤੀ ਦੇ ਮਾਂ ਹੋਣ ਦਾ ਸਭ ਤੋਂ ਵੱਡਾ ਸਬੂਤ ਨੇ ਔਰ ਸਭ ਤੋਂ ਵੱਡੇ ਰੱਖਿਆ ਨੇ ਸਾਡੇ ਗਡੋਆ ਔਰ ਸਿਉਂਕ। ਅਸੀਂ ਖਤਮ ਕਰਤੇ ਉਹ ਦੇ ਕੇ। ਉਹ ਅਸੀਂ ਉਹਨੂੰ ਬੰਦ ਕਰੀਏ। ਆਪਾਂ ਜਿਹੜਾ ਪਾਣੀ ਧੜਾ ਥੱਲਿਓਂ ਕੱਢੀ ਜਾ ਰਹੇ ਹਾਂ, ਜੀਰੀਆਂ ਬੀਜ ਕੇ, ਉਹ ਐਡੀ ਬੇਰੁਰਮਤੀ ਹੋ ਰਹੀ ਹੈ ਸਾਡੇ ਚੌਲਾਂ ਦੀ। ਅਤੇ ਕਿਉਂ ਅਸੀਂ ਬੀਜ ਰਹੇ ਹਾਂ, ਨਾਲੇ ਆਪਣੀ ਤਬਾਹੀ ਕਰ ਰਹੇ ਹਾਂ, ਨਾਲੇ ਆਪਣੀ ਬੇਇੱਜ਼ਤੀ ਕਰਾ ਰਹੇ ਹਾਂ, ਨਾਲੇ ਲੋਕਾਂ ਕੋਲ ਝੋਲੀਆਂ ਅੱਡ ਕੇ ਮੰਗਦੇ ਸਾਨੂੰ MSP ਦਿਓ। ਝੋਲੀਆਂ ਅੱਡੀ ਫਿਰਦੇ ਹਾਂ ਅਸੀਂ, ਉਹ ਕਹਿੰਦੇ ਨਹੀਂ ਦੇਣਾ, ਸਾਨੂੰ ਲੋੜ ਨਹੀਂ ਤੁਹਾਡੇ ਚੌਲਾਂ ਦੀ। ਚੌਲਾਂ ਦੇ ਭੰਡਾਰ ਲੱਗੇ ਪਏ ਆ, ਉਹ ਸੜ ਰਹੇ ਉੱਥੇ। ਧਰਤੀ ਨੂੰ ਅਸੀਂ ਮਤਲਬ ਲੁੱਟ ਕੇ ਉਹਦਾ ਰੇਪ ਕਰਕੇ ਅਸੀਂ ਉਹਦਾ ਜੀਰੀ ਪੈਦਾ ਕਰ ਰਹੇ ਹਾਂ ਔਰ ਉਹਨੂੰ ਅਸੀਂ ਭੇਜ ਰਹੇ ਹਾਂ ਬਾਕੀ ਮੁਲਕ ਖਾਣ ਲਈ ਔਰ ਉੱਥੋਂ ਉਹ ਲੈ ਨਹੀਂ ਰਹੇ ਸਟੋਰ ਨੇ। ਉਹ ਸਰਕਾਰ ਕਹਿੰਦੀ ਅਸੀਂ ਖਰੀਦਣਾ ਨਹੀਂ ਹੈ, ਅਸੀਂ ਕਹਿੰਦੇ ਕਿ ਜ਼ਰੂਰ ਖਰੀਦੋ। ਇਹ ਕੀ ਹੋ ਕੀ ਰਿਹਾ? ਕੱਲੀ ਇੱਕ ਕੋਈ ਸਾਇੰਸ ਹੋਊਗੀ ਤਾਂ ਹੀ ਕਾਮਯਾਬ ਹੋਵਾਂਗੇ ਨਾ। ਆਪਾਂ ਜਿੰਨਾ ਮਰਜ਼ੀ ਵੱਡਾ ਅੰਦੋਲਨ ਕਰ ਲਿਆ, ਦੇਖ ਲਓ ਕੁਛ ਪੱਲੇ ਪਿਆ। ਕਿਉਂ? ਕਿਉਂਕਿ ਉਹਦੇ ਪਿੱਛੇ ਸਾਇੰਸ ਨਹੀਂ ਹੈ ਕੋਈ। ਸਾਇੰਸ ਇਹ ਕਹਿੰਦੀ ਹੈ ਕਿ ਖੇਤੀ ਦਾ ਮਾਡਲ ਬਦਲੋ, ਜੇ ਬਚਣਾ ਹੈ
ਜੇ ਪਾਣੀ ਬਚਾਉਣਾ, ਮਿੱਟੀ ਬਚਾਉਣੀ ਹੈ, ਹਵਾ ਬਚਾਉਣੀ ਹੈ, ਜੀਵ ਜੰਤੂ ਬਚਾਉਣਾ ਹੈ, ਇਕੋਲੋਜੀ ਬਚਾਉਣੀ ਹੈ, ਕੁਦਰਤ ਬਚਾਉਣੀ ਹੈ, ਮਨੁੱਖ ਬਚਾਉਣਾ, ਆਪਣੇ ਡੰਗਰ ਬਚਾਉਣੇ, ਤਾਂ ਖੇਤੀ ਦਾ ਮਾਡਲ ਬਦਲੋ। ਸਾਇੰਸ ਤਾਂ ਇਹ ਮੰਗ ਕਰ ਰਹੀ ਹੁਣ, ਸਮਾਂ ਦੀ ਇਹ ਮੰਗ ਹੈ। ਅਸੀਂ ਕੀ ਕਰ ਰਹੇ ਹਾਂ ਨਾ, ਮਾਡਲ ਤਾਂ ਹੀ ਰੱਖਣਾ, ਅਸੀਂ ਮਾਡਲ ਨਹੀਂ ਬਦਲ ਦੇਣਾ। ਡਾਕਟਰ ਸਾਹਿਬ ਰਿਪਰ ਗਲ ਤੂੜੀ ਬਣਾਵਾਂ ਉਹਦੇ ਬਾਅਦ ਤਾਂ ਕੁਝ ਨਹੀਂ ਬਚਦਾ, ਉਹਨੂੰ ਵੀ ਅੱਗ ਲਾਈ ਦੇਖੀ ਮੈਂ। ਉਹਦਾ ਦਾਤੀ ਵਾਂਗੂ ਵੱਢਣ ਵਾਂਗ ਹੋ ਜਾਂਦਾ, ਉਹਨੂੰ ਵੀ ਅੱਗ ਲਾਈ ਵੀ ਹੈ। ਮੈਂ ਤਾਂ ਹੈਰਾਨ ਆ ਮੈਂ ਜੀ, ਵੀ ਦੇਖਿਆ ਖੇਤ 'ਚ। ਮੈਂ ਕਿਹਾ ਕਮਾਲਾਂ ਇਸਕਾ ਕਿਆ ਹੋ ਜਾਏਗਾ। ਹਾਂ, ਉਹ ਕਹਿੰਦੇ ਜੀਰੀ ਲਾਵੇਂਗੇ ਨਾ, ਜੋ ਇਹਨਾਂ ਦੇ ਵਿੱਚ ਕਹਿੰਦੇ ਗੱਠਾਂ ਜੀ ਕਹਿੰਦਾ ਉਹ ਤੰਗ ਕਰਦੀਆਂ। ਸੌਖ ਪਾਲ ਲਈ ਨਾ ਅਸੀਂ ਰਸਤਾ ਉਹ ਲੱਭ ਲਿਆ ਜਿਹਦਾ ਕੰਮ ਨਾ ਕਰਨਾ ਪਵੇ ਕੋਈ। ਤੇ ਜਦੋਂ ਇਹੋ ਜਿਹਾ ਰਸਤਾ ਤੁਸੀਂ ਭਾਲੋਗੇ ਸ਼ਾਰਟਕਟ ਜਿਹੜਾ ਕੁਦਰਤ ਵਿਰੋਧੀ ਹੈ, ਤਾਂ ਕੁਦਰਤ ਦਾ ਤਾਂ ਆਪਣਾ ਡੰਡਾ ਹੁੰਦਾ। ਕੁਦਰਤ ਇੱਕ ਸੀਮਾ ਤੱਕ ਤੁਹਾਨੂੰ ਬਰਦਾਸ਼ਤ ਮੇਰਾ ਖਿਆਲ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਮੁਹਾਣੇ ਪਰ ਖੜੇ ਆ ਆਪਾਂ, ਬਸ ਖਾਤਮੇ ਵਾਲੇ ਬਿਲਕੁਲ ਹੀ ਨਹੀਂ। ਦੋ ਘਰ 'ਚ ਦੁੱਖ ਦਰਦ ਮੌਤ ਦਾ ਤਾਂਡਵ ਨ੍ਰਿਤ ਹੋ ਰਿਹਾ। ਮੋਹਰੇ ਕੀ ਖੜੇ ਸਾਹਮਣੇ ਦਿਖ ਰਿਹਾ, ਉਹਦੇ ਵਧੀ ਜਾਣਾ। ਜਿਸ ਘਰ 'ਚ ਇੱਕ ਬੱਚੇ ਨੂੰ ਕੈਂਸਰ ਹੋ ਗਿਆ, ਤੁਸੀਂ ਇਮੈਜਿਨ ਕਰੋ ਉਸ ਬੱਚੇ ਦੀ, ਉਸ ਪਰਿਵਾਰ ਦਾ ਹਾਲ ਕੀ ਹੋਊਗਾ। ਕਿਸੇ 'ਚ ਕਾਲਾ ਪੀਲੀਆ ਬੜਿਆ ਹੋਇਆ, ਕਿਸੇ 'ਚ ਨਿੱਕੇ ਨਿੱਕੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ, 2-2 ਸਾਲ 3-3 ਸਾਲ 4-4 ਸਾਲ ਦੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ। ਇਹ ਕੋ ਆਮ, ਇਹ ਮੈਂ ਤਾਂ MBBS ਕਰਕੇ ਨਿਕਲਿਆ ਸੀ, ਮੈਨੂੰ ਤਾਂ ਕੋਈ ਬਿਮਾਰੀ ਨਹੀਂ ਸੀ ਇਹੋ ਜਿਹੀ ਦਿਖਦੀ ਹੁੰਦੀ ਉਦੋਂ। ਮੈਂ ਦੱਸ ਰਿਹਾ ਜਿਹੜੀ ਮੈਂ ਡਾਕਟਰ ਦਲਜੀਤ ਸਿੰਘ ਉਹਨਾਂ ਨੇ ਲਿਖਿਆ ਦਾ ਵੀ ਮੈਂ ਕਹਿੰਦੇ ਕੈਂਸਰ ਦਾ ਮਰੀਜ਼ ਕਹਿੰਦੇ ਅਸੀਂ 200 ਬੱਲੇ ਵੀ ਕਹਿੰਦਾ ਕੈਂਸਰ ਦਾ ਬਿਰਲਾ ਹੁੰਦਾ ਸੀ। ਸ਼ੂਗਰ ਦੇ ਮਰੀਜ਼ ਬਿਰਲੇ ਹੁੰਦੇ, ਕਿਡਨੀ ਫੇਲਰ ਜਿਹੜਾ ਤੁਹਾਡਾ ਹੁਣ ਲਾਉਂਦਾ ਇਹਨੇ RIP ਗੁਰਦੇ ਫੇਲ ਹੋ ਰਹੇ, ਜਣੇ ਖਣੇ ਦੇ ਗੁਰਦੇ ਫੇਲ ਨੇ। ਕੋਈ ਗੁਰਦੇ ਫੇਲ ਦਾ ਕੋਈ ਸੀ ਬੜਾ ਬਿਰਲਾ ਆਉਂਦਾ ਹੁੰਦਾ ਸੀਗਾ। ਬੱਚਿਆਂ ਦੀ ਇੰਸੂਲਿਨ ਵਾਲੀ ਸ਼ੂਗਰ ਆ। ਮੈਂ ਬੱਚਿਆਂ ਦੇ ਵਾਰਡ 'ਚ ਰਿਹਾ ਇੰਨੇ ਸਾਲ, ਕਿਤੇ ਮਹੀਨੇ ਮੱਸਿਆ ਇੱਕ ਦਾ ਕੇਸ ਆਉਂਦਾ ਹੁੰਦਾ ਸੀ ਸਾਡੇ ਕੋਲ, ਮਹੀਨੇ ਮੱਸਿਆ। ਅੱਜ ਤਾਂ ਹਨੇਰੀ ਆ ਰਹੀ ਆ। ਤਾਂ ਇਹ ਕੋਈ ਕੀ ਕਰ ਰਹੇ ਹਾਂ, ਤਾਂ ਕਿਹਨੂੰ ਉਡੀਕ ਰਹੇ ਆਪਾਂ, ਕਦੋਂ ਬੋਲਾਂਗੇ। ਇਹ ਸਾਰਾ ਦਾ ਸਾਰਾ ਵਰਤਾਰਾ ਅਤੇ ਸਾਰਾ ਬੰਦ ਕਰੀਏ ਆਪਾਂ। ਇਹ ਬੰਦ ਕਰਾਂਗੇ ਤਾਂ ਜਿੱਥੇ ਬਾਕੀ ਬਿਮਾਰੀਆਂ ਠੀਕ ਹੋਣਗੀਆਂ, ਉੱਥੇ ਨਾਲ ਕੈਂਸਰ ਵੀ ਹੋਣਾ ਬੰਦ ਹੋ ਜਾਏਗਾ। ਉਹਦੇ ਨਾਲ ਅਸੀਂ ਉਹਦੇ ਨਾਲ ਜਿਹੜੇ ਹੋਰ ਜੋੜ ਰਹੇ ਹਾਂ, ਜਿਹੜਾ ਫੌਰੀ ਕਰ ਸਕਦੇ ਹਾਂ। ਇਹ ਹੋ ਗਈ ਲੰਬੇ ਸਮੇਂ ਦੀ ਲੜਾਈ, ਕਿ ਆਪਾਂ ਲੰਬੇ ਸਮੇਂ 'ਚ ਜੇ ਆਪਾਂ ਅੱਜ ਵੀ ਕੁਦਰਤ ਇੰਨੀ ਦਿਆਲੂ ਹੈ ਕਿ ਜੇ ਅਸੀਂ ਮੋੜਾ ਪਾਵਾਂਗੇ ਅਤੇ ਅਸੀਂ ਆਪਣੀ ਗਲਤੀ ਨੂੰ ਸੁਧਾਰ ਲਾਂਗੇ। ਵੀ ਮਾਂ ਨੂੰ ਕਹਾਂਗੇ ਵੀ ਮਾਂ ਮੈਥੋਂ ਗਲਤੀ ਹੋ ਗਈ। ਅਤੇ ਮੈਨੂੰ ਨਹੀਂ ਲੱਗਦਾ ਮਾਂ ਜਾਂ ਕੁਦਰਤ ਪਰਮਾਤਮਾ ਜਿਹੜਾ ਉਹ ਕੋਈ ਐਡਾ ਉਹਦੇ ਕੋਲ ਕੋਈ ਕਿਸੇ ਚੀਜ਼ ਦੀ ਘਾਟ ਹੈ। ਉਹ ਫਿਰ ਉੱਦਾਂ ਦੀ ਉੱਦਾਂ ਰਿਵਾਈਵ, ਔਰ ਸਾਡੇ ਕਿਸਾਨਾਂ ਨੇ ਦੇਖਿਆ ਵੀ ਹੈ 3 ਸਾਲ 4 ਸਾਲ 'ਚ ਫਿਰ ਤੋਂ ਲਹਿਰ ਪੈਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਮਾੜਾ ਜਿਹਾ ਮੌਕਾ ਦਿਓ ਸਹੀ। ਤਾਂ ਇਸ ਕਰਕੇ ਉੱਧਰ ਨੂੰ ਆਉਣ ਦੀ ਲੋੜ ਹੈ, ਉੱਧਰ ਨੂੰ ਆਈਏ ਆਪਾਂ। ਕਿਉਂ ਡਾਕਟਰ ਸਾਹਿਬ ਜਿਸ ਤਰ੍ਹਾਂ ਕੋਈ ਬੰਦਾ ਵੀ ਕੈਂਸਰ ਦਾ ਮਰੀਜ਼ ਵੀ ਇੱਕ ਆਪਾਂ ਕੋਦਰਾ ਜਾਂ ਹੋਰ ਉਹ ਸਾਰੇ ਉਹਨਾਂ ਦਾ ਵੀ ਕੋਈ ਉਹ ਉਹੀ ਗੱਲ ਆਪਾਂ ਕਰ ਰਹੇ ਸੀਗੇ। ਇੱਕ ਹੋ ਗਿਆ ਲੌਂਗ ਟਰਮ, ਇਹ ਗੱਲਾਂ ਹੋ ਗਈਆਂ ਕਿ ਆਪਾਂ ਜੋ ਗਲਤੀਆਂ ਕੀਤੀਆਂ ਉਹਨਾਂ ਨੂੰ ਵਾਪਸ ਲਿਆਈਏ, ਤਾਂ ਕਿ ਆਪਾਂ ਜਿਹੜਾ ਸਾਰਾ ਗੰਦ ਪੈ ਗਿਆ ਆਪਾਂ ਨੂੰ ਵਾਪਸ ਕਰੀਏ। ਹੁਣ ਅਗਰ ਕੀ ਫਿਰ ਆਪਾਂ ਬਾਕੀ ਹੁਣ ਚੁੱਪ ਕਰਕੇ ਬਹਿ ਜਾਈਏ ਵੀ ਫੌਰੀ ਵੀ ਤਾਂ ਕੁਛ ਕਰੀਏ। ਫੌਰੀ ਕੀ ਕਰ ਸਕਦੇ ਹਾਂ ਆਪਾਂ। ਫੌਰੀ ਵੀ ਆਪਾਂ ਜਿਹੜੀਆਂ ਕੁਛ ਗਲਤੀਆਂ ਕਰ ਰਹੇ ਨੇ ਫੌਰੀ ਠੀਕ ਕਰ ਸਕਦੇ ਹਾਂ। ਫੌਰੀ ਆਪਾਂ ਠੀਕ ਕਰ ਸਕਦੇ ਹਾਂ। ਦੇਖੋ, ਇੱਕ ਤਾਂ ਆਪਾਂ ਠੀਕ ਕਰੀਏ ਕਿ ਆਪਾਂ ਜਿਹੜਾ ਖਾਣ ਪੀਣ ਗਲਤ ਕਰ ਲਿਆ, ਫਾਸਟ ਫੂਡ ਖਾਣ ਲੱਗ ਗਏ, ਆ ਜਿਹੜੇ ਰੈਡੀਮੇਡ ਚੀਨੀ ਵਾਲੀਆਂ ਚੀਜ਼ਾਂ, ਕੋਲਡ ਡਰਿੰਕਾਂ ਅਤੇ ਪੈਪਸੀਆਂ ਅਤੇ ਕੋਕੇ ਕੋਲੇ ਜੋ ਸਾਰ, ਫਿਰ ਰਿਫਾਈਨਡ ਤੇਲ ਖਾ ਲਿਆ, ਡਾਲਡਾ ਘੀ ਖਾ ਲਿਆ, ਦਾਣੇਦਾਰ ਚੀਨੀ ਖਾ ਲਈ, ਰਿਫਾਈਨਡ ਨਮਕ ਖਾ ਲਿਆ, ਸਾਰੇ ਸਿਹਤ ਖਰਾਬ ਕਰਦੇ ਆ। ਇਹ ਕਮ ਸੇ ਕਮ ਫੌਰੀ ਬੰਦ ਕਰੀਏ। ਅਸੀਂ ਉਹ ਬੰਦ ਕਰਾ ਦਿੰਦੇ ਹਾਂ ਵੀ ਇਹ ਚੀਜ਼ਾਂ ਖਾਣੀਆਂ ਬੰਦ ਕਰੋ। ਨੈਚੁਰਲ ਖਾਓ, ਸਿੱਧਾ ਜੋ ਕੁਦਰਤ ਤੋਂ ਆ ਰਿਹਾ ਉਹ ਖਾਓ। ਪ੍ਰੋਸੈਸਡ ਫੂਡ, ਇੰਡਸਟਰੀਅਲ ਫੂਡ ਨਾ ਖਾਓ। ਉਹਦੇ ਨਾਲ ਵੀ ਬੜੇ ਕਮਾਲ ਦੇ ਰਿਜ਼ਲਟ ਨੇ। ਉਹ ਕਮਾਲ ਦੇ ਰਿਜ਼ਲਟ ਨੇ। ਆਪਾਂ ਇਹ ਨਹੀਂ ਕਹਿੰਦੇ, ਆਪਾਂ ਇਹ ਕਲੇਮ ਨਹੀਂ ਕਰਦੇ ਕਿ ਵੀ ਅਸੀਂ ਕੈਂਸਰ ਦੇ ਐਡਵਾਂਸ ਕੇਸ ਨੂੰ ਕਿਉਰ ਕਰ ਦਾਂਗੇ। ਲੇਕਿਨ ਕੈਂਸਰ ਦੇ ਐਡਵਾਂਸ ਕੇਸ ਦੀ ਵੀ ਉਮਰ ਵੱਧ ਜਾਂਦੀ ਹੈ। ਜੇ ਬੰਦਾ ਜਿਹੜਾ ਬੰਦਾ ਇਹ ਖਾਣ ਲੱਗ ਜਾਂਦਾ ਹੈ, ਕੈਂਸਰ ਡਾਈਟ ਜਿਹੜੀ ਹੈ ਉਹਦੀ ਕਮ ਸੇ ਕਮ ਉਮਰ ਜਿਹੜੀ ਹੈ, ਜਿਹੜੇ ਡਾਕਟਰ ਕਹਿੰਦਾ ਵੀ ਉੱਤੇ ਤਾਂ ਜੇ ਹੁਣ ਮਹੀਨੇ ਦਾ ਮਰੀਜ਼ ਅਸੀਂ ਦੇਖਿਆ ਮਹੀਨੇ ਦੀ ਉਹ ਡਾਕਟਰ ਦੀ ਭੁੱਖਮਣੀ ਉਹੀ ਹੋ ਜਾਂਦੀ ਹੈ। ਉਹ ਮਰੀਜ਼ ਚੰਗਾ ਮਹਿਸੂਸ ਕਰਨ ਲੱਗ ਜਾਂਦਾ ਹੈ। ਜਦੋਂ ਖਾਣ ਪੀਣ ਵੱਧਦੀ, ਭੁੱਖ ਵੱਧ ਜਾਂਦੀ ਹੈ, ਬੰਦਾ ਤੁਰਦਾ ਫਿਰਦਾ, ਕੋਈ ਧੁੱਪੇ ਗਿਆ, ਕੋਈ ਕੰਮ ਕੀਤਾ ਹੋਰ, ਤਾਂ ਉਹਦੀ ਉਮਰ ਵੱਧ ਜਾਂਦੀ ਹੈ। ਇੰਨਾ ਆਪਾਂ ਅਸੀਂ ਕਹਿ ਸਕਦੇ ਹਾਂ ਜਿਹੜੇ ਪੂਰਾ ਆਪਣੇ ਫੁੱਲ ਕੌਨਫੀਡੈਂਸ ਨਾਲ ਕਿ ਜੇ ਐਡਵਾਂਸ ਕੈਂਸਰ ਦਾ ਕੇਸ ਵੀ ਇਹ ਡਾਈਟ ਖਾਣੀ ਸ਼ੁਰੂ ਕਰ ਦੇਗਾ। ਅਤੇ ਉਹ ਲਾਈਫ ਸਟਾਈਲ ਦੀਆਂ ਕੁਛ ਗੱਲਾਂ ਨੇ ਵੀ ਧੁੱਪ 'ਚ ਕਿਉਂ ਨਹੀਂ ਜਾਂਦੇ ਆਪਾਂ ਨੂੰ ਕੀ ਬਿਮਾਰੀ ਪਈ ਹੈ, ਧੁੱਪੇ ਜਾਣਾ ਬੰਦ ਕਰਤਾ ਸੀ। ਧੁੱਪ ਜਿਹੜੀ ਹੈ ਉਹ ਕੁਦਰਤ ਦੀ ਬਹੁਤ ਵੱਡੀ ਗਿਫਟ ਹੈ। ਧੁੱਪ ਜਦੋਂ ਸਰੀਰ 'ਤੇ ਪੈਂਦੀ ਹੈ ਤਾਂ ਸਾਰੇ ਸਰੀਰ ਨੂੰ ਇੱਕ ਊਰਜਾ ਦਿੰਦੀ ਹੈ, ਅਤੇ ਸਾਰੇ ਸਰੀਰ ਦੀ ਜਿਹੜੀ ਸਾਰੀ ਕੰਮਕਾਰ ਹੈ ਉਹਦਾ ਉਹ ਤੇਜ਼ ਹੋ ਜਾਂਦਾ। ਅਤੇ ਤੇਜ਼ ਹੋਣ ਨਾਲ ਜਿਹੜਾ ਉਹ ਵਧੀਆ ਕਿਸਮ ਦਾ ਹੋ ਜਾਂਦਾ। ਇਹਦਾ ਆਪਾਂ ਕੱਚਾ ਜ਼ਰੂਰ ਖਾਓ, ਫਲ ਜ਼ਰੂਰ ਖਾਓ, ਸਬਜ਼ੀਆਂ ਜ਼ਰੂਰ ਖਾਓ। ਪਾਣੀ ਪੀਣ ਦਾ ਤਾਂ ਪਾਣੀ ਨੂੰ ਠੀਕ ਕਰਨ ਦਾ ਤਰੀਕਾ ਦੱਸਦੇ ਵੀ ਪਾਣੀ ਇੱਦਾਂ ਦਾ ਪੀਓ। ਉਹਨੂੰ ਐਲਕਲਾਈਨ ਪਾਣੀ ਕਿੱਦਾਂ ਬਣਾਉਣਾ। ਫਿਰ ਉਹਦਾ ਕੋਈ ਮੈਡੀਕੇਟਡ ਦਵਾ ਪੌਦੇ ਨੇ, ਜਿਹੜੇ ਦਵਾ ਪੌਦੇ ਤੁਹਾਡੇ ਸਿਸਟਮ ਨੂੰ ਵਧੀਆ ਰੱਖ ਸਕਦੇ। ਉਹ ਬੜੇ ਸਿੰਪਲ ਨੇ, ਘਰ 'ਚ ਪਏ ਆ, ਨਿੱਕੀਆਂ ਗੱਲਾਂ ਨੇ, ਆਪਾਂ ਉਹ ਕਰੀਏ। ਡਾਕਟਰ ਸਾਹਿਬ ਇੱਕ ਹਲਦੀ ਦਾ ਬੜਾ ਸੁਣਦੇ ਆ, ਉਹਦੇ ਬਾਰੇ ਦੱਸੋ ਵੀ ਹਲਦੀ। ਹਾਂ ਬਿਲਕੁਲ, ਜਿਹੜੇ ਕੈਂਸਰ ਦੇ ਕੁਛ ਪੌਦੇ ਨੇ ਜਿਹੜੇ ਕਿ ਐਂਟੀ ਕੈਂਸਰ ਗੁਣ ਰੱਖਦੇ ਆ, ਉਹ ਸਾਡੇ ਜਿੰਨੇ ਮਸਾਲੇ ਨੇ, ਹਲਦੀ ਖਾਸ ਤੌਰ 'ਤੇ, ਖਾਸ ਕਰਕੇ ਹਲਦੀ, ਫਿਰ ਤੁਹਾਡਾ ਉਸ ਤੋਂ ਬਾਅਦ ਅਦਰਕ, ਉਸ ਤੋਂ ਬਾਅਦ ਲਸਣ, ਉਸ ਤੋਂ ਬਾਅਦ ਗਲੋ,
ਈਵਨ ਜਿਹੜੇ ਮਸਾਲੇ ਕਾਲੀ ਜਿੰਨੇ ਮਿਰਚ ਵੀ ਜੀ? ਹਾਂ ਕਾਲੀ ਮਿਰਚ ਕਾਲੀ ਮਿਰਚ ਤੇ ਹਲਦੀ ਦਾ ਕੰਬੀਨੇਸ਼ਨ ਬਹੁਤ ਵਧੀਆ। ਕਾਲੀ ਹਲਦੀ ਜਦੋਂ ਵੀ ਖਾਣੀ ਤੇ ਕਾਲੀ ਮਿਰਚ ਦੇ ਨਾਲ ਖਾਣੀ, ਦੋਨਾਂ ਦਾ ਜੋੜੀ ਬਹੁਤ ਵਧੀਆ। ਇਹ ਡਾਕਟਰ ਸਾਹਿਬ ਕਿਸ ਤਰ੍ਹਾਂ ਪਾਣੀ 'ਚ ਪਾ ਕੇ ਪੀ ਲਓ? ਹਾਂ ਗਰਮ ਪਾਣੀ 'ਚ ਪਾਓ, 5 ਮਿੰਟ ਰੱਖੋ ਉਹਨੂੰ, ਅੱਧਾ ਪੀਓ। ਚਮਚਾ? ਹਾਂ ਅੱਧਾ ਚਮਚਾ ਹਲਦੀ ਦਾ ਤੇ ਦੋ ਚੁਟਕੀਆਂ ਕਾਲੀ ਮਿਰਚ ਦੀਆਂ ਪਾਓ, ਪਾਣੀ 'ਚ ਪਾਓ ਗਰਮ 'ਚ, ਉਹਨੂੰ ਢੱਕ ਦਿਓ, ਜਦੋਂ ਗੁੱਸਾ ਜਿਹਾ ਰਹਿ ਜੇ ਪੀ ਲਓ। ਦਿਨ 'ਚ 2 ਵਾਰੀ ਪੀ ਲਓ ਬੜੇ ਆਰਾਮ ਨਾਲ। ਤੇ ਇੱਕ ਆਪਣੇ ਜਿਹੜੇ ਡਾਕਟਰ ਸਾਹਿਬ ਆਪਣੇ ਕੋਦਰਾ ਤੇ ਆਪਣਾ ਉਹ ਸਾਰਾ ਕੁਝ ਜਿਹੜਾ ਬਾਬੇ ਨੇ ਹਾਂ ਜਿਹੜੇ ਅੱਜ ਇਹ ਅਮਜੀਤ ਇੱਕ ਜਿਹੜੀ ਮੇਰੇ ਖਿਆਲ ਆਪਣਾ ਅਸਲੀ ਭੋਜਨ ਤਾਂ ਉਹੀ ਤਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਲਾਲੂ ਉਹਨਾਂ ਦੇ ਘਰੇ ਗਏ ਉਹ ਵੀ ਸਾਰਾ ਕੁਝ ਬਿਲਕੁਲ ਹਾਈ ਫਾਈਬਰ ਡਾਈਟ ਖਾਂਦੇ ਸੀ ਆਪਾਂ। ਜੌਂ ਸੀਗੇ, ਜੌਂ ਹਾਈ ਫਾਈਬਰ ਡਾਈਟ ਆ। ਫਿਰ ਤੁਹਾਡੇ ਜਵਾਰ ਖਾਂਦੇ ਹੁੰਦੇ ਸੀਗੇ, ਜਵਾਰ ਸੀਗੀ। ਛੋਲਿਆਂ ਦਾ ਆਟਾ ਖਾਂਦੇ ਸੀ ਆਪਾਂ, ਇਹਨੂੰ ਆਪਾਂ ਬੇਰੜਾ ਕਹਿੰਦੇ ਸੀ। ਬੇਰੜਾ ਕਣਕ ਕੋਈ ਨਹੀਂ ਸੀ ਖਾਂਦਾ, ਪਿਓਰ ਕਣਕ। ਉਦੋਂ ਵੀ ਜਦੋਂ ਕਣਕ ਚੰਗੀ ਸੀ ਉਦੋਂ ਕਣਕ ਮਤਲਬ ਕਿ ਪਹਿਲਾਂ ਆਪਾਂ ਹੈ ਹੀ ਨਹੀਂ ਪੰਜਾਬ ਦੀ ਕੋਈ ਫਸਲ ਨਹੀਂ, ਕਣਕ ਸੀਗੀ ਕਾਫੀ ਦੇਰ ਤੋਂ, ਲੇਕਿਨ ਕਣਕ ਜਿਹੜੀ ਦੇਸੀ ਕਣਕ ਸੀਗੀ ਉਹ ਥੋੜੀ ਡਿਫਰੈਂਟ ਸੀ। ਉਹਦੀ ਮੈਨੂੰ ਅੱਜ ਵੀ ਯਾਦ ਹੈ, ਜਿਹੜੀ ਦੇਸੀ ਕਣਕ ਦੀ ਰੋਟੀ ਅਸੀਂ ਖਾਂਦੇ ਹੁੰਦੇ ਸੀਗੇ, ਕਦੀ ਸੁੱਕਦੀ ਨਹੀਂ ਸੀ ਹੁੰਦੀ ਉਹ। ਹਾਂ ਹੁਣ ਤਾਂ ਅੱਜ ਤੁਸੀਂ ਕਣਕ ਦੀ ਰੋਟੀ ਨੂੰ ਮੈਨੂੰ 5 ਮਿੰਟ ਬਾਅਦ ਖਾ ਕੇ ਦਿਖਾ ਦਿਓ, ਪਾਪੜ ਬਣ ਜਾਂਦਾ ਜੀ। ਉਹਦਾ ਜਦੋਂ ਚੱਬਦੇ ਹੋ ਤੁਸੀਂ ਐਂ ਲੱਗਦਾ ਨਹੀਂ ਤੁਸੀਂ ਰਬੜ ਨੂੰ ਚੱਕ ਮਾਰ ਰਹੇ ਹੋ। ਕਿਉਂ? ਇੰਨੀ ਲੇਸ ਆ ਗਈ ਉਹਦੇ ਅੰਦਰ। ਜਿਹੜੀ ਚੀਜ਼ ਤੁਸੀਂ ਲੇਸ ਲਈ ਖਾਓਗੇ ਉਹ ਤੁਹਾਡੀ ਅੰਤੜੀਆਂ ਨੂੰ ਖਰਾਬ ਕਰੇਗੀ। ਸਾਡੇ ਸੂਖਸ਼ਮ ਜੀਵ, ਸਾਡੇ ਦੋਸਤ ਬੈਠੇ ਆ, ਉਹ ਜਾ ਕੇ ਚਿਪਕ ਜਾਂਦੀ ਅੰਤੜੀਆਂ ਨੂੰ, ਉਹਨਾਂ ਦੇ ਘਰ ਹੀ ਖਰਾਬ ਕਰ ਦਿੰਦੀ ਉਹ ਸਭ ਬਹੁਤ ਡਿਸਟਰਬ ਕਰਦੀ ਹੈ। ਉਹਦਾ ਆਪਾਂ ਜਿਹੜੀ ਖਾਸੀ ਉਹਦੀ ਡਿਟੇਲ ਵਿੱਚ ਵੀ ਜਾ ਸਕਦੇ ਆਪਾਂ ਵੀ ਕਿੱਦਾਂ ਜਿਹੜੀ ਲੇਸਲੀ ਚੀਜ਼ ਹੈ, ਜਿਵੇਂ ਕਣਕ ਦੀ ਲੇਸ ਹੈ। ਅਤੇ ਜਿਹੜੀ ਹਾਈਬ੍ਰਿਡ ਕਣਕ ਆਈ ਤਾਂ ਲੇਸ ਹੀ ਬਹੁਤ ਜ਼ਿਆਦਾ। ਔਰ ਹਾਈਬ੍ਰਿਡ ਕਣਕ ਜਿਹੜੇ ਹੁਣ ਤਾਂ ਇਹ ਗੱਲ ਵੀ ਉਹਦੀ ਐਵੀਡੈਂਸ ਆ ਰਹੀ ਕਿ ਇਹਦਾ ਜੈਨੇਟਿਕ ਸਟਰਕਚਰ ਹੀ ਚੇਂਜ ਹੋ ਗਿਆ। ਇਹ ਸ਼ਕਲ ਦੇਖਣ ਨੂੰ ਹੈਗੀ ਹੈ ਕਣਕ ਦੀ, ਹੈ ਕੁਛ ਹੋਰ ਹੀ ਆ, ਅਤੇ ਤਾਂ ਹੀ ਇੰਨੇ ਲੋਕਾਂ ਨੂੰ ਐਲਰਜੀ ਹੋ ਰਹੀ ਹੈ। ਜਿਹੜਾ ਐਲਰਜੀ ਦਾ ਵਰਤਾਰਾ ਹੋ ਗਿਆ ਇੰਨਾ ਜ਼ਿਆਦਾ ਕਣਕ ਤੋਂ, ਕਿਉਂ ਹੋਊਗਾ? ਇਹਨੇ ਜੇ ਕਿਸੇ ਪੁਰਾਣੀ ਖਾ ਰਹੇ ਤਾਂ ਕਿਉਂ ਐਲਰਜੀ ਹੋ ਰਹੀ ਹੈ? ਇਹਦਾ ਮਤਲਬ ਤੁਸੀਂ ਉਹਨੂੰ ਹਾਈਬ੍ਰਿਡ ਲਿਆਂਦਾ, ਜਦੋਂ ਨੇਚਰਲ ਤੋਂ ਹਾਈਬ੍ਰਿਡ ਲਿਆਂਦਾ ਤਾਂ ਉਹਦੇ 'ਚ ਕੋਈ ਗੜਬੜ ਹੋ ਗਈ ਆ। ਹੁਣ ਤਾਂ ਜੈਨੇਟਿਕਲੀ ਮੋਡੀਫਾਈਡ ਲਿਆਉਣ ਨੂੰ ਫਿਰਦੇ ਆ। ਜੈਨੇਟਿਕਲੀ ਮੋਡੀਫਾਈਡ ਲਿਆਉਂਗੇ ਹੋਰ ਵੀ ਗੜਬੜ ਹੋਏਗੀ। ਤਾਂ ਕਿਤੇ ਨਾ ਕਿਤੇ ਜਿਹੜਾ ਉਹ ਵਰਤਾਰਾ ਸਾਡਾ ਸੀਗਾ, ਉਹਦੇ ਜਿਹੜੀ ਅਸੀਂ ਫੌਰੀ ਗੱਲਾਂ ਕਰ ਸਕਦੇ ਹਾਂ ਅਸੀਂ। ਮਤਲਬ ਉਹ ਹੁਣ ਕੰਪੇਨ ਲਾਂਚ ਕੀਤੀ ਨਾਲ ਹੀ ਆਰਗੈਨਿਕ ਫਾਰਮਿੰਗ, ਜਿੱਥੇ ਆਰਗੈਨਿਕ ਫਾਰਮਿੰਗ ਕਰਨੀ ਜ਼ਰੂਰੀ ਆ, ਵਾਤਾਵਰਨ ਦੀ ਜਿਹੜੀ ਸੰਭਾਲ ਜ਼ਰੂਰੀ ਹੈ, ਕੁਦਰਤ ਦੀ ਸੰਭਾਲ ਜ਼ਰੂਰੀ ਹੈ। ਉੱਥੇ ਖਾਣ ਪੀਣ ਬਦਲੋ ਅਤੇ ਰਹਿਣ ਸਹਿਣ ਬਦਲੋ। ਉਹਦੇ ਅੰਦਰ ਜਿਹੜੀਆਂ ਅਸੀਂ ਗੈਰ ਕੁਦਰਤੀ ਚੀਜ਼ਾਂ ਲਿਆ, ਜਿਹੜੀਆਂ ਬਿਮਾਰ ਕਰਨ ਵਾਲੀ ਚੀਜ਼ਾਂ ਲਿਆ, ਉਹਨੂੰ ਮਾਈਨਸ ਕਰੀਏ। ਤਾਂ ਫੌਰੀ ਵੀ ਰਿਜ਼ਲਟ ਬਹੁਤ ਅੱਛੇ ਨੇ। ਆਪਾਂ ਪਹਿਲਾਂ ਵੀਡੀਓ ਬਣਾਈਆਂ ਨੇ ਕਿ ਸ਼ੂਗਰ ਦੀ ਬਿਮਾਰੀ, BP ਦੀ ਬਿਮਾਰੀ, ਮੋਟਾਪੇ ਦੀ ਬਿਮਾਰੀ, ਸੰਘਰੈਣੀ ਦੀ, ਗਠੀਆ, ਅਸਥਮਾ ਠੀਕ ਹੋਣ ਲੱਗ ਗਈਆਂ ਇੰਨੇ ਕੁ ਨਾਲ ਵੀ। ਅਤੇ ਤੁਸੀਂ ਹਿਸਾਬ ਲਓ ਜੇ ਖੇਤੀ 'ਚ ਕਿਤੇ ਉਹ ਜ਼ਹਿਰ ਵੀ ਮਾਈਨਸ ਹੋ ਜਾਣ ਤਾਂ ਬੰਦਾ ਬਿਮਾਰੀ ਨਾ ਹੋਵੇ। ਤਾਂ ਇੰਨਾ ਸੌਖਾ ਕੰਮ। ਜਦੋਂ ਤੱਕ ਤੁਸੀਂ ਐਡਵਾਂਸ ਰੂਪ 'ਚ ਬਿਮਾਰ ਨਹੀਂ ਹੋਏ, ਮਰਨ ਕਿਨਾਰੇ ਨਹੀਂ ਪਹੁੰਚੇ, ਤਦ ਤੱਕ ਕੰਮ ਬਹੁਤ ਸੌਖਾ। ਜਦੋਂ ਬੰਦਾ ਮਰਨ ਕਿਨਾਰੇ ਪਹੁੰਚ ਜਾਂਦਾ ਫਿਰ ਉਹਨੂੰ ਖਿੱਚਣਾ ਫਿਰ ਔਖਾ ਹੋ ਜਾਂਦਾ, ਖਾਸ ਕਰਕੇ ਕੈਂਸਰ 'ਚੋਂ। ਸੋ ਕੈਂਸਰ ਦੀ ਬਿਮਾਰੀ ਇੱਦਾਂ ਦੀ ਆ ਜਿਹ 'ਚ ਐਡਵਾਂਸ ਕੇਸਿਸ ਜਿਹੜੇ ਨੇ, ਐਡਵਾਂਸ ਹੋ ਗਿਆ, ਜਿੱਥੇ ਫੈਲ ਗਿਆ ਸਾਰੇ ਕਿਤੇ ਕੈਂਸਰ, ਉੱਥੇ ਉਹਦੇ 'ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਲੇਕਿਨ ਡਾਕਟਰ ਸਾਹਿਬ ਆਪਾਂ ਜਿਹੜਾ ਇੱਕ ਐਡਵਾਂਸ ਸਟੇਜ ਹੈ, ਆਮ ਬੰਦੇ ਨੂੰ ਪਤਾ ਲੱਗਦਾ ਵੀ ਐਡਵਾਂਸ ਮਤਲਬ ਕਿਆ ਹੈ, ਵੀ ਉਹਦੇ ਬਾਰੇ ਦੱਸੋ ਮਾੜਾ ਜਿਹਾ। ਐਡਵਾਂਸ ਤਾਂ ਆਪਾਂ ਆਮ ਭਾਸ਼ਾ 'ਚ ਕਹਾਂਗੇ ਕਿ ਐਡਵਾਂਸ ਦਾ ਮਤਲਬ ਹੈ ਜਦੋਂ ਬੰਦਾ ਸੀਰੀਅਸ ਰੂਪ 'ਚ ਬਿਮਾਰ ਹੋ ਗਿਆ ਅਤੇ ਕੈਂਸਰ ਫੈਲ ਗਿਆ ਚਾਰ ਚੁਫੇਰੇ। ਜੋ ਫੈਲਣ ਤੋਂ ਬਾਅਦ ਫਿਰ ਉਹਦੀ ਜਿਹੜਾ ਇਲਾਜ ਆ ਥੋੜ੍ਹਾ ਔਖਾ ਹੋ ਜਾਂਦਾ। ਅਤੇ ਜਿੰਨਾ ਮਰਜ਼ੀ ਉਹਨੂੰ ਤੁਸੀਂ ਰੇਡੀਓਥੈਰੇਪੀ, ਬਿਜਲੀਆਂ ਲਾ ਕੇ ਜਾਂ ਕੀਮੋ ਲਾ ਕੇ ਦਬਾ ਲਓ, ਉਹ ਕਿਸੇ ਨਾ ਕਿਸੇ ਖੂੰਜੇ 'ਚ ਫਿਰ ਪਿਆ ਰਹਿ ਜਾਂਦਾ। ਅਤੇ ਜਦੋਂ ਤੁਸੀਂ ਬੰਦ ਕਰਦੇ ਹੋ ਫਿਰ ਉੱਠ ਖੜਦਾ। ਜਿਹੜੀ ਅਸੀਂ ਦੇ ਰਹੇ ਹਾਂ ਡਾਈਟ, ਉਹ 'ਚ ਕਈ ਕਿਸਮ ਦੇ ਬੈਨੀਫਿਟ ਨੇ। ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਇਹ ਡਾਈਟ ਦਿਓਗੇ ਸਾਡੀ, ਤਾਂ ਜਿਹੜੇ ਬੰਦੇ ਨੂੰ ਰੇਡੀਓ ਕੀਮੋ ਦੇ ਸਾਈਡ ਇਫੈਕਟ ਆਉਣੇ ਉਹ ਨਹੀਂ ਆਉਣਗੇ, ਘੱਟ ਆਉਣਗੇ, ਕਿਉਂਕਿ ਡਾਈਟ ਤੁਸੀਂ ਵਧੀਆ ਦੇ ਰਹੇ ਹੋ ਅਤੇ ਬੰਦਾ ਹੈਲਦੀ ਰਹੂਗਾ। ਦੂਜਾ ਇਹ ਹੁੰਦਾ ਕੀਮੋ ਰੇਡੀਓ ਨਾਲ ਤੁਸੀਂ ਫੌਰੀ ਦਬਾਤਾ, ਹੁਣ ਉਹ ਦੁਬਾਰਾ ਉੱਠ ਖੜਨ ਦੀ ਸੰਭਾਵਨਾ ਹੈ, ਉਹ ਸੰਭਾਵਨਾ ਘੱਟ ਜਾਏਗੀ। ਅੱਛਾ, ਉਹਦੇ ਪੂਰਾ ਖਤਮ ਨਹੀਂ ਹੁੰਦਾ, ਦੱਬਿਆ ਜਾਂਦਾ। ਐਡਵਾਂਸ ਕੇਸ ਨੂੰ ਖਤਮ ਕਰਨ ਦਾ ਅਜੇ ਆਪਾਂ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ। ਨਹੀਂ, ਜਿਹੜਾ ਰੇਡੀਓਥੈਰੇਪੀ ਹੈ ਉਸ ਗੱਲ ਵੀ ਨਹੀਂ ਪੂਰਾ ਨੋ, ਉਹ ਕਹਿੰਦੇ ਵੀ ਖਤਮ ਕਰਤਾ ਕੈਂਸਰ ਦਾ ਮਟਾ। ਨਾ ਕੋਈ ਨਹੀਂ, ਬਿਲਕੁਲ ਨਹੀਂ ਕਹਿੰਦੇ। ਉਹ ਇਹ ਕਲੇਮ ਕਰਦੇ ਨਹੀਂ ਵੀ ਦੁਬਾਰਾ ਨਹੀਂ ਹੋਊਗਾ, ਇਹ ਤਾਂ ਕਹਿੰਦੇ ਨਹੀਂ, ਉਹ ਕਲੇਮ ਨਹੀਂ ਕਰਦੇ ਕਿ ਉਹ ਹੁੰਦਾ ਵੀ ਨਹੀਂ, ਉਹ ਉੱਠ ਖੜਦਾ। ਕੁਛ ਕੈਂਸਰ ਆ ਗਏ ਜਿਹਦੇ ਅੰਦਰ ਲਗਾਤਾਰ ਉਹ ਦਵਾਈ ਕੀਮੋ ਦੇਈ ਜਾਂਦੇ ਆ, ਮੇਨਟੇਨੈਂਸ ਕੀਮੋ ਕਹਿੰਦੇ ਆ ਉਹਨੂੰ, ਜਿਵੇਂ ਬ੍ਰੈਸਟ ਕੈਂਸਰ, ਔਰ ਉੱਥੇ ਬ੍ਰੈਸਟ ਕੋ ਕਾਫੀ ਲੰਬਾ ਸਮਝ ਉਹ ਪੇਸ਼ੈਂਟ ਕੱਟ ਜਾਂਦੇ ਆ। ਲੇਕਿਨ ਜਿਨ੍ਹਾਂ 'ਚ ਇੱਕ ਲੌਂਗ ਟਰਮ ਕੀਮੋ ਨਹੀਂ ਹੈਗੀ, ਕਿਤੇ ਕਿਸੇ ਕੈਂਸਰ 'ਚ ਇੱਕ ਲੌਂਗ ਟਰਮ ਕੀਮੋ ਆਈ ਹੈ ਕਿ ਇੱਕ ਮੇਨਟੇਨੈਂਸ ਕੀਮੋ, ਯਾਨੀ ਕਿ ਉਹ ਗੋਲੀ ਰੋਜ਼ ਲਈ ਜਾਣੀ ਹੈ ਲੰਬਾ ਸਮਾਂ, ਕਿਤੇ ਕਾਮਯਾਬ ਹੋਈ ਹੈ, ਲੇਕਿਨ ਹਰ ਥਾਂ 'ਤੇ ਕਾਮਯਾਬ ਨਹੀਂ ਹੋਈ। ਉਹ ਜਿੱਥੇ ਕਿਤੇ ਕਾਮਯਾਬ ਹੈਗੀ ਉੱਥੇ ਥੋੜ੍ਹਾ ਲੰਬਾ ਕੱਟ ਜਾਂਦੇ ਮਰੀਜ਼, ਲੇਕਿਨ ਫਿਰ ਵੀ ਅਲਟੀਮੇਟਲੀ ਉਹ ਕੀਮੋ ਦਾ ਅਸਰ ਖਤਮ ਹੋ ਜਾਂਦਾ ਅਤੇ ਫਿਰ ਦੁਬਾਰਾ ਉੱਠ ਖੜਦਾ। ਡਾਕਟਰ ਸਾਹਿਬ, ਇੱਕ ਪਿੰਡਾਂ 'ਚ ਮੈਂ ਬਹੁਤ ਸਾਰੇ ਦੇਖੇ, ਥਾਨੇ ਵੀ ਦੇਖੇ ਨੇ, ਸਾਰਾ ਤਜਰਬਾ ਹੈ ਵੀ ਬਹੁਤ ਸਾਰੇ ਬੰਦੇ ਕਹਿੰਦੇ ਡਾਕਟਰ ਨੇ ਕਿਹਾ ਤਾਂ ਵੀ ਤਾਂ ਕੱਟ ਦੇਣਾ, ਉਹ 15 ਸਾਲ ਆਏ ਜੀ ਕੇ ਮਤਲਬ ਪਰਵਾਹ ਹੀ ਨਹੀਂ ਕਰੀ ਗਈਆਂ ਨੇ। ਮਤਲਬ ਇਸ ਤਰ੍ਹਾਂ ਵੀ ਹੈ ਵੀ ਬੰਦੇ ਜਦ ਪਰਵਾਹ ਦਿਮਾਗ ਤੋਂ ਛੱਡ ਦਿੰਦੇ ਕੁਛ, ਯਾਰ ਕੋਈ ਮੁੱਦਾ ਹੀ ਨਹੀਂ ਹੈਗਾ ਵੀ
ਬੇਪਰਵਾਹੀ ਬੰਦੇ। ਬੜੀ ਵਧੀਆ ਗੱਲ ਕਰੀ ਤੁਸੀਂ, ਕਿਉਂਕਿ ਮੈਨੂੰ ਲੱਗਦਾ ਦਿਮਾਗ ਦਾ ਹੀ ਬਹੁਤ ਬੜਾ ਮਸਲਾ ਹੈ ਨਾ ਇਹ ਡਰ ਵਾਲਾ। ਬਹੁਤ ਵਧੀਆ ਗੱਲ ਹੈ, ਪਰ ਲੇਕਿਨ ਇਹ ਲੰਬੀ ਗੱਲ ਹੈ ਤੇ ਕਿ ਵੱਖਰੀ ਵੀਡੀਓ ਆਪਾਂ ਕਿਤੇ ਕਰ ਲਾਂਗੇ। ਮੈਂ ਕਿਹਾ ਥੋੜਾ ਇੱਕ ਬਰੀਫ ਹਾਂ ਇੱਕ ਕਮੈਂਟ ਦੇ ਸਕਦੇ ਹਾਂ। ਇਹਨੂੰ ਕਹਿੰਦੇ ਆ ਵਿਚਾਰਾਂ ਦੀ ਸ਼ਕਤੀ, ਤੇ ਜਿਹਨੂੰ ਕਹਿੰਦੇ ਆ ਅੰਗਰੇਜ਼ੀ 'ਚ ਕਹਿੰਦੇ ਇਹਨੂੰ ਅਫਰਮੇਸ਼ਨ, ਤੇ ਪੰਜਾਬੀ 'ਚ ਇਹਨੂੰ ਕਹਿੰਦੇ ਸੰਕਲਪ ਦੀ ਸ਼ਕਤੀ। ਜੇ ਤੁਹਾਡਾ ਮਨ ਢੰਦੀ ਕਲਾ ਚਲਾ ਗਿਆ, ਜੇ ਆਮ ਆਪਾਂ ਗੁਰਬਾਣੀ ਦੀ ਭਾਸ਼ਾ 'ਚ ਕਰੀਏ ਗੱਲ, ਢੰਦੀ ਕਲਾ ਤੇ ਚੜ੍ਹਦੀ ਕਲਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 2 ਵਰਡ ਜਿਹੜੇ ਨੇ, ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ, ਇਹ ਬੜੇ ਪਿਆਰੇ ਲਫ਼ਜ਼ ਨੇ ਤੇ ਇਹ ਬਹੁਤ ਸੱਚ ਦੇ ਬਹੁਤ ਨੇੜੇ ਨੇ। ਜੇ ਬੰਦਾ ਚੜ੍ਹਦੀ ਕਲਾ 'ਚ ਹੈ ਤਾਂ ਉਹਨੂੰ ਬਿਮਾਰੀ ਲੱਗਦੀ ਨਹੀਂ, ਜੇ ਲੱਗ ਗਈ ਹੈ ਤਾਂ ਠੀਕ ਹੋ ਜਾਂਦੀ ਹੈ ਚੜ੍ਹਦੀ ਕਲਾ ਵਾਲੇ ਬੰਦੇ ਦੀ। ਜੇ ਢੰਦੀ ਕਲਾ 'ਚ ਹੈ ਤਾਂ ਬਿਮਾਰੀ ਲੱਗਦੀ ਵੀ ਬਹੁਤ ਜਲਦੀ ਹੈ, ਤੇ ਜੇ ਲੱਗ ਗਈ ਤਾਂ ਛੱਡਦੀ ਨਹੀਂ ਉਹਨੂੰ। ਕਿਉਂ? ਕਿਉਂਕਿ ਜਦੋਂ ਤੁਹਾਡੇ ਇੱਥੇ ਫਸ ਗਿਆ ਵੀ ਮੈਂ ਨਹੀਂ ਠੀਕ ਹੁੰਦਾ, ਹੁਣ ਮੈਂ ਨਹੀਂ ਠੀਕ, ਉਹ ਜਿਵੇਂ ਬੱਲਬ ਜਗਦਾ ਬੁਝਦਾ ਨਾ, ਉਹ ਲਗਾਤਾਰ ਤੁਹਾਨੂੰ ਮੈਸੇਜ ਦੇ ਜਾਂਦਾ ਹੁਣ ਨਹੀਂ ਠੀਕ ਹੋਣਾ, ਹੁਣ ਨਹੀਂ ਠੀਕ ਹੋਣਾ, ਹੁਣ ਉਹ ਫਿਰ ਤੁਸੀਂ ਨਹੀਂ ਠੀਕ ਹੁੰਦੇ। ਕੁਦਰਤ ਦੇ ਅੰਦਰ ਬੜੀ ਇੱਕ ਪਿਆਰੀ ਚੀਜ਼ ਹੈ, ਉਹਨੂੰ ਕਹਿੰਦੇ ਆ ਲਾਅ ਆਫ ਅਟਰੈਕਸ਼ਨ। ਲਾਅ ਆਫ ਅਟਰੈਕਸ਼ਨ ਦਾ ਮਤਲਬ ਜਿਹੋ ਜਿਹਾ ਤੁਸੀਂ ਮੈਸੇਜ ਦਿਓਗੇ ਦਿਮਾਗ ਨੂੰ, ਉਹੀ ਕੁਛ ਹੋਈ ਜਾਣਾ। ਜੇ ਤੁਹਾਡੇ ਦਿਮਾਗ 'ਚ ਮੈਸੇਜ ਲਗਾਤਾਰ ਜਾਈ ਜਾ ਰਿਹਾ ਕਿ ਤੂੰ ਨਹੀਂ ਠੀਕ ਹੁੰਦਾ, ਤਾਂ ਨਹੀਂ ਹੋਵੋਗੇ ਠੀਕ ਤੁਸੀਂ। ਜੇ ਤੁਸੀਂ ਉਲਟਾ ਕਰ ਲਓ, ਕਿਤੇ ਤੁਹਾਨੂੰ ਕੋਈ ਇਹੋ ਜਿਹਾ ਗੁਰ ਮਿਲ ਜਾਵੇ, ਜਿਹੜਾ ਕਿ ਗੁਰ ਹੁਣ ਸਾਇੰਸ ਨੇ ਕੁਛ ਲੱਭੇ ਆ, ਉਹਦੀ ਗੱਲ ਵੱਖਰੀ ਕਰ ਲਾਂਗੇ ਕਿ ਉਹ ਗੁਰ ਕੀ ਨੇ। ਇਹੋ ਜਿਹਾ ਗੁਰ ਬੰਦਾ ਬਣਾ ਸਕਦਾ ਵੀ ਉਹ ਜਿਹੜਾ ਨੈਗੇਟਿਵ ਮੈਸੇਜ ਦੀ ਬਜਾਏ ਤੁਸੀਂ ਪੋਜ਼ੀਟਿਵ ਮੈਸੇਜ ਕਨਵਰਟ ਕਰ ਦਿਓ ਉਹਨੂੰ, ਵੀ ਮੈਂ ਤਾਂ ਠੀਕ ਹੋਣਾ ਹੀ ਹੋਣਾ, ਮੈਂ ਤਾਂ ਠੀਕ ਹੋਣਾ ਹੀ ਹੋਣਾ, ਅਤੇ ਉੱਦਾਂ ਹੀ ਤੁਸੀਂ ਬਿਹੇਵ ਕਰਨਾ ਸ਼ੁਰੂ ਕਰ ਦਿਓ। ਕੱਲਾ ਕਹਿਣਾ ਨਹੀਂ, ਕੱਲਾ ਇੱਥੇ ਰਿਪੀਟ ਨਹੀਂ ਕਰਨਾ, ਉਹ ਆਪਣੀ ਨਹੀਂ ਜਿਉਣਾ ਵੀ ਉਸ ਹਿਸਾਬ ਨਾਲ ਹੈ। ਖੁਸ਼ ਰਹਿਣਾ ਸ਼ੁਰੂ ਕਰ ਦਿਓ, ਲੋਕਾਂ ਨੂੰ ਮਿਲਣਾ ਗਿਲਣਾ ਸ਼ੁਰੂ ਕਰ ਦਿਓ, ਕੰਮ ਕਰਨਾ ਸ਼ੁਰੂ ਕਰ ਦਿਓ, ਖਾਣਾ ਪੀਣਾ ਖੁੱਲ੍ਹਾ, ਮੌਜ ਮਸਤੀ, ਤਾਂ ਤੁਸੀਂ ਪਾਓਗੇ ਕਿ ਐਡਵਾਂਸ। ਅੱਜ ਤੁਸੀਂ ਕਈ ਵਾਰੀ ਸੁਣਿਆ ਨਾ ਦਰਬਾਰ ਸਾਹਿਬ ਜਾ ਕੇ ਬੰਦਾ ਠੀਕ ਹੋ ਗਿਆ। ਬਿਲਕੁਲ, ਬਹੁਤ ਹੋਏ ਹੈ। ਇਹ ਝੂਠ ਨਹੀਂ ਹੈਗੇ, ਝੂਠ ਨਹੀਂ ਹੈਗੇ। ਜਿਹੜਾ ਕੋਈ ਬੰਦਾ ਸੰਕਲਪ ਨੂੰ ਤਕੜਾ ਕਰ ਲੈਂਦਾ, ਉਹਨੇ ਸੰਕਲਪ ਬਣਾ ਲਿਆ ਵੀ ਮੈਂ ਤਾਂ ਦਰਬਾਰ ਸਾਹਿਬ ਜਾ, ਮੈਂ ਨਹੀਂ ਮੇਰਾ ਨਹੀਂ ਕੁਝ ਵਿਗੜ ਸਕਦਾ। ਉਹਨੇ ਸੰਕਲਪ ਆ ਗਿਆ ਨਾ, ਉਹਦੇ ਦਿਮਾਗ ਨੇ ਮੈਸੇਜ ਉਲਟ ਦੇਣਾ ਸ਼ੁਰੂ ਕਰਤਾ ਵੀ ਹੁਣ ਨਹੀਂ ਕੁਛ ਹੁੰਦਾ। ਲੈ ਐਂ ਕਿਵੇਂ ਹੋ ਜਾਊਗਾ? ਪਿੱਛੇ ਜੇ ਕੇਸ ਠੀਕ ਹੋ ਜਾਂਦਾ। ਹਾਂਜੀ, ਇੱਕ ਪਿੱਛੇ ਜੇ ਕੇਸ ਆਇਆ ਸੀਗਾ, ਬੰਦਾ ਸੀ ਕੋਈ ਤਾਮਿਲਨਾਡੂ ਵਗੈਰਾ ਦਾ, ਉੱਥੇ ਕਹਿੰਦੇ ਉਹ ਫਰਸ਼ ਦੀ ਸਫਾਈ ਕਰਦਾ ਸੀ, ਉਹਨੂੰ ਕਹਿੰਦੇ ਬੋਲੀ ਵੀ ਨਹੀਂ ਆਉਂਦੀ ਸੀ। ਕਹਿੰਦੇ ਫਿਰ ਕਿਸੇ ਬੰਦੇ ਨੇ ਦੱਸਿਆ, ਕਹਿੰਦਾ ਮੈਨੂੰ ਕੈਂਸਰ ਹੋ ਗਿਆ ਤਾਂ, ਕਹਿੰਦਾ ਮੈਂ ਸੋਚਿਆ ਮੈਂ ਉਰੇ ਆ ਕੇ ਹੋ ਜਾਵਾਂਗਾ। ਤਾਂ ਹਾਂ, ਬਸ ਸੰਕਲਪ ਬਣ ਗਿਆ ਨਾ। ਇਹਨੂੰ ਵਿਗਿਆਨ ਨੇ ਮੰਨ ਲਿਆ। ਹੁਣ ਪਹਿਲਾਂ ਤਾਂ ਗੁਰਬਾਣੀ ਤਾਂ ਪਹਿਲਾਂ ਹੀ ਕਹਿੰਦੀ ਸੀ, ਜਾਂ ਆਪਣੇ ਸ਼ਾਸਤਰ ਕਹਿੰਦੇ ਸੀ, ਸ਼ਾਸਤਰ ਸ਼ੁਰੂ ਤੋਂ ਕਹਿੰਦੇ ਸੀ। ਗੁਰਬਾਣੀ ਦਾ ਬੜਾ ਸਪਸ਼ਟ ਰੂਪ ਹੈ। ਹਾਂ ਬਿਲਕੁਲ, ਅਸੀਂ ਦਿਮਾਗ 'ਚੋਂ ਕਰਦੇ ਬਿਲਕੁਲ। ਉਹ ਇਹ ਬਹੁਤ ਪੁਰਾਤਨ ਹੈ। ਇਹ ਜਿਹੜੇ ਉਪਨਿਸ਼ਦਾਂ ਦੇ ਵਿੱਚ ਵੀ ਸੇਮ ਕੁਛ ਹੈ। ਪਿੱਛੇ ਕੁਛ ਉਰੇ ਬਹੁਤ ਰੌਲਾ ਪਾਉਂਦੇ ਨੇ ਵਿਗਿਆਨਕ ਸੋਚ। ਉਹ ਤਰਕਸ਼ੀਲ ਵਾਲੇ ਨੇ, ਉਹ ਤਰਕਸ਼ੀਲ ਵਾਲੇ ਕਹਿੰਦੇ ਵੀ ਇਹ ਤੇ ਸਾਇੰਸ ਹੈ ਹੀ ਨਹੀਂ। ਇਹ ਤਾਂ ਪਰ ਇਹ ਹੁਣ ਮੇਰਾ ਖਿਆਲ ਹੈ ਸਭ ਤੋਂ ਬੜੀ ਸਾਇੰਸ ਤਾਂ ਪ੍ਰੂਵ ਹੋ ਗਿਆ ਕਿ ਸੰਕਲਪ ਜੇ ਤੁਸੀਂ ਤਕੜਾ ਕਰ ਲਓ ਤਾਂ ਤੁਹਾਨੂੰ ਸੀਰੀਅਸ ਤੋਂ ਸੀਰੀਅਸ ਬਿਮਾਰੀ ਹੋਵੇ ਉਹ ਵੀ ਠੀਕ ਹੋ ਜਾਏਗੀ। ਤੁਹਾਡੀ ਇੱਥੇ ਸੰਕਲਪ ਦੀ ਸ਼ਕਤੀ ਚਾਹੀਦੀ ਹੈ, ਅਤੇ ਸੰਕਲਪ ਨੂੰ ਸ਼ਕਤੀ ਨੂੰ ਹੁਣ ਲੋਕ ਬਹੁਤ ਸਾਰੇ ਕੰਮ ਕਰ ਰਹੇ ਹੈ ਕਿ ਉਸ ਸੰਕਲਪ ਦੀ ਸ਼ਕਤੀ ਨੂੰ ਕਿੱਦਾਂ ਆਮ ਬੰਦੇ ਦੀ ਲੈਵਲ 'ਤੇ ਕਿਵੇਂ ਲਿਜਾਇਆ ਜਾਵੇ, ਤੁਹਾਨੂੰ ਕਿਵੇਂ ਉਹਦਾ ਸੰਕਲਪ ਪੱਕਾ ਕੀਤਾ ਜਾਵੇ, ਉਹ 'ਤੇ ਕੰਮ ਕਰ ਰਹੇ ਹਾਂ। ਅਤੇ ਮੈਂ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉੱਤੇ ਕਿ ਆਪਾਂ ਕਿਵੇਂ ਮਰੀਜ਼ਾਂ ਨੂੰ ਕੀ ਕਹੀਏ ਕਿ ਆਪਣੇ ਸੰਕਲਪ ਨੂੰ ਮੁੜ ਕੇ ਫਿਰ ਪੱਕਾ ਕਰਕੇ ਅਤੇ ਫਿਰ ਚੜ੍ਹਦੀ ਕਲਾ 'ਚ ਆ ਜਾਣ। ਡਾਕਟਰ ਸਾਹਿਬ, ਮੈਂ ਥੋੜ੍ਹੀ ਜਿਹੀ ਗੱਲ ਸੁਣਾਵਾਂ ਤੁਹਾਨੂੰ ਤਜਰਬੇ ਦੀ। ਪਿੱਛੇ ਬੀਬੀ ਆਏ ਸੀ ਨਾ ਬਾਹਰ ਰਹਿੰਦੇ, ਮੈਂ ਗੱਲ ਵੀ ਕਰੀ ਤੁਹਾਡੇ ਨਾਲ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਉਸਤੇ ਹੋਇਆ ਵਾ, ਅਤੇ ਮੈਂ ਉਹਨਾਂ ਨੂੰ ਕੋਈ ਮੋਹਾਲੀ ਦੇ ਹਸਪਤਾਲ 'ਚ ਲੈ ਗਿਆ, ਅਤੇ ਜਿਹੜਾ ਡਾਕਟਰ ਸੀ ਉਹ ਕਿਤੇ ਯੂਪੀ ਪਤਾ ਕਿੱਥੇ ਹਿੰਦੀ ਬੋਲਦਾ ਸੀ, ਅਤੇ ਬੀਬੀ ਦੀ ਤੁਹਾਨੂੰ ਪਤਾ ਆਪਣੇ, ਅਤੇ ਉਹ ਡਾਕਟਰ ਦਾ ਨਾ ਮਤਲਬ ਕਿ ਕੋਈ ਸੁਰਤਾਲ ਹੀ ਨਹੀਂ ਜੁੜਿਆ, ਅਤੇ ਬੀਬੀ ਕਹਿੰਦੇ ਵੀ ਨਹੀਂ ਇਹ ਮੈਂ ਡਾਕਟਰ ਨਹੀਂ ਹੈ, ਮੈਨੂੰ ਕੋਈ ਉਹ ਨਹੀਂ ਹੋ ਰਿਹਾ। ਅਤੇ ਫਿਰ ਮੈਂ ਕਿਸੇ ਹੋਰ ਡਾਕਟਰ ਨਾਲ ਗੱਲ ਕੀਤੀ, ਫੋਨ ਕੀਤਾ, ਅਤੇ ਮੈਨੂੰ ਫੋਨ 'ਤੇ ਲੱਗਿਆ ਵੀ ਉਹ ਡਾਕਟਰ ਸਾਹਿਬ ਉਹਨੇ ਪੰਜਾਬੀ ਨਾ ਬਹੁਤ ਉਹਦੇ ਨਾਲ ਗੱਲ ਕੀਤੀ। ਮਤਲਬ ਜਿਵੇਂ ਕੋਈ ਬੰਦਾ ਕਹਿੰਦਾ ਕੋਈ ਗੱਲ ਨਹੀਂ, ਉਹ ਕਹਿੰਦਾ ਮਾਤਾ ਜੀ ਕੋਈ ਚਿੰਤਾ ਨਹੀਂ, ਕਹਿੰਦੇ ਬਿਲਕੁਲ ਠੀਕ ਹੋ, ਅਤੇ ਉਹ ਇੰਨੇ ਨਾਲ ਇਹਨਾਂ ਨੂੰ ਕਰੰਟ ਆ ਗਿਆ। ਅੱਛਾ, ਕਹਿੰਦੇ ਠੀਕ ਹੈ। ਨਹੀਂ ਤਾਂ ਪਹਿਲੇ ਡਾਕਟਰ ਨੇ ਕਿਹਾ ਵੀ ਯਾਰ ਨਹੀਂ, ਡਾਕਟਰ ਦੇ ਮਤਲਬ ਜਿਹੜਾ ਵਿਹਾਰ ਅਤੇ ਵਰਤਾਓ ਬਹੁਤ ਬੜੇ ਮਤਲਬ ਹੈ ਮਰੀਜ਼ ਲਈ। ਬਹੁਤ ਇੱਥੇ ਤਾਂ ਡਾਕਟਰ ਨੂੰ ਇਸ ਗੱਲ ਦਾ ਸਮਝ ਨਹੀਂ ਹੈ। ਉਹ ਤਾਂ ਡਾਕਟਰ ਤਾਂ ਮਰੀਜ਼ ਨੂੰ ਕਹਿ ਦੇਣਗੇ ਵੀ ਤੂੰ ਹੁਣ ਨਾ, ਉਹਦੇ ਮੂੰਹ 'ਤੇ ਕਹਿ ਦੇਣਗੇ ਵੀ ਤੂੰ 15-20 ਦਿਨ ਮਹੀਨਾ ਜਿਹੜੀ ਸੇਵਾ ਕਰਨੀ ਕਰ ਲਓ, ਉਹਦੇ ਮੂੰਹ 'ਤੇ ਕਹਿ ਦਿੰਦੇ ਆ। ਡਾਕਟਰ ਨੇ ਕਿੱਥੇ ਬਚਣਾ, ਮਰੀਜ਼ ਨੇ ਕਿੱਥੇ ਬਚਣਾ। ਮਰੀਜ਼ ਕਿਵੇਂ ਬਚੂ? ਉਹ ਤਾਂ ਬਣ ਜੂਗਾ। ਇੱਥੇ ਨਾ ਡਾਕਟਰ ਸਾਹਿਬ ਸਾਡੇ ਪਿੰਡ ਦੇ ਨੇੜੇ ਪਿੰਡ ਹੈ, ਉੱਥੇ ਡਾਕਟਰ ਹੁੰਦਾ ਸੀ, ਛੋਟੇ ਹੁੰਦੇ, ਅਤੇ ਸਾਡੀ ਦਾਦੀ ਉਹਦੇ ਕੋਲ ਦਵਾਈ ਲੈਣ ਜਾਇਆ ਕਰਦੀ ਸੀ। ਉਹ ਡਾਕਟਰ ਤਾਂ ਮਾਤੜੀ ਦਾ ਸਿੱਖਿਆ ਵਾ, ਪਰ ਉਹਦੇ ਕਲਾਕਾਰੀ ਸਿਖਰ ਸੀ। ਉਹਨੇ ਮੇਰੀ ਬੇਬੇ ਨੇ ਜਾਣਾ, ਚਾਚੀ ਆ ਗਈ ਐ, ਅਤੇ ਚਾਚੀ ਨੇ ਬੈਠੇ ਹੋਣਾ ਘਰੇ, ਲੜ ਲੁੱਟ ਕੇ ਗਈ ਹੁੰਦੀ ਨੂੰਹਾਂ ਨਾਲ, ਓਏ ਆਪਣੇ ਚੀਕੂ ਕਿੱਥੇ ਗਿਆ, ਨਿਊ ਕਰ ਆਪਣੀ ਮਾਂ ਨੂੰ ਕਹਿ ਵੀ ਪਹਿਲਾਂ ਪਾਣੀ, ਫਿਰ ਚਾਹ, ਲੌਂਗ, ਇਲਾਇਚੀਆਂ ਵਾਲੀ ਯਾਰ ਜਿਹੜੀ ਉਹ ਪੰਜੀਰੀ ਲਾਏ ਤੇ ਨਾ ਵਿਆਹ ਕੇ ਉੱਧਰ 'ਤੇ ਆਈ ਤੀ ਆਪਣੇ ਪਰਾਂ 'ਤੇ ਬਣਾਈ ਦੀ ਭੇਜੀ ਤੀ ਆਪਾਂ ਉੱਧਰ ਕੁੜੀ ਬਾ, ਉਹ ਪੰਜੀਰੀ ਬਾਟੀ ਭਰ ਕੇ ਮੇਰੀ ਆਪਣੀ ਚਾਚੀ ਨੂੰ ਭੇਜੋ, ਬਾਕੀ ਬਾਤਾਂ ਬਾਅਦ ਮੈਂ ਠੀਕ ਹੈ। ਚਾਚੀ ਨੇ ਕਹਿਣਾ ਵੀ ਆਹ ਇਹਦਾ ਡਾਕਟਰ, ਉਹ ਮਤਲਬ ਦਵਾਈ ਤੋਂ ਪਹਿਲਾਂ ਹੀ, ਅਤੇ ਉਹ ਮਰੀਜ਼ ਐਡਾ ਕਮਾਲ ਬੰਦਾ। ਮੈਂ ਕਿਹਾ ਉਹਨੇ ਕੋਈ ਮਨੋਵਿਗਿਆਨ ਨਹੀਂ ਪੜ੍ਹਿਆ, ਉਹਦਾ ਪਤਾ ਨਹੀਂ ਕਮਾਲਾ ਹੀ ਦੀ। ਪਰ ਹੁਣ ਜਿਹੜੇ ਡਾਕਟਰ ਨਹੀਂ ਗੁੜਿਆ ਸੀ ਨਾ, ਉਹ
ਡਾਕਟਰ ਸਾਹਿਬ ਜਿਹੜੇ ਹੁਣ ਆ ਰਹੇ ਐਮਡੀ ਜਾਂ ਬਲੈਤੀ ਸਕੂਲਾਂ 'ਚ ਉਹ ਮਰੀਜ਼ ਵੱਲ ਦੇਖਦੇ ਹੀ ਨਹੀਂ, ਉਹ ਥੱਲੇ ਬੈਠੇ ਲਿਖੀ ਜਾਂਦੇ, ਕਹਿੰਦੇ ਡਿਪ ਲਵਾ ਲਓ ਉੱਥੇ ਜਾ ਕੇ। ਹਾਂ ਤੇ ਮਰੀਜ਼ ਨੂੰ ਲੱਗਦਾ ਨਹੀਂ ਵੀ ਡਾਕਟਰ ਨੂੰ ਕੋਈ ਗੱਲ ਸੁਣੀ, ਯਕੀਨ ਹੀ ਨਹੀਂ ਆਉਂਦਾ ਮਰੀਜ਼ ਨੂੰ। ਬਿਲਕੁਲ ਬਿਲਕੁਲ। ਸੋ ਇਹ ਗੱਲ ਵੀ ਬਹੁਤ ਵੱਡਾ ਮੁੱਦਾ ਹੈ ਮੇਰਾ ਮੈਡੀਕਲ ਸਾਇੰਸ ਤੇ, ਜਿਸ ਤਰ੍ਹਾਂ मेरे संकल्प वो सारा डॉक्टर का बर्ताव बहुत बड़े मसले हैं। बहुत बड़ा जे और ਜਿਹੜੇ ਵਿਚਾਰ ਜਿਹੜੇ ਇਸਨੇ ਬੜੇ ਪਾਵਰਫੁਲ ਹੁੰਦੇ, ਵਿਚਾਰਾਂ ਨਹੀਂ ਸਾਰਾ ਕੁਝ ਕਰਨਾ, ਤੁਹਾਡੇ ਥਾਟਸ ਨੇ ਤੇ ਤੁਹਾਡੀ ਜਿਹੜੀ ਤੁਹਾਡੇ ਅੰਦਰ ਫੀਲਿੰਗਸ ਹੁੰਦੀਆਂ ਨੇ, ਅਹਿਸਾਸ ਜਾ ਰਹੇ ਭਾਵਨਾਵਾਂ। ਕੋਈ ਵਿਚਾਰ ਇੱਕ ਪਾਸੇ ਭਾਵਨਾਵਾਂ ਨਾਲ ਜੁੜੇ ਹੋਏ ਆ, ਦੂਜੇ ਪਾਸੇ ਐਕਸ਼ਨ ਨਾਲ ਜੁੜੇ ਹੋਏ ਆ। ਤੇ ਵਿਚਾਰਾਂ ਦਾ ਦੋ ਪਾਸੇ ਉਹ ਹੈ, ਵਿਚਾਰ ਭਾਵਨਾ ਤੇ ਉਹਦੇ ਵਿਚਾਲੇ ਇੱਕ ਲਿੰਕ ਨੇ। ਵਿਚਾਰ ਬਾਹਰ ਐਕਸ਼ਨ ਵੀ ਕਰਦੇ ਆ ਤੇ ਵਿਚਾਰ ਭਾਵਨਾਵਾਂ ਕ੍ਰੀਏਟ ਕਰਦੇ ਆ। ਮੈਨੂੰ ਲੱਗਦਾ ਡਾਕਟਰ ਸਾਹਿਬ ਜਿਹੜਾ ਡਾਕਟਰ ਵੀ ਹੈ ਉਹ ਵੀ ਮਰੀਜ਼ ਨੂੰ ਮਾਰਨ ਵਾਸਤੇ, ਬਹੁਤੇ ਡਾਕਟਰਾਂ ਦਾ ਮੂੰਹ ਦੇਖ ਕੇ ਮਰੀਜ਼ ਨੂੰ ਲੱਗਦਾ ਵੀ ਹਾਂ ਕੋਈ ਸੰਭਾਵਨਾ ਨਹੀਂ ਹੈ। ਕਿ ਮੇਰੇ ਦੋਸਤ ਨੇ ਗੱਲ ਸੁਣਾਈ, ਕਹਿੰਦਾ ਵੀ ਮੇਰੀ ਮਾਸੀ ਬਿਮਾਰ ਹੋ ਗਈ ਤੇ ਠੀਕ ਠਾਕ ਦੀ, ਮਤਲਬ ਉਹਨੂੰ ਕੋਈ ਮਾੜੀ ਮੋਟੀ ਤਕਲੀਫ ਹੋ ਗਈ ਤਾਂ ਵੀ ਉਹ ਡਾਕਟਰ ਚੈੱਕ ਕਰਨ ਚਲੇ ਗਏ ਤੇ ਉਹ ਡਾਕਟਰ ਨੇ ਉਹਦੇ ਮੂੰਹ ਤੇ ਹੀ ਕਹਿਤਾ ਵੀ ਇਹਨੂੰ ਕੈਂਸਰ ਹੋ ਗਿਆ। ਕਹਿੰਦੇ ਤੂੰ ਯਕੀਨ ਨਹੀਂ ਕਰਨਾ, ਗੱਡੀ 'ਚ ਪਾ ਕੇ ਲੈ ਕੇ ਆਏ। ਕਹਿੰਦਾ ਹਾਂ ਡਾਕਟਰ ਨੇ ਕਹਿੰਦਾ ਮੂੰਹ ਤੇ ਤੋਰਾ ਫੇਰ ਬੰਦ ਕਰਤਾ, ਖਤਮ ਹੋ ਗਿਆ। ਕਹਿੰਦਾ ਉਹ ਜਦੇ ਹੀ ਕਹਿੰਦਾ ਨਹੀਂ, ਡਾਕਟਰ ਕਹਿੰਦਾ ਜੇ ਕੋਈ ਚੈੱਕ ਕਰਾਏ ਕੋਈ ਹੌਸਲੇ ਵਾਲੀ ਕੋਈ ਗੱਲ ਹੀ ਨਹੀਂ। ਮਤਲਬ ਡਾਕਟਰ, ਮੈਨੂੰ ਤਾਂ ਲੱਗਦਾ ਕਈ ਡਾਕਟਰ ਵੀ ਜਲਾਦ ਹੈ ਬਹੁਤ, ਮੈਂ ਸਾਰੇ ਨਹੀਂ ਕਹਿੰਦਾ, ਪਰ ਜਲਾਦ ਵਾਲਾ ਕੰਮ ਹੈ ਵੀ ਨਹੀਂ। ਜਲਾਦ ਕਹਿ ਲਓ ਜਾਂ ਉਹ ਉਹਨਾਂ ਨੂੰ ਸਮਝ ਹੀ ਨਹੀਂ ਹੈ ਇਸ ਗੱਲ ਦੀ, ਮਤਲਬ ਉਹਨਾਂ ਨੂੰ ਸਮਝ ਨਹੀਂ ਨਾ ਵੀ ਇਹ ਡਾਕਟਰ ਸਾਹਿਬ ਥਾਨੇ ਜਿਹੜੀ ਪੜ੍ਹਾਈ ਕਰੀ ਤੇ ਉਹ ਵਿਸ਼ਾ ਨਹੀਂ ਵੀ ਮਰੀਜ਼ ਨਾਲ ਕਿਸ ਤਰ੍ਹਾਂ ਆਪਾਂ ਨੇ। ਨਹੀਂ ਕੁਛ ਨਹੀਂ, ਉਹ ਤਾਂ ਟੈਕਨੀਕਲੀ ਪੜਾਉਂਦੇ ਵੀ ਆਹ ਦਵਾਈ ਆਹ ਦਵਾਈ ਆਹ ਬਿਮਾਰੀ ਆਹ ਦਵਾਈ ਆਹ ਬਿਮਾਰੀ ਆਹ ਦਵਾਈ ਆਹ ਬਿਮਾਰੀ ਆਹ ਸਰਜਰੀ ਆਹ ਇੰਨਾ ਕੀ। ਜਿਹੜੇ ਕੋ ਹੈ ਨਹੀਂ ਸੰਜੇ ਦੱਤ ਦੀ ਫਿਲਮ, ਉਹਦਾ ਮਰੀਜ਼ ਨੂੰ ਡਾਕਟਰ ਜੱਫੀਆਂ ਪਾਉਂਦਾ ਵੀ ਉਹ ਇਹੀ ਮੁੱਦਾ ਅਸਲ ਜੇ ਹੈ ਵੀ ਉਹ ਮਰੀਜ਼ ਨੂੰ ਜੱਫੀ ਪਾਵੇ ਡਾਕਟਰ। ਹਾਂ ਸੋ ਵੈਸੇ ਡਾਕਟਰ ਸਾਹਿਬ ਆਪਾਂ ਬਾਤ ਕਰ ਰਹੇ ਸੀ ਕਿ ਫਿਰ ਇਹਦੇ ਵਿੱਚ ਕੋਦਰਾ ਵਗੈਰਾ ਉਹਦੇ ਬਾਰੇ ਦੱਸੋ, ਬੜਾ ਤੁਸੀਂ ਕੋਦਰੇ ਗੱਲ ਬਹੁਤ ਸਾਰਾ ਕਰਦੇ ਹੋ। ਉਹ ਸੀ ਨਾ ਜਿਹੜਾ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਜਿਹੜੇ ਕੁਛ ਅਨਾਜ ਨੇ, ਜਿਹੜੇ ਅਨਾਜ ਆਪਾਂ ਅੱਜ ਕੱਲ੍ਹ ਖਾ ਰਹੇ ਹਾਂ, ਕਣਕ ਤੇ ਚੌਲ, ਇਹਦੇ 'ਚ ਔਗਣ ਹੈ ਕਿ ਇਹ ਸ਼ੂਗਰ ਬਹੁਤ ਵਧਾਉਂਦੇ ਆ, ਇੱਕਦਮ ਵਧਾ ਦਿੰਦੇ ਆ ਸ਼ੂਗਰ। ਇਹ ਜਿਹੜੇ ਅੱਜ ਇੱਕ ਸਾਇੰਸ ਨੇ ਪ੍ਰੂਵ ਹੋ ਗਿਆ ਕਿ ਜਿਹੜੇ ਵੀ ਖਾਣੇ ਇੱਕਦਮ ਸ਼ੂਗਰ ਵਧਾਉਂਦੇ ਆ ਉਹ ਬਿਮਾਰ ਕਰਨਗੇ, ਸਣੇ ਕੈਂਸਰ, ਚਾਹੇ ਕੋਈ ਬਿਮਾਰੀ ਲੈ ਕੇ ਆਵੇਂਗੇ। ਹਾਂ ਕੈਂਸਰ ਵੀ ਇਸ ਤਰ੍ਹਾਂ ਹੀ ਬਿਲਕੁਲ, ਜਿਹਦੇ 'ਚ ਇੱਕਦਮ ਅੰਦਰ ਜਾਣ ਸਾਰ ਸ਼ੂਗਰ ਐ ਉੱਪਰ ਨੂੰ ਜਾਂਦੀ ਹੈ। ਜਿਹੜੇ ਖਾਣੇ ਸ਼ੂਗਰ ਨੂੰ ਹੌਲੀ ਹੌਲੀ ਵਧਾਉਣ, ਫਿਰ ਹੌਲੀ ਹੌਲੀ ਥੱਲੇ ਆਵੇ, ਉਹ ਠੀਕ ਕਰਨਗੇ। ਅਤੇ ਕੋਦਰਾ ਜਿਹੜੇ ਗੁਣ ਨੇ ਆ, ਜਿਹੜੇ ਮਿਲਟਸ ਆਪਾਂ ਕਰਨੇ ਆ, 5 ਮਿਲਟਸ ਨੇ, ਕੋਦਰਾ ਜੇ ਸ਼ਾਮਲ ਹੈ, ਕੋਦਰਾ, ਕੰਗਣੀ, ਕੁਟਕੀ, ਸਵਾਂਗ ਅਤੇ ਹਰੀ ਕੰਗਣੀ। ਤਾਂ ਇਹ ਜਿਹੜੇ 5 ਨੇ, ਇਹਦੇ ਅੰਦਰ ਫਾਈਬਰ ਕੰਟੈਂਟ ਜਿਹੜਾ ਰੇਸ਼ਾ ਹੈ ਉਹ ਇੰਨਾ ਜ਼ਿਆਦਾ ਹੈ ਜੀ, ਔਰ ਉਹਦੇ 'ਚ ਰੇਸ਼ਾ ਐਂ ਕਰਕੇ ਸਪਰਿੰਗ ਵਾਂਗੂ ਹੈ, ਸਪਰਿੰਗ ਵਾਂਗੂ ਰੇਸ਼ੇ ਦੀ ਸਪਰਿੰਗ ਬਣਿਆ ਹੋਇਆ, ਉਹਦੇ ਅੰਦਰ ਸਟਾਰਚ ਲੱਗੀ ਹੋਈ ਹੈ, ਗਲੂਕੋਜ਼ ਲੱਗੀ ਹੋਈ ਹੈ। ਉਹ ਜਿਵੇਂ ਸਪਰਿੰਗ ਖੁੱਲ੍ਹਦਾ ਅੰਦਰ ਜਾ ਕੇ ਹਜਮ ਹੋ ਕੇ, ਉਵੇਂ ਥੋੜ੍ਹੀ ਸ਼ੂਗਰ ਰਿਲੀਜ਼ ਹੋਈ, ਜਿਵੇਂ ਗਲੂਕੋਜ਼ ਦੀ ਡ੍ਰਿਪ 'ਚ ਬੂੰਦ ਨਹੀਂ ਜਾਂਦੀ, ਇੱਦਾਂ ਬੂੰਦ ਖੂਨ 'ਚ ਭੇਜਦਾ। ਅਤੇ ਇਹ ਚਾਹੀਦਾ ਸਾਨੂੰ, ਇਸੇ ਕਰਕੇ ਉਹਦੇ ਨਾਲ ਮਰੀਜ਼ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਮਿਲਟਸ ਖਾ ਕੇ। ਅਤੇ ਤਾਂ ਹੀ ਹੁਣ ਅਸੀਂ ਮਿਲਟਸ ਦੇ ਰਹੇ ਹਾਂ, ਅਸੀਂ ਪਿਛਲੇ 2-3 ਸਾਲ ਤੋਂ ਅਸੀਂ ਮਿਲਟਸ ਦਾ ਔਰ ਮਿਲਟਸ ਅੱਜ ਆਪਾਂ ਇਕੱਲੇ ਨਹੀਂ ਦੇ ਰਹੇ, ਪੂਰੀ ਦੁਨੀਆ 'ਚ ਮਿਲਟਸ ਇਸ ਵੇਲੇ ਹੋਰ ਤੁਸੀਂ ਦੇਖੋਗੇ 5-7 ਸਾਲ 'ਚ ਇੱਕ ਰਾਜੇ ਦੀ ਪੋਜੀਸ਼ਨ 'ਚ ਆ ਜਾਣਗੇ ਅਨਾਜਾਂ 'ਚੋਂ ਅਗਰ ਜਿਹੜੇ ਸਭ ਤੋਂ ਉੱਪਰ ਟਾਪ ਅਨਾਜ ਜਾਣਗੇ ਉਹ ਜਾਣਗੇ ਮਿਲਟਸ। ਪੂਰੀ ਦੁਨੀਆ 'ਚ ਇਹਦਾ ਵਰਤਾਰਾ ਵਾਪਰ ਰਿਹਾ, ਉਹ ਕੈਨੇਡਾ, ਅਮਰੀਕਾ 'ਚੋਂ ਸਭ ਮੰਗਾਂ ਆ ਰਹੀਆਂ ਨੇ, ਪੂਰੇ ਇੰਡੀਆ 'ਚ ਵਾਪਰ ਰਿਹਾ। ਤਾਂ ਇੱਕ ਬਹੁਤ ਵਧੀਆ ਵਰਤਾਰਾ ਮੈਂ ਸਮਝਦਾ ਸਿਹਤਮੰਦ ਹੋਣ ਲਈ। ਜਿਹੜੇ ਅਨਾਜਾਂ ਦੀ ਜਿਹੜਾ ਔਗਣ ਹੈ ਕਿ ਸ਼ੂਗਰ ਦਾ ਹੜ੍ਹ ਲਿਆਉਂਦੇ ਆ, ਇਹ ਔਗਣ ਜਿਹੜਾ ਮੈਂ ਸਮਝਦਾ ਕਿ ਬਹੁਤ ਮਾਰੂ ਹੈ, ਜਿਹਦਾ ਬਦਲ ਜਿਹੜਾ ਉਹ ਮਿਲਟਸ ਬਹੁਤ ਵਧੀਆ। ਮਿਲਟਸ ਪਲੱਸ ਕੱਚੇ ਖਾਣੇ, ਫਲ, ਸਲਾਦ, ਮਿਲਟਸ ਵੀ ਖਾਓ, ਹਾਂ ਉਹ ਵੀ ਹਾਈ ਫਾਈਬਰ ਹੈ ਨਾ, ਜਿੰਨੀ ਸਲਾਦ ਹੈ ਜਿੰਨਾ ਫਲ ਹੈ ਉਹ ਵੀ ਹਾਈ ਫਾਈਬਰ ਹੈ, ਉਹਦੇ 'ਚ ਵੀ ਰੇਸ਼ਾ ਬਹੁਤ ਜ਼ਿਆਦਾ ਹੈ ਅਤੇ ਇਹਨਾਂ 'ਚ ਵੀ ਰੇਸ਼ਾ ਬਹੁਤ ਜ਼ਿਆਦਾ। ਉਹ ਲਿਵਿੰਗ ਰੇਸ਼ਾ ਹੈ, ਇਹ ਥੋੜ੍ਹਾ ਜਿਹਾ ਆਪਾਂ ਪਕਾ ਦਿੰਦੇ ਹਾਂ, ਬਾਲ ਦਿੰਦੇ ਹਾਂ, ਦੋਨੋਂ ਰਲ ਕੇ ਬਹੁਤ ਵਧੀਆ ਇਹਨਾਂ ਦਾ ਗਠਜੋੜ ਹੁੰਦਾ ਜਿਹੜਾ ਕਿ ਬੰਦੇ ਨੂੰ ਤੰਦਰੁਸਤ ਕਰਦਾ। ਸੋ ਡਾਕਟਰ ਸਾਹਿਬ ਮੇਰਾ ਖਿਆਲ ਹੈ ਮੂਲ ਤੱਤ ਇਹੀ ਵੀ ਆਪਾਂ ਕੁਦਰਤ ਕਨੀ ਜਾਵਾਂ ਅਤੇ ਉਹ ਸਾਰੀ ਚੀਜ਼ਾਂ ਵਰਤਾਂ ਜਿਹੜੀਆਂ ਸਾਡੇ ਬੜੇ ਵਡੇਰੇ ਮਾਰੇ ਦਾ ਵਰਤਦੇ ਰਹੇ, ਉਹ ਛੱਡ ਗਏ ਮੇਰੇ ਖਿਆਲ ਸਾਰਾ ਕੁਝ ਛੱਡ ਕੇ ਅਤੇ ਇੱਕ ਨਵਾਂ ਸੰਸਾਰ। ਨਹੀਂ, ਸਾਨੂੰ ਜਿਹੜੀ ਪੱਛਮੀ ਸੱਭਿਅਤਾ ਤੋਂ ਜਿਹੜੀ ਆਈ ਹੈ ਨਾ, ਪੱਛਮੀ ਸੱਭਿਅਤਾ ਜਿਹੜੀ ਹੈ ਬੇਸਿਕਲੀ ਇਹ ਦੈਂਤ ਟਾਈਪ ਹੈ, ਕਿਉਂਕਿ ਇਹ ਸਿਰਫ ਇਹ ਦੇਖਦੀ ਵੀ ਵਪਾਰ ਕਿਵੇਂ ਹੋ ਸਕਦਾ। ਇਹਨੇ ਸਿਰਫ ਇਕੱਲਾ ਵਪਾਰ ਦੇਖਿਆ ਵੀ ਵਪਾਰ ਕਿੱਦਾਂ ਕਰਨਾ ਹੈ, ਇਹਨੇ ਇਹ ਸਿਖਾਤਾ ਸਾਨੂੰ। ਉਹ ਚਾਹੇ ਖੇਤੀ ਹੈ, ਚਾਹੇ ਉਹ ਡਾਕਟਰੀ ਹੈ। ਅਤੇ ਵਪਾਰ ਜਿਹੜਾ ਹੁੰਦਾ ਹੈ, ਇਹ ਜੇ ਤੁਸੀਂ ਉਹਦੇ 'ਚੋਂ ਮਾਈਨਸ ਕਰ ਦਿਓ ਮਨੁੱਖਤਾ, ਮਾਈਨਸ ਕਰ ਦਿਓ ਕੁਦਰਤ ਪ੍ਰੇਮ, ਤਾਂ ਫਿਰ ਦੈਂਤ ਹੋ ਜਾਂਦਾ ਹੈ, ਇਹ ਬਹੁਤ ਜ਼ਾਲਮ ਹੋ ਜਾਂਦਾ। ਫਿਰ ਉਹ ਜ਼ਾਲਮ ਉਹ ਦੇਖਦਾ ਨਹੀਂ ਵੀ ਇਹਦੇ ਨਾਲ ਤਬਾਹੀ ਕਿੰਨੀ ਹੁੰਦੀ ਹੈ। ਤਾਂ ਮੈਂ ਸਮਝਦਾ ਕਿ ਜਿਹੜਾ ਅੱਜ ਦਾ ਜਿਹੜਾ ਵਿਕਾਸ ਦਾ ਮਾਡਲ ਹੈ, ਅੱਜ ਦਾ ਵਿਗਿਆਨ ਹੈ, ਅਤੇ ਉਹਦੇ ਆਧਾਰ 'ਤੇ ਜਿਹੜਾ ਖੇਤੀ ਦਾ ਮਾਡਲ ਹੈ, ਵਿਕਾਸ ਦਾ ਮਾਡਲ ਹੈ, ਜਾਂ ਇਹ ਦਵਾਈਆਂ ਦੇਣ ਦਾ ਮਾਡਲ ਹੈ, ਇਹ ਮਾਡਲ ਦੈਂਤ ਹੋ ਚੁੱਕੇ ਆ। ਇਹ ਅੱਜ ਮਾਰੂ ਨੇ ਬਹੁਤ, ਇਹਨਾਂ ਤੋਂ ਬਚਣਾ ਚਾਹੀਦਾ। ਅਤੇ ਜਿਹੜਾ ਇਹਦਾ ਬਦਲ ਹੈ, ਇਹਦੇ ਸਾਨੂੰ ਵੱਡੇ ਬਦਲਾਅ ਕਰਕੇ ਇਹਨੂੰ ਇੱਕ ਦੇਵਤੇ ਦਾ ਰੂਪ ਦੇਣਾ ਹੋਵੇ ਤਾਂ ਇਹਨੂੰ ਫਿਰ ਕੁਦਰਤ ਦੇ ਨੇੜੇ ਜਾ ਕੇ ਕੁਦਰਤ ਪੱਖੀ ਖਾਣਾ ਪੀਣਾ, ਕੁਦਰਤ ਪੱਖੀ ਉਗਾਉਣਾ, ਕੁਦਰਤ ਪੱਖੀ ਇਲਾਜ, ਇਹ ਸਾਰਾ ਕੁਦਰਤ ਦੀ ਭਾਸ਼ਾ ਦੇ ਹਿਸਾਬ ਨਾਲ ਹੋਣਾ ਚਾਹੀਦਾ। ਅਤੇ ਜੇ ਇਹਦਾ ਕਰਦੇ ਆਪਾਂ ਤਾਂ ਬਹੁਤ ਕਮਾਲ ਦੇ ਰਿਜ਼ਲਟਸ ਨੇ। ਡਾਕਟਰ ਸਾਹਿਬ ਮੈਂ ਨਾ ਆਖਰੀ ਉਹ ਸਵਾਲ ਕਰਨਾ ਚਾਹਾਂ, ਪਿੱਛੇ ਆਪਾਂ ਦੁੱਧ ਵਾਲੀ ਵੀਡੀਓ ਬਣਾਈ ਉੱਥੇ ਇੱਕ ਬੰਦੇ ਨੇ ਟਿੱਪਣੀ ਕਰੀ
ਕਹਿੰਦਾ ਵੀ ਇਹ ਨਾ ਦੁੱਧ ਵਾਲਾ ਕਾਰੋਬਾਰ ਬੰਦ ਕਰਾਉਣਾ ਚਾਹ ਰਹੇ ਆ। ਤਾਂ ਮੈਂ ਮਾੜਾ ਜਿਹਾ ਦੱਸੋ ਵੀ ਦੁੱਧ ਅੱਜ ਵਾਲਾ ਕਿਉਂ ਆਪਾਂ ਕਹਿ ਰਹੇ ਆ ਵੀ ਇਹ ਪੀਆ ਨਾ ਜਾਵੇ ਜ਼ਹਿਰ, ਇਹਦੇ 'ਚ ਕਿੰਨੀ ਕੀ ਚੀਜ਼ਾਂ ਆ ਚੁੱਕੀਆਂ ਸਾਰੀਆਂ, ਮਾੜਾ ਜਾਓ। ਦੁੱਧ ਵਾਲਾ ਕਾਰੋਬਾਰ ਆਪਾਂ ਤਾਂ ਕੀ ਬੰਦ ਕਰਾਉਣਾ ਹੈ, ਉਹ ਨਾ ਦੁੱਧ ਦਾ ਅਸਲ ਵਿੱਚ ਦੁੱਧ ਜਿਸਮ ਦਾ ਹੁਣ ਬਣ ਰਿਹਾ ਹੁਣ ਤਾਂ ਮੈਸਾਂ ਚੁਗਦੀਆਂ ਨੇ ਬਿਲਕੁਲ। ਕੱਲ ਹੀ ਮੈਨੂੰ ਮੈਸਾਂ ਤੇ ਚੱਲ ਬਾਅਦ ਦੀ ਗੱਲ ਆਉਂਦੀ ਹੈ, ਕੱਲ ਹੀ ਮੈਨੂੰ ਕੋਈ ਕਹਿ ਰਿਹਾ ਸੀ, ਕਹਿੰਦਾ ਹੁਣ ਤਾਂ ਚੀਨ ਤੋਂ ਕਿਹੋ ਜਿਹੀ ਪੁੜੀ ਆ ਗਈ ਹੈ ਜਿਹਦਾ ਤੁਸੀਂ ਪਾਣੀ 'ਚ ਪਾਓ ਜਿੰਨਾ ਮਰਜ਼ੀ ਦੁੱਧ ਬਣਾ ਲਓ, ਬਾਲਟੀ ਭਰ ਲਓ। ਚੀਨ ਦੀ ਪੁੜੀ ਆਈ ਹੈ, ਹਿਸਾਬ ਲਾ ਲਓ। ਉਹ ਕੱਲ ਹੀ ਕੋਈ ਮੈਨੂੰ ਦੱਸ ਰਿਹਾ ਸੀ। ਤਾਂ ਉਹ ਅੱਜ ਹਰ ਰੋਜ਼ ਅੱਗੇ ਆਪਾਂ ਸੋਚਦੇ ਸੀ ਪਿੰਡਾਂ 'ਚ ਲੋਕ ਜਿਹੜੇ ਬੜੇ ਭੋਲੇ ਭਾਲੇ ਨੇ, ਤੇ ਹੁਣ ਤਾਂ ਕਹਿੰਦੇ ਪਿੰਡਾਂ ਦੇ ਘਰਾਂ ਘਰ 'ਚ ਵੜ ਗਿਆ ਹੈ। ਕੋਈ ਪਤਾ ਨਹੀਂ ਕਿਹੜਾ ਪਿੰਡ ਵਾਲਾ ਜਿਹੜਾ ਕਿੰਨਾ ਦੁੱਧ ਹੈ ਤੇ ਕਿੰਨਾ ਉਹਦੇ 'ਚ ਉਹ ਪੁੜੀ ਵਾਲਾ ਹੈ। ਕਿੰਨ ਮੈਸ ਦੇ ਟੀਕੇ ਲੱਗ ਰਹੇ, ਉਹ ਵੀ ਤਾਂ ਜ਼ਹਿਰੇ। ਉਹ ਨਹੀਂ, ਅੱਗਾ ਫੀਡ ਉਹਦੀ ਪਹਿਲਾਂ ਫੀਡ ਉਹਦੀ ਬਹੁਤ ਮਾੜੀ ਹੈ, ਫਿਰ ਡੰਗਰ ਨੂੰ ਤੂੜ ਰੱਖਿਆ, ਖੋਲ੍ਹਦੇ ਨਹੀਂ ਉਹਨੂੰ, ਉਹ ਸਾਰਾ ਦਿਨ ਕਿੱਲਾ ਤੜਾਉਂਦਾ ਰਹਿੰਦਾ। ਤਾਂ ਕੋਈ ਕਿਸੇ ਵੀ ਤਰੀਕੇ ਨਾਲ ਦੁੱਧ ਨੈਚੁਰਲ ਨਹੀਂ ਹੈ, ਅਤੇ ਇੱਕ ਮਨੁੱਖ ਵੀ ਨੈਚੁਰਲ ਨਹੀਂ ਹੈ, ਨਾ ਇਹ ਮਨੁੱਖ ਉਹ ਹੈ ਅਤੇ ਨਾ ਉਹ ਦੁੱਧ ਉਹ ਹੈ। ਤਾਂ ਇਹ ਅੱਜ ਦੇ ਮਾਡਰਨ ਮਨੁੱਖ ਦੀ ਅਤੇ ਮਾਡਰਨ ਦੁੱਧ ਦੀ ਕੋਈ ਤਾਲਮੇਲ ਹੀ ਨਹੀਂ ਬੈਠਦੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਦਹੀਂ ਵਾਲੀਆਂ ਚੀਜ਼ਾਂ ਫਿਰ ਵੀ ਥੋੜ੍ਹੀਆਂ ਬਹੁਤੇ, ਦਹੀਂ ਕਿਉਂਕਿ ਜਦੋਂ ਜੰਮ ਜਾਂਦਾ ਤਾਂ ਥੋੜ੍ਹਾ ਜਿਹਾ ਉਹ ਠੀਕ ਹੋ ਜਾਂਦਾ। ਵੀ ਅਸੀਂ ਫਿਰ ਜਿਹੜਾ ਕੋਈ ਤੰਦਰੁਸਤ ਹੈ ਉਹਨੂੰ ਕਹਿੰਦੇ ਵੀ ਦਹੀਂ, ਲੱਸੀ, ਮੱਖਣ, ਘੀ ਤਾਂ ਲੈ ਲੈ ਮਾੜਾ ਮੋਟਾ, ਬਾਕੀ ਦੁੱਧ ਵਾਲਾ ਤਾਂ ਦੁੱਧ ਵਾਲੀ ਚਾਹ ਅਤੇ ਮਠਾਈਆਂ ਪਨੀਰ ਤਾਂ ਨਾ ਹੀ ਲਓ। ਮਠਾਈਆਂ ਪਨੀਰ ਅਤੇ ਦੁੱਧ ਜਿਹੜੇ ਦੁੱਧ ਵਾਲੀ ਚਾਹ ਤਾਂ ਬਹੁਤ ਹੀ ਬਿਮਾਰ ਕਰਦੀ ਹੈ। ਔਰ ਦੁੱਧ ਜਿਹੜਾ ਇਹ ਵੀ, ਜੇ ਦੁੱਧ ਲੈਣਾ ਵੀ ਹੋਵੇ ਤਾਂ ਫਿਰ ਦੇਸੀ ਗਾਂ ਦਾ ਦੁੱਧ ਸਭ ਤੋਂ ਵਧੀਆ, ਨੰਬਰ 1 ਟੌਪ 'ਤੇ, ਉਹਦੀ ਦਹੀਂ ਅਤੇ ਉਹਦੀ ਲੱਸੀ ਵਧੀਆ। ਲੇਕਿਨ ਉਸ ਤੋਂ ਬਾਅਦ ਜਿਹੜਾ 2 ਨੰਬਰ 'ਤੇ ਮੱਝ ਦਾ, ਅਤੇ ਜਿਹੜਾ ਹੋਲਸਟੀਨ ਗਾਂ ਦਾ, ਅਤੇ ਜਿਹੜੇ ਗਾਵਾਂ ਨੇ ਅੰਗਰੇਜ਼ੀ ਨੇ, ਇਹਦਾ ਦੁੱਧ ਤਾਂ ਬਿਲਕੁਲ ਹੀ ਜਿਹਨੂੰ ਗਾਵਾਂ ਦਾ ਡਾਕਟਰ ਸਾਹਿਬ ਇਹੋ ਜਿਹੀਆਂ ਕਹਿੰਦੇ 80-80 ਕਿਲੋ ਦੁੱਧ ਲੈ ਰਹੇ। ਤੁਸੀਂ ਹਿਸਾਬ ਲਾ ਲਓ 80 ਕਿਲੋ ਦੁੱਧ ਨੈਚੁਰਲ ਹੋ ਸਕਦਾ। ਕੋਈ ਗਾਂ ਨੇ ਦੁੱਧ ਕਾਹਦੇ ਵਾਸਤੇ ਪੈਦਾ ਕੀਤਾ? ਆਪਣੇ ਬੱਚੇ ਲਈ ਕੀਤਾ ਨਾ। ਕੋਈ ਬੱਚਾ 80 ਕਿਲੋ ਦੁੱਧ ਪੀ ਲੇਗਾ? ਇਹਦਾ ਮਤਲਬ ਹੈ ਤੁਸੀਂ ਨਕਲੀ ਤੌਰ 'ਤੇ ਉਹਦੇ ਅੰਦਰ ਕੁਛ ਉਹਦੇ ਸਰੀਰ 'ਚ ਇੱਦਾਂ ਦੀਆਂ ਤਬਦੀਲੀਆਂ ਕੀਤੀਆਂ ਨੇ ਕਿ ਉਹ ਨਕਲੀ ਦੁੱਧ ਸੂਟ ਹੀ ਨਹੀਂ ਕਰ ਰਿਹਾ। ਉਹ ਨਕਲੀ ਦੁੱਧ ਤਾਂ ਸੂਟ ਹੀ ਨਹੀਂ ਕਰਦਾ, ਬਿਮਾਰ ਕਰ ਰਿਹਾ ਉਲਟਾ। ਇਸ ਕਰਕੇ ਆਪਾਂ ਬਿਮਾਰ ਹੋਣ ਲਈ ਥੋੜ੍ਹਾ ਖਾਣੇ ਆ। ਖਾਣੇ ਦਾ ਮਤਲਬ ਹੁੰਦਾ ਖਾਣਾ ਜਦ ਅੰਮ੍ਰਿਤ ਹੋਵੇ ਤਾਂ ਹੀ ਖਾਣਾ ਚਾਹੀਦਾ। ਜੇ ਖਾਣਾ ਜ਼ਹਿਰ ਹੈ ਤਾਂ ਖਾਣਾ ਨਹੀਂ ਖਾਣਾ ਚਾਹੀਦਾ, ਉਹਨੂੰ ਉਹਦਾ ਧੋਖਾ ਹੋ ਗਿਆ ਨਾ ਫਿਰ ਤੁਹਾਡੇ ਨਾਲ। ਖਾਣਾ ਤੁਸੀਂ ਪੈਸੇ ਖਰਚਣੇ ਆ, ਖਾਣਾ ਤਾਂ ਇਸ ਕੰਮ ਲਈ ਖਾਣਾ ਕਿ ਤੁਸੀਂ ਤੰਦਰੁਸਤ ਰਹੋ। ਅਤੇ ਜੇ ਖਾਣਾ ਤੰਦਰੁਸਤ ਕਰਨ ਦੀ ਬਜਾਏ ਬਿਮਾਰ ਕਰ ਰਿਹਾ, ਫਿਰ ਉਹਨੂੰ ਖਾਣਾ ਕਹਿਣਾ ਚਾਹੀਦਾ। ਮੈਂ ਸਮਝਦਾ ਅੱਜ ਮਾਰਕੀਟ 'ਚ ਇਹੋ ਜਿਹੇ ਖਾਣੇ ਨੇ ਜਿਹਨਾਂ ਨੂੰ ਖਾਣਾ ਕਹਿਣਾ ਹੀ ਗਲਤ ਹੈ। ਤਾਂ ਅੱਜ ਅਸੀਂ ਤਾਂ ਹੀ ਕਹਿ ਰਹੇ ਹਾਂ ਕਿ ਸਿੱਧਾ ਕਿਸਾਨ ਅਤੇ ਕੰਜ਼ਿਊਮਰ ਇਕੱਠੇ ਹੋਣ, ਕਿਸਾਨ ਉਗਾਵੇ, ਕੰਜ਼ਿਊਮਰ ਖਾਵੇ। ਜੇ ਵਿੱਚ ਵਿਚੋਲੇ ਜਿਹੜੇ ਇਹ ਦੈਂਤ ਟਾਈਪ ਦੇ ਬੰਦੇ ਨੇ, ਹੁਣ ਤਾਂ ਕੰਪਨੀਆਂ ਜਿਹੜੀਆਂ ਨੇ ਉਹ ਦੁੱਧ ਨੂੰ ਪਹਿਲਾਂ ਫੈਕਟਰੀ ਚਲ ਜਾਂਦੀਆਂ ਨੇ, ਫਿਰ ਉਹਨੂੰ ਪੈਕ ਕਰਦੀਆਂ ਨੇ। ਫਿਰ ਅਮਰੀਕਾ ਤੋਂ ਦੇਖਿਆ ਮੈਂ, ਇੱਥੇ ਵੀ ਉਹੋ ਜਿਹਾ ਕੰਮ ਕਰਨ ਨੂੰ ਫਿਰਦੇ ਆ। ਤਾਂ ਇਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਧੰਦੇਬਾਜ਼ੀ ਹੈ, ਇਹਨੇ ਕਾਫੀ ਕੁਛ ਖਰਾਬ ਕੀਤਾ। ਅਤੇ ਮੈਂ ਸਮਝਦਾ ਕਿ ਵਾਪਸ ਕੁਦਰਤ ਵੱਲ ਮੁੜਨਾ ਚਾਹੀਦਾ। ਕੁਦਰਤ ਵੱਲ ਮੁੜ ਕੇ ਹੀ ਜਿਹੜੀ ਹੈ ਵਧੀਆ ਸਿਹਤ ਲਈ ਜਾ ਸਕਦੀ ਹੈ। ਠੀਕ ਹੈ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਅਤੇ ਭਾਈ ਜਿਨ੍ਹਾਂ ਨੇ ਅੱਜ ਮੈਨੂੰ ਸੁਣਿਆ, ਡਾਕਟਰ ਸਾਹਿਬ ਨੇ ਬਹੁਤ ਵਧੀਆ ਬਾਤਾਂ ਦੱਸੀਆਂ। ਸਭ ਤੋਂ ਬੜਾ ਮਸਲਾ ਤਾਂ ਉਹੀ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੋ ਰਹੀ ਹੈ ਉਹ ਸਾਰੀ ਜ਼ਹਿਰ ਗੈਲ ਭਰਤਿਆ ਸਾਰਾ ਕੁਛ, ਮਿੱਟੀ, ਪਾਣੀ, ਹਵਾ। ਅਤੇ ਮੂਲ ਜਿਹੜੀਆਂ ਚੀਜ਼ਾਂ ਹਮੇ ਛੱਡ ਚੁੱਕੇ ਹੈ, ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵੀ ਲਿਖੀਆਂ, ਅਤੇ ਭਾਈ ਲਾਲੋ ਉਹਨਾਂ ਦੇ ਪਾਸ ਗਏ ਜਦੋਂ, ਕੋਦਰੇ ਕੀ ਰੋਟੀ ਖਾਈ ਜੀ। तो हमारे ਜਿਹੜੇ ਮੂਲ ਅਨਾਜ ਹੈ ਉਹਨਾਂ 'ਤੇ ਹमें ਬਹੁਤ ਦੂਰ ਚਲੇ हैं, ਉਸੇ ਕਰਕੇ ਬਿਮਾਰੀਆਂ, ਚਾਹੇ ਕੋਈ ਸ਼ੂਗਰ ਹੈ, ਚਾਹੇ ਬਲੱਡ ਪ੍ਰੈਸ਼ਰ ਹੈ, ਚਾਹੇ ਕੈਂਸਰ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਮੁਕਤ ਹੋਣੇ ਵਾਸਤੇ ਇੱਕ ਵਾਰ ਫੇਰ ਧਰਤੀ ਮਾਂ ਕਨੀ ਮੁੜਨਾ ਪਏਗਾ। ਡਾਕਟਰ ਸਾਹਿਬ ਪਟਿਆਲੇ ਦੇ ਵਿੱਚ ਪ੍ਰੀਤ ਹਸਪਤਾਲ ਹੈ, ਉੱਥੇ ਅੱਜ ਕੱਲ੍ਹ ਜਿਹੜਾ ਹੈਗਾ ਇਹ ਸਾਰੀ ਕੁਦਰਤੀ ਚੀਜ਼ਾਂ ਦੇ ਇਲਾਜ ਕਰਾਂ। ਜੇ ਕਿਸੇ ਨੇ ਸੰਪਰਕ ਕਰਨਾ ਹੋਵੇ, ਕੋਈ ਸਲਾਹ ਲੈਣੀ ਹੋਵੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।